ਹੁਣ ਅੱਗੇ ਇੱਕ ਸ਼ਬਦ ਭਗਤਾਂ ਦੀ ਬਾਣੀ ਦਾ ਸੁਣੋ। ਜੈਤ ਸ੍ਰੀ ਬਾਣੀ ਭਗਤਾਂ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਾਥ ਕਛੂ ਨਾ ਜਾਣੋ। ਹੋਰ ਭਗਤਾਂ ਦੀ ਬਾਣੀ ਅੰਦਰ ਉਦਾਸ ਦਾ ਇੱਕ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਨਾਥ ਕਛੂ ਨਾ ਜਾਣੋ। ਇਹ ਨਾਥ ਸੁਆਮੀ ਅਕਾਲ ਪੁਰਖ ਵਾਹਿਗੁਰੂ ਮਾਲਕ, ਅਸੀਂ ਮਹਾਰਾਜ ਕੋਈ ਵੀ ਆਤਮਾ ਦੀ ਵਿਚਾਰ ਦੀ ਸਮਝ ਨਹੀਂ ਜਾਣਦੇ, ਪਰਮਾਰਥ ਦੀ ਸੂਝ ਨਹੀਂ ਜਾਣਦੇ, ਆਤਮ ਵਿਚਾਰ ਨੂੰ ਕੋਈ ਨਹੀਂ ਅਸੀਂ ਜਾਣਿਆ ਜੀ। ਕੁਛ ਵੀ ਨਹੀਂ ਸਾਡੇ ਮਨ ਬਚਨ ਵਾਸਤੇ ਵਿਕਾਰਾਂ ਤੋਂ ਕੋਈ ਉਪਾਅ ਨਹੀਂ ਇਹ ਜਾਣਿਆ ਹੈ। ਮਨ ਮਾਇਆ ਕੈ ਹੱਥ ਵਿਕਾਨੋ। ਇਹ ਮਨ ਮਾਰਾ ਮਾਇਆ ਦੇ ਹੱਥ ਵਿਕਿਆ। ਜਿਹੜਾ ਕੋਈ ਆਦਮੀ ਕਿਸੇ ਦੇ ਅੜਿੱਕੇ ਚੜ ਜਾਵੇ ਉਹਨੂੰ ਕਹਿੰਦੇ ਫਲਾਣੇ ਦੇ ਹੱਥ ਵਿਕਿਆ ਹੋਇਆ ਹੈ। ਇਸ ਪ੍ਰਕਾਰ ਮਨ ਮਾਇਆ ਦੇ ਹੱਥ ਵਿੱਚ ਹੀ ਹਰ ਵਕਤ ਆਸ ਨਿਤ ਹੱਥ ਚਾਹੇ, ਜਨਮ ਆਕਾਸ਼ ਖੋਤ, ਹਰ ਵਕਤ ਮਾਇਆ ਹੀ ਮਾਇਆ ਚਾਹੁੰਦਾ ਰਹਿੰਦਾ ਹੈ। ਮਨ ਮਾਇਆ ਮੈਂ ਫਸ ਰਹੋ। ਇਸ ਪ੍ਰਕਾਰ ਮਨ ਮਾਇਆ ਦੇ ਹੱਥ ਅਧੀਨ ਹੋ ਕੇ ਵਿਕਿਆ ਹੋਇਆ ਹੈ, ਕਾਮ ਕ੍ਰੋਧ ਆਦਿਕਾਂ ਦੇ ਸਹਿਤ ਹੋ ਕੇ। ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ। ਇਹ ਅਕਾਲ ਪੁਰਖ ਤੁਸੀਂ ਤਾਂ ਜਗਤ ਦੇ ਗੁਰੂ ਨਾਨਕ ਦੇਵ ਰੂਪ ਅਤੇ ਸਾਰੇ ਜਗਤ ਦੇ ਗੁਰੂ ਅਕਾਲ ਪੁਰਖ ਕਹੀਦੇ ਹੋ ਅਤੇ ਸਾਰਿਆਂ ਦੇ ਸੁਆਮੀ ਮਾਲਕ ਕਹੀਦੇ ਹੋ, ਵੱਡੇ ਹੋ। ਹਮ ਕਹੀਅਤ ਕਲ ਯੁਗ ਕੇ ਜਿਵੇਂ ਤੁਸੀਂ ਮਾਰਾ ਵੱਡੇ ਤੋਂ ਵੱਡੇ ਜਗਤ ਦੇ ਗੁਰੂ ਹੋ, ਪੂਜਨੀਕ ਹੋ, ਸਰਵ ਕੇ ਮਾਲਕ ਹੋ, ਇਵੇਂ ਮਾਰਾ ਅਸੀਂ ਕਹੀਦੇ ਹਾਂ। ਪਿਛਲੇ ਯੁਗਾਂ 'ਚ ਵਕਾਰ ਘੱਟ ਪਾਉਂਦੇ ਸੀ, ਅਸੀਂ ਕਲਯੁਗੀ ਜੀ ਮਾਰਾ ਕਾਮਨਾ ਦੇ ਵਧੇ ਹੋਏ, ਵਕਾਰਾਂ ਦੇ ਮਾਰੇ ਹੋਏ ਕਾਮੀ ਲੋਕ ਕਹਾਉਂਦੇ ਹਾਂ। ਅਸੀਂ ਹਰ ਵਕਤ ਵਕਾਰ ਹੀ ਚਿੰਬੜੇ ਰਹਿੰਦੇ ਆ ਸਾਨੂੰ। ਇਨ ਪੰਚਨ ਮੇਰੂ ਮਨ ਜੋ ਵਿਗਾੜ। ਇਹ ਅੰਤਰਜਾਮੀ ਜਿਹੜੇ ਪੰਜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੇ ਮੇਰੇ ਮਨ ਨੂੰ ਆਪਦੀ ਵੱਲ ਆਉਣ ਨਹੀਂ ਦਿੱਤਾ, ਵਿਗਾੜ ਕੇ ਬੁਰੇ ਪਾਸੇ ਲਾ ਛੱਡਿਆ ਹੈ। ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਪੰਜਾਂ ਨੇ ਕਿਵੇਂ ਮੇਰੇ ਮਨ ਨੂੰ ਵਿਗਾੜਤਾ। ਪਲ ਪਲ ਕਾਲ ਵਿੱਚ ਮਾਰਾ ਥੋੜੇ ਥੋੜੇ ਸਮੇਂ ਵਿੱਚ ਫੇ ਹਰੀ ਅਕਾਲ ਪੁਰਖ ਜੀ ਆਪ ਦੇ ਨੂੰ ਅੰਤਰ ਫਰਕ ਪਾ ਕੇ ਪਾੜ ਛੱਡਿਆ। ਇਹਨਾਂ ਦੁਆਇਤ ਵਿੱਚ ਲਾਤਾ, ਵਿਸ਼ਿਆਂ 'ਚ ਲਾ ਛੱਡਿਆ। ਇਹੀ ਜੀ ਮੇਰੀ ਮਨ ਦੀ ਹਾਲਤ ਹੈ। ਅੰਤਰਾ ਪਾਤ ਹੈ, ਫਰਕ ਪਾਤ ਹੈ ਤੇਰੇ ਨਾਲੋਂ। ਜਦ ਦੇਖੋ ਤਦ ਦੁੱਖ ਕੀ ਰਾਸੀ। ਇਹ ਵਕਾਰਾਂ ਦੀ ਕੁਸੰਗਤ ਕਰਕੇ ਜਿੱਥੇ ਵੀ ਵੇਖਦੇ ਹਾਂ ਸਾਰੇ ਜਿੰਨੇ ਜੀ ਜਾਂਦਾ ਦੁੱਖਾਂ ਦੀ ਰਾਸ ਅਹੁਦੀ ਬਣੇ ਹੋਏ ਹੈ। ਸਾਰੇ ਦੁੱਖ ਚਿੰਬੜੇ ਹੋਏ ਉਹਨਾਂ ਜੀਆਂ ਦੇ ਤਾਈਂ ਜਿੱਥੇ ਜਿੱਥੇ ਇਹਨਾਂ ਦੀ ਕੁਸੰਗਤ ਕਰਦੇ ਆ ਲੋਕ। ਅਜੋ ਨਾ ਪਤੇ ਆਏ ਨਿਗਮ ਭਏ ਸਾਖੀ। ਇਹ ਮਨ ਏਡਾ ਢੀਠ ਹੋਇਆ ਹੈ, ਅਜੇ ਵੀ ਮਹਾਰਾ ਪਤੀਜ ਦਾ ਨਹੀਂ, ਮੰਨਦਾ ਨਹੀਂ ਹੈ। ਇਹਦੇ ਵੇਦ ਵੀ ਇਸ ਗੱਲ ਦੇ ਉਗਾਏ, ਵੇਦਾਂ ਵਿੱਚ ਵੀ ਉਗਾਈਆਂ ਹੋਣਗੀਆਂ। ਗੌਤਮ ਨਾਰ ਉਮਾ ਪਤ ਸੁਆਮੀ। ਵੇਦ ਆਦਿਕਾਂ ਦਾ ਭਾਸ਼ ਕਰਨ ਵਾਲੇ ਪੁਰਾਣਾ ਆਦਿਕਾਂ ਨੇ ਵੀ ਇਹ ਪ੍ਰਸੰਗ ਲਿਖੇ ਹੈ। ਕਹਿੰਦੇ ਵੇਖੋ ਗੌਤਮ ਨਾਰ ਉਮਾ ਪਤ ਸੁਆਮੀ, ਪੜ੍ਹੋ ਅਗਲੀ ਸਾਰੀ ਤੁਕ। ਸੀਸ ਧਰਨ ਸਹਿਜ ਭਗ ਗਾਮੀ। ਗੌਤਮ ਨਾਰ ਗਾਮੀ। ਗੌਤਮ ਤਪੇ ਦੀ ਇਸਤਰੀ ਦੇ ਨਾਲ ਗਮਨ ਕਰਨ ਵਾਲਾ ਜਿਹੜਾ ਇੰਦਰ ਸੀ, ਸਵਰਗ ਵਿੱਚੋਂ ਆ ਕੇ ਸੱਜੀ ਵਰਗੀਆਂ ਅਪੱਛਾਂ 60 ਚੜ੍ਹਦੇ ਤੋਂ ਚੜ੍ਹਦੇ ਰੂਪ ਵਾਲੀਆਂ ਕਰਤਾਚੀ ਆਦਿਕ, ਰੰਭਾ ਆਦਿਕ ਸਨ। ਉਰਵਸੀ ਆਦਿਕ ਉਹਨਾਂ ਸਾਰੀਆਂ ਨੂੰ ਛੱਡ ਕੇ ਫੇਰ ਰਿਸ਼ੀਆਂ ਦੇ ਸਰਮ ਵਿੱਚ ਆ ਕੇ ਜਿਸ ਵੇਲੇ ਆਇਆ ਚੰਦਰਮਾ ਨੂੰ ਨਾਲ ਲਿਆਇਆ, ਚੰਦਰਮਾ ਨੂੰ ਬਾਂਗ ਦੇਤੀ, ਇਸ਼ਨਾਨ ਕਰਨ ਵਾਸਤੇ ਗੌਤਮ ਰਿਸ਼ੀ ਚਲਿਆ ਗਿਆ। ਉਸ ਵੇਲੇ ਗੋਦਾਵਰੀ 'ਚੋਂ ਆਵਾਜ਼ ਆਈ, ਰਿਸ਼ੀ ਤੇਰੇ ਘਰ ਚੋਰ ਲੱਗੇ ਹੋਏ ਹੈ। ਹਜ਼ੂਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਪੱਛੋਂ ਦੀ ਤਰਫ ਇਹ ਗੌਤਮ ਦੀ ਬਣੀ ਹੋਈ ਹੈ ਸਮਾਧੀ। ਉਸ ਜਗ੍ਹਾ ਵਿੱਚ ਇਹ ਤਪ ਕਰਦਾ ਸੀ ਗੌਤਮ ਤਪਾ। ਜਿਸ ਵਕਤ ਗੌਤਮ ਆਇਆ ਤੇ ਇੰਦਰ ਜਿਹੜਾ ਸੀ ਉਸ ਵੇਲੇ ਬਿੱਲਾ ਬਣ ਕੇ ਨਿਕਲ ਚੱਲਿਆ। ਉਸ ਵੇਲੇ ਇਹਨੂੰ ਸਰਾਫ ਦਿੱਤਾ, ਕਹਿਣ ਲੱਗਾ ਜਾਂ ਤੂੰ 1 ਜੂਨ ਦੇ ਭੋਗਣ ਵਾਸਤੇ ਆਇਆ, ਜਾਂ ਤੇਰੇ ਹਜ਼ਾਰਾਂ ਸਰੀਰ ਦੇ ਤੇਈਆਂ ਜੂਨਾਂ ਬਣ ਜਾਣ। ਸਾਰਾ ਸਰੀਰ ਕੋੜੀ ਹੋ ਗਿਆ ਇੰਦਰ ਦਾ। ਇਸ ਪ੍ਰਕਾਰ ਗੌਤਮ ਨਾਰ ਗਾਮੀ ਸਹਿਜ ਭਾਗ, ਹਜ਼ਾਰਾਂ ਭਗਾਂ ਹੋ ਗਈਆਂ। ਗੌਤਮ ਨਾਰ ਦੇ ਨਾਲ ਗਮਨ ਕਰਨ ਵਾਲਾ ਇੰਦਰ ਸਵਰਗ ਦਾ ਰਾਜਾ ਕੋੜੀ ਹੋ ਗਿਆ ਤੇ ਕਵਲਾਂ ਵਿੱਚ ਜਾ ਕੇ ਲੁਕ ਗਿਆ। ਜਿਸ ਵੇਲੇ ਮਾਨਸੋਚ ਕਵਲਾਂ 'ਚ ਲੁਕਿਆ, ਸ਼ਿਵ ਜੀ ਕਹਿਣ ਲੱਗਾ ਤੂੰ ਮੈਨੂੰ ਮੁਖੌਲ ਕਰਦਾ ਸੀ ਭੱਦਰ ਰੂਪ ਵੇਖ ਕੇ, ਤੇ ਹੁਣ ਵੇਖ ਤੇਰੀ ਕੀ ਹਾਲਤ ਬਣੀ ਹੈ। ਉਸ ਵੇਲੇ ਵਿਸ਼ਵਾਮਿੱਤਰ ਫਿਰ ਦੇਵਤਿਆਂ ਨੂੰ ਲਿਆਂਦਾ, ਬ੍ਰਹਸਪਤ ਦੇ ਤਾਈਂ ਦੇਵਤਿਆਂ ਨੂੰ ਲਿਆਂਦਾ, ਰਾਮ ਦਾ ਨਾਮ ਉਚਾਰਿਆ। ਫਿਰ ਇਹਦੇ ਨੇਤਰ ਜਿਹੜੇ ਉਹ ਜੂਨਾਂ ਤੋਂ ਸਾਰੇ ਨੇਤਰ ਬਣ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਇੰਦਰ
ਦੀ ਹਾਲਤ ਹੋਈ। ਇਉਂ ਗੋਤਮ ਨਾਲ ਗਮਨ ਭੋਗਣ ਵਾਲੇ ਦਾ ਸਹਿਸ ਹਜ਼ਾਰਾਂ ਦੇ ਸਿਰ ਤੇ ਕੋੜ ਹੋ ਗਏ, ਵਿਆਹੀਆਂ ਫਟ ਗਈਆਂ। ਇਹ ਹਾਲਤ ਹੋਈ ਇੰਦਰ ਦੀ। ਇਹ ਬੇਦੋਗਾ ਹੈ ਇਸ ਦੇ। ਅਜੇ ਵੀ ਮਨ ਮੰਨਦਾ ਨਹੀਂ ਕਿ ਐਡੇ ਐਡੇ ਸਵਰਗ ਦੇ ਰਾਜੇ ਵੀ ਕੋੜ ਨਾਲ ਮਾਰੇ ਗਏ। ਉਮਾਪਤ ਸੁਆਮੀ। ਫਿਰ ਉਮਾਪਤ ਸ਼ਿਵ ਜੀ ਜਿਹੜਾ ਸੀ, ਇਹ ਮੋਹਣੀ ਅਵਤਾਰ ਜਦੋਂ ਧਾਰਿਆ ਸੀ, ਉਸ ਵੇਲੇ ਸਾਧ ਸੰਗਤ ਜੀ ਮੋਹਣੀ ਅਵਤਾਰ ਨੂੰ ਕਹਿੰਦਾ ਵੀ ਜ਼ਹਿਰ ਮੈਂ ਤਾਂ ਲਵਾਂਗਾ, ਪਹਿਲਾਂ ਮੈਨੂੰ ਆਪਦਾ ਮੋਹਣੀ ਅਵਤਾਰ ਬਣਾ ਕੇ ਵਿਖਾ। ਉਸ ਵੇਲੇ ਵਿਸ਼ਨੂੰ ਜੀ ਨੇ ਕਿਹਾ ਕਿ ਤੈਂ ਮੋਹਣੀ ਅਵਤਾਰ ਤੋਂ ਕੀ ਲੈਣਾ, ਤੂੰ ਬਿਓਸ ਧਾਰਨ ਕਰ ਲੈ, ਨਾਮ ਦੇ ਪ੍ਰਤਾਪ ਨਾਲ ਜਰ ਲਵੇਂਗਾ। ਇਹ ਕਹਿਣ ਲੱਗਾ ਨਹੀਂ ਰੂਪ ਵਿਖਾ। ਜਦੋਂ ਰੂਪ ਵਿਖਾਇਆ ਸ਼ਿਵ ਜੀ ਦਾ ਚਿੱਤ ਚੱਲ ਨਾ ਰਿਹਾ। ਉਸ ਵੇਲੇ ਦੀ ਉਤਪੱਤੀ ਹੈ ਗੋਰਖਨਾਥ ਦੀ, ਮਛਿੰਦਰਨਾਥ ਆਦਿਕਾਂ ਦੀ, ਹਨੂਮਾਨ ਆਦਿਕ ਉਸੇ ਧਾਤੂ ਤੋਂ ਇਹ ਪੈਦਾ ਹੋਏ ਹਨ। ਇਹ ਹਾਲਤਾਂ ਵਿੱਚ ਕਾਮ ਨੇ ਸ਼ਿਵ ਜੀ ਦੀ ਇਹ ਹਾਲਤ ਕਰ ਦਿੱਤੀ। ਅਤੇ ਸਵਾਮੀ ਵਿਸ਼ਨੂੰ ਜੀ ਜਿਹੜੇ ਸਨ, ਉਸ ਵੇਲੇ ਸਾਧ ਸੰਗਤ ਜੀ ਸਵਾਮੀ ਵਿਸ਼ਨੂੰ ਜੀ ਜਿਹੜੇ ਸੀ, ਇਹ ਜਲੰਧਰ ਦੈਂਤ ਮਾਰਿਆ ਨਹੀਂ ਜਾਂਦਾ ਦੇਵਤਿਆਂ ਦੇ ਪਾਸੋਂ। ਤੇ ਉਸ ਵੇਲੇ ਇਹਨਾਂ ਨੇ ਕਿਹਾ ਵੀ ਕੋਈ ਜਲੰਧਰ ਦੀ ਇਸਤਰੀ ਦਾ ਸੱਤ ਤੋੜੋ, ਬ੍ਰਿੰਦਾ ਰਾਸ਼ਨੀ ਸੱਤ ਵਾਲੀ ਹੈ। ਇਹ ਸਾਰੇ ਦੇਵਤੇ ਡਰ ਗਏ ਉਹਦੇ ਸੱਤ ਨੂੰ ਵੇਖ ਕੇ। ਵਿਸ਼ਨੂੰ ਨੇ ਜਲੰਧਰ ਦੈਂਤ ਦਾ ਰੂਪ ਧਾਰ ਕੇ ਉਹਦਾ ਜੋ ਸੱਤ ਤੋੜਿਆ, ਉਹ ਕਹਿੰਦੀ ਜਾ ਪੱਥਰ ਬਣ। ਉਹਦਾ ਪੱਥਰ ਬਣ ਕੇ ਸਾਧ ਸੰਗਤ ਜੀ ਆ ਗੰਡਕਾ ਨਦੀ ਦਾ ਆ ਠਾਕ ਨਾਲ ਜਿਹੜੀ ਪੂਜਾ ਕਰਦੇ ਹੈ, ਇਹ ਵਿਸ਼ਨੂੰ ਪੱਥਰ ਬਣੇ ਦੀ ਪੂਜਾ ਹੋ ਰਹੀ ਹੈ ਉਸ ਰਾਖਸ਼ਨੀ ਦੇ ਸਰਾਪ ਦੇਣੇ ਕਰਕੇ। ਇਸ ਪ੍ਰਕਾਰ ਸਵਾਮੀ ਵਿਸ਼ਨੂੰ ਦੀ ਇਹ ਹਾਲਤ ਹੋਈ। ਫਿਰ ਕਹਿੰਦਾ ਤੂੰ ਮੇਰੇ ਤੁਲਸੀ ਬਣ ਕੇ ਚੜਿਆ ਕਰੇਂਗੀ, ਤਾਈਆਂ ਤੁਲਸੀ ਚੜਾਉਂਦੇ ਹੋ ਠਾਕਰਾਂ ਦੀ ਮੂਰਤ ਦੇ ਉੱਤੇ। ਇਹੀ ਜੀ ਹਾਲਤ ਇਹ ਵਿਸ਼ਨੂੰ ਦੀ ਵੀ ਇਹਨ ਕੀਤੀ ਵਕਾਰਨ, ਇਹੀ ਦੀ ਹਾਲਤ ਹੋਈ। ਸੀਸ ਧਰਨ ਫਿਰ ਬਰਮਾ ਜਿਹੜਾ ਸੀ, ਇਸ ਨੇ ਜਿਸ ਵੇਲੇ ਸਾਧ ਸੰਗਤ ਜੀ ਤਲੋਤਮਾ ਇੱਕ ਲੜਕੀ ਇਹਨ ਪੈਦਾ ਕੀਤੀ, ਕੁੱਲ ਦੁਨੀਆ ਦੀ ਸੁੰਦਰਤਾ ਖਿੱਚ ਕੇ। ਸੁੰਦ ਦੋ ਦੈਤ ਸੀ, ਉਹਨਾਂ ਨੂੰ ਮਾਰ ਕੇ ਜਦੋਂ ਆਈ, ਬ੍ਰਹਮਾ ਆਪਣੀ ਲੜਕੀ ਦੇ ਰੂਪ ਨੂੰ ਵੇਖ ਕੇ ਡੋਲ ਗਿਆ ਤੇ ਆਪਣੇ ਮੂੰਹ ਇਹਨ ਪੰਜ ਧਾਰਨ ਕੀਤੇ। ਪੰਜਵਾਂ ਮੂੰਹ ਜਿਹੜਾ ਸੀ ਸ਼ਿਵ ਜੀ ਨੇ ਉਹ ਤਰਸੂਲ ਨਾਲ ਕੱਟ ਦਿੱਤਾ, ਇਹਦੇ ਸ਼ਿਵ ਜੀ ਦੇ ਹੱਥ ਨਾਲ ਕਪਾਲੀ ਲੱਗ ਗਈ। ਇਸ ਪ੍ਰਕਾਰ ਬ੍ਰਹਮਾ ਨੇ ਵਿਸ਼ੇ ਦੇ ਮਾਰੇ ਹੋਏ ਨੇ ਸਿਰ ਇਸ ਤਰ੍ਹਾਂ ਪੰਜ ਧਾਰੇ। ਫਿਰ ਉਹ ਲੜਕੀ ਨੂੰ ਪਕੜ ਕੇ ਰੋਣੀ ਨਾਮ ਵਾਲਾ ਪੁੱਤਰ ਜਮਾ ਹੀ ਲਿਆ ਇਸਨੇ। ਇਸ ਪ੍ਰਕਾਰ ਬ੍ਰਹਮਾ ਦੀ ਇਹਨਾਂ ਵਿਸ਼ਿਆਂ ਨੇ ਦੁਰਦਸ਼ਾ ਕੀਤੀ। ਸੀਸ ਧਰਨ ਸਹਿਜ ਭਗ ਗਾਮੀ। ਸਹਿਜ ਭਗ ਇੰਦਰ ਦੇ ਹੋਏ ਗਮਨ ਕਰਨ ਵਾਲੇ ਦੇ ਗੌਤਮ ਦੀ ਇਸਤਰੀ ਨੂੰ ਉਹਾਂ ਪਰ ਸ਼ਿਵ ਜੀ ਦੀ ਦੁਰਦਸ਼ਾ ਹੋਈ ਤੇ ਸਵਾਮੀ ਵਿਸ਼ਨੂੰ ਪੱਥਰ ਬਣ ਕੇ ਪੂਜੀਦਾ ਹੈ। ਇਨ ਦੂਤਨ ਖਲ ਵੱਧ ਕਰ ਮਾਰੇ। ਇਹਨਾਂ ਦੂਤਨ ਕਾਮ ਆਦਿਕਾਂ ਨੇ ਖਲ ਨਿਸ਼ਚੇ ਕਰਕੇ, ਖਲੂ ਮੂਰਖ ਦੇ ਤਾਈ ਵੱਧ ਕਰਕੇ ਬੰਨ ਕਰਕੇ ਆਪਣੇ ਵਕਾਰਾਂ 'ਚ ਕੈਦੀ ਕਰਕੇ ਇਸ ਜੀਵ ਨੂੰ ਮਾਰਿਆ ਹੈ। ਵੱਡੂ ਨਿਲਾਜ ਅਜਹੂ ਨਹੀਂ ਹਾਰੇ। ਇਹ ਏਡਾ ਬੜਾ ਨਿਲਾਜ ਏਡੀਆਂ ਦੀਆਂ ਉਗਾਈਆਂ ਦਿੱਤੀਆਂ ਵੇਦਾਂ ਨੇ, ਅਜੇ ਵੀ ਇਹ ਵਿਸ਼ਿਆਂ ਵੱਲੋਂ ਹਾਰਦਾ ਨਹੀਂ। ਉਸ ਪਾਸੋਂ ਕਦੇ ਵੀ ਉਸ ਪਾਸੇ ਵੱਲੋਂ ਹਾਰ ਮੰਨ ਕੇ ਗੁਰੂ ਸਾਹਿਬ ਦੀ ਸ਼ਰਨ ਨਹੀਂ ਪੈਂਦਾ ਹੈ। ਕਹਿ ਰਵਿਦਾਸ ਕਹਾਂ ਕੈਸੇ। ਰਵਿਦਾਸ ਭਗਤ ਜੀ ਕਹਿੰਦੇ ਕੀ ਕਿਸੇ ਅੱਗੇ ਜਾ ਕੇ ਬੇਨਤੀ ਕਹੀਏ, ਕੀ ਕਿਸੇ ਨੇ ਸੁਣਨੀ ਹੈ ਸਾਡੀ ਬੇਨਤੀ, ਤੇ ਕੈਸਾ ਸਾਧਨ ਕਰੀਏ ਕੋਈ ਕਿਸੇ ਪ੍ਰਕਾਰ ਦਾ। ਬਿਨ ਰਘਨਾਥ ਸਰਨ ਕਾ ਕੀ ਲੀਜੈ। ਰਾਗਵਾਂ ਦੀ ਕੁਲ ਦਾ ਨਾਥ ਨਾਮ ਹੈ ਰਾਮ ਦਾ, ਰਾਮ ਨਾਮ ਹੈ ਪਰਮੇਸ਼ਵਰ ਦਾ। ਬਿਨਾਂ ਪਰਮੇਸ਼ਰ ਤੋਂ ਕਿਹਦੀ ਸ਼ਰਨ ਲੈਣਾ ਕਰੀਏ, ਇੱਕ ਪਰਮੇਸ਼ਰ ਦੀ ਸ਼ਰਨ ਲੈਣੀ ਹੈ। ਗਿਆਨੀ ਵਿਵੇਕਾ ਸਿੰਘ ਜੀ ਰਗ ਸ਼ਬਦ ਇੰਦਰੀਆਂ ਦਾ ਅਰਥ ਕਰਿਆ ਕਰਦੇ, ਤਰਨ ਤਾਰਨ ਸਾਹਿਬ ਪੜ੍ਹਾਇਆ ਕਰਦੇ। ਉਹ ਕਹਿੰਦੇ ਬਿਨਾਂ ਰਗ ਜੋ ਇੰਦਰੀਆਂ ਰਗਾਂ ਆਦਿ ਕਹਨਗੀਆਂ, ਇਹਨਾਂ ਦਾ ਜਿਹੜਾ ਨੱਥਣ ਵਾਲਾ ਪਰਮੇਸ਼ਰ, ਇੰਦਰੀਆਂ ਨੂੰ ਚਲਾਉਣ ਵਾਲਾ, ਉਸ ਪਰਮੇਸ਼ਰ ਤੋਂ ਬਗੈਰ ਸ਼ਰਨ ਕਿਹਦੀ ਲੈਣੀ ਹੈ। ਜੇ ਰਾਗਮਾਂ ਦੀ ਕੁਲ ਦਾ ਨਾਥ ਰਾਮ ਕਹਿ ਦਈਏ, ਰਾਮ ਇੱਥੇ ਸ੍ਰੀ ਰਾਮਚੰਦਰ ਦਾ ਨਾਮ ਨਹੀਂ, ਸੀਤਾ ਪਿੱਛੇ ਰੋਵੇ ਰਾਮ ਨਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਇੱਥੇ ਪਰਮੇਸ਼ਰ ਦਾ ਵਾਚਕ ਹੀ ਹੈ। ਇਹ ਕਾਵ ਦੇ ਝਲਕ ਦੇ ਨਾਲ ਰਾਮ ਸ਼ਬਦ ਕਹਿਣ ਵਾਸਤੇ ਇਸ ਤਰੀਕੇ ਨਾਲ ਵਰਤਿਆ ਸਮਝਣਾ। ਬਿਨਾਂ ਉਹ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਚਲਾਉਣ ਵਾਲਾ ਹੈ, ਉਸ ਤੋਂ ਬਿਨਾਂ ਕਿਹਦੀ ਸ਼ਰਨ ਲਈਏ। ਇੱਕ ਵਾਹਿਗੁਰੂ ਦੀ ਸ਼ਰਨ ਲੈਣੀ ਯੋਗ ਹੈ ਜੋ ਆਪ ਮੁਕਤ ਮੋਹਿ ਤਾਰੇ। ਇਸ ਕਰਕੇ ਇੱਥੇ ਜੈਸੀ ਰਾਗਣੀ ਸਮਾਪਤ ਕੀਤੀ ਹੈ ਭਗਤ ਰਵਿਦਾਸ ਜੀ ਦਾ ਸ਼ਬਦ ਉਚਾਰਨ ਕਰਕੇ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਜਿਨ ਰਘਨਾਥ ਸਰਨ ਕਾ ਕੀ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹਿ ਹਮਾਰੀ। ਰਹਾਉ ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾ ਛੋੜ ਅਲੇਖਾ ਛੁਟਹਿ, ਹਮ ਨਿਰਗੁਣ ਲੇਹ ਉਬਾਰੀ। ਸਤਿਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਏ ਬਾਰੀ। ਸਤਿਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਏ ਬਾਰੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਟੂਡੀ ਮਹੱਲਾ ਚੌਥਾ। ਘਰ ਪਹਿਲਾ। ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਦੀਨ ਦਿਆਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਸ ਵਕਤ ਗੁਰਦਾ ਦੇ ਮਾਲਕ ਸੱਚੇ ਪਾਤਸ਼ਾਹ ਜੀ ਹੋਏ ਹਨ, ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਦੇ ਤੇ ਮੋਹਤ ਹੋ ਕਰਕੇ ਪ੍ਰੇਮ ਦੇ ਨਾਲ ਆ ਕੇ ਪ੍ਰਸ਼ਨ ਕੀਤਾ ਕਿ ਤੁਹਾਨੂੰ ਗਰੀਬ ਨਵਾਏ ਅੰਤਰਜਾਮੀ ਨੇ ਕਿਹੜੀ ਕਿਹੜੀ ਬਖਸ਼ਿਸ਼ ਕੀਤੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਪਰਮੇਸ਼ਵਰ ਦੇ ਨਾਮ ਨਾਲ ਪਿਆਰ ਪਹਿਲਾਂ ਕਥਨ ਕੀਤਾ, ਫਿਰ ਗਿਆਨ ਤੇ ਨਾਮ ਸਤਿਗੁਰਾਂ ਤੋਂ ਪ੍ਰਾਪਤ ਹੋਇਆ ਇਹ ਦੱਸਣਗੇ।
ਭਾਈ ਬੁੱਢਾ ਸਾਹਿਬ ਜੀ ਪਰਖਣ ਵਾਸਤੇ ਆਪ ਦੇ ਆਏ ਹਨ ਕਿ ਆਪ ਦਾ ਦੇਖੀਏ ਜਿਵੇਂ ਪਹਿਲੇ ਸਤਿਗੁਰਾਂ ਦਾ ਤੀਜੇ ਪਾਤਸ਼ਾਹ ਨਿਸ਼ਚਾ ਹੈ, ਉਸੇ ਨਿਸ਼ਚੇ ਅਨੁਸਾਰ ਹੈ ਕਿ ਲਹਿਰਾ ਕੋ ਨਿਸ਼ਚਾ ਰੱਖਦੇ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕੋਈ ਜੋਤ ਸੀ, ਜੋਤ ਉਹ ਹੈ ਜੁਗਤ ਸਾਹਸ ਹੈ ਕਾਇਆ ਫੇਰ ਪ੍ਰਤੀ ਹੈ, ਇੱਕੋ ਹੀ ਨਿਸ਼ਚਾ ਹੈ ਅਤੇ ਇੱਕੋ ਹੀ ਬ੍ਰਹਮ ਗਿਆਨ ਹੈ, ਇੱਕੋ ਹੀ ਨਾਮ ਦੀ ਦਾਤ ਦੇਣੀ ਹੈ। ਸਤਿਗੁਰਾਂ ਨੇ ਪ੍ਰੇਮ ਬਖਸ਼ਦੇ ਹਨ, ਹਉਮੈ ਦਾ ਤਿਆਗ ਕਰਾਉਂਦੇ ਹੈ, ਧਾਣਾ ਮਨਾਉਂਦੇ ਹੈ। ਸਤਿਗੁਰੂ ਜੀ ਸਾਰਿਆਂ ਗੁਣਾਂ ਸੰਪੰਨ ਗੁਰੂ ਰਾਮਦਾਸ ਸਾਹਿਬ ਜੀ ਭਾਈ ਬੁੱਢੇ ਸਾਹਿਬ ਦੇ ਦਰਸ਼ਨ ਕਰਨ ਤੋਂ ਕਿ ਇਹਨਾਂ ਦੇ ਮਨ ਵਿੱਚ ਕੀ ਵਿਚਾਰ ਹੈ ਪੁੱਛ ਕੇ ਆਓ ਤਾਂ ਮਹਾਰਾਜ ਸਾਹਿਬ ਜੀ ਦੇ ਪਾਸ ਭਾਈ ਬੁੱਢਾ ਸਾਹਿਬ ਜੀ ਆਏ ਤੋਂ ਮੈਂ ਬੇਨਤੀ ਕੀਤੀ ਕਿ ਮਹਾਰਾਜ ਆਪ ਦਾ ਮਨ ਕਿਹੜੀ ਚੀਜ਼ ਦੇ ਨਾਲ ਪਿਆਰ ਬਹੁਤਾ ਕਰਦਾ ਹੈ। ਤਾਂ ਸੁਣ ਕੇ ਮਹਾਰਾਜ ਨੇ ਪਵਿੱਤਰ ਟੋਡੀ ਰਾਗ ਦਾ ਇੱਕੋ ਹੀ ਸ਼ਬਦ ਹੈ ਮਹਾਰਾਜ ਚੌਥੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਆਦਿ ਵਿੱਚ ਮਹਾਮੰਤਰ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲ ਵਾਗ ਰੂਪ ਹੈ, ਨਾਮ ਪ੍ਰਸਿੱਧ ਹੈ ਅਤੇ ਕਰਤਾ ਸਾਰੀ ਸਿੱਧ ਨੂੰ ਰਚਣ ਵਾਲਾ ਹੈ। ਫਿਰ ਪੁਰਖ ਪੂਰਨ ਸਾਰਿਆਂ ਥਾਂ ਵਿੱਚ ਨਿਰਭਉ ਭੈ ਤੋਂ ਬਿਨਾ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਸਾਰਿਆਂ ਦਾ ਆਪਣਾ ਆਪ ਰੂਪ ਹੋਣੇ ਤੇ ਅਕਾਲ ਮੂਰਤ ਕਾਲ ਤੋਂ ਰਹਿਤ ਮੂਰਤ ਸਰੂਪ ਹਸਤੀ ਹੈ ਮਹਾਰਾਜ ਦੀ, ਅਜੂਨੀ ਅਜਨਮਾ ਸਰੂਪ ਹੈ, ਸਹਿਗੁਣ ਸਦੇ ਪ੍ਰਕਾਸ਼ ਰੂਪ ਹੈ, ਸਾਰਿਆਂ ਦਾ ਗੁਰੂ ਹੈ, ਸਾਰਿਆਂ ਦੇ ਪ੍ਰਸਾਦ ਕਿਰਪਾ ਬਿਸ਼ਤੀ ਕਰਨ ਵਾਲਾ ਹੈ। ਇਉਂ ਗੁਰਾਂ ਦੀ ਕਿਰਪਾ ਕਰਕੇ ਉਹ ਸਰੂਪ ਪ੍ਰਾਪਤ ਹੁੰਦਾ ਹੈ। ਆਪ ਵਿੱਚ ਮਹਾਮੰਤਰ ਉਚਾਰਨ ਕਰਕੇ ਹੁਣ ਬਾਣੀ ਮਾਰ ਆਰੰਭ ਕਰਦੇ। ਟੋਡੀ ਰਾਗਣੀ ਦੇਸੀ ਰਾਗਣੀ ਹੈ, ਚੌਥੇ ਪਾਤਸ਼ਾਹ ਉਚਾਰਨ ਕਰਦੇ ਹਨ। ਘਰ ਪਹਿਲੇ ਘਰ ਸੁਰਤਾਲ ਵਿੱਚ ਹਰ ਬਿਨ ਰਹਿ ਮਨ ਮੇਰਾ। ਇਹ ਭਾਈ ਬੁੱਢਾ ਸਾਹਿਬ ਜੀ ਸਾਡਾ ਜਿਹੜਾ ਮਨ ਹੈ ਹਰੀ ਅਕਾਲ ਪੁਰਖ ਤੋਂ ਬਗੈਰ ਰਹਿ ਨਹੀਂ ਸਕਦਾ ਹੈ। ਜਿਵੇਂ ਮੱਛੀ ਪਾਣੀ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ, ਇਵੇਂ ਮਨ ਸਾਡਾ ਪਰਮੇਸ਼ਰ ਤੋਂ ਬਗੈਰ ਹਰੀ ਤੋਂ ਨਾਮ ਤੋਂ ਬਿਨਾਂ ਕਦੇ ਵੀ ਜਿਉਂਦਾ ਨਹੀਂ ਰਹਿ ਸਕਦਾ ਹੈ। ਸਾਡਾ ਜੀਵਨ ਹੀ ਪਰਮੇਸ਼ਰ ਹੈ। ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ। ਮੇਰੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮੇਰਾ ਪ੍ਰੀਤਮ ਪ੍ਰਾਣਾ ਦਾ ਆਸਰਾ ਰੂਪ ਹਰੀ ਹੈ, ਪਰਮ ਪ੍ਰੇਮ ਦਾ ਆਸਪਦ ਹੈ, ਉਹ ਸਰੀਰ ਪ੍ਰਭੂ ਸਮਰੱਥ ਦੇ ਨਾਲ ਹੈ ਜਾਂ ਪ੍ਰਭੂ ਜੋ ਰੱਖਕ ਹੈ ਉਹਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਮੇਲ ਦਿੱਤਾ ਹੈ। ਗੁਰੂ ਅਮਰਦਾਸ ਜੀ ਨੇ ਬਹੁਰ ਨਾ ਭਵ ਜਲ ਫੇਰਾ। ਇਸ ਕਰਕੇ ਭਾਈ ਬੁੱਢਾ ਸਾਹਿਬ ਜੀ ਫੇਰ ਹੁਣ ਸੰਸਾਰ ਸਮੁੰਦਰ ਵਿੱਚ ਫੇਰਾ 84 ਦਾ ਨਹੀਂ ਆਉਣਾ ਪਏਗਾ, ਜਨਮ ਮਰਨ ਚ ਨਹੀਂ ਆਵਾਂਗੇ। ਰਹਾਉ ਮੇਰਾ ਹੀਰ ਲੋਚ ਲੱਗੀ ਪ੍ਰਭ ਕੇਰੀ। ਰਹਾਉ ਬਸਰਾਮ ਦੇ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡੇ ਹਿਰਦੇ ਵਿੱਚ ਲੋਚ ਇੱਛਾ ਲੱਗੀ ਹੋਈ ਸੀ ਦਰਸ਼ਨ ਕਰਨ ਦੀ ਪ੍ਰਭੂ ਦੀ। ਹਰ ਨੈਨੋ ਹਰ ਪ੍ਰਭ ਹੀਰਾ। ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਬਿਸ਼ਤੀ ਕਰਕੇ ਜੋ ਹਰੀ ਪ੍ਰਭੂ ਰੱਖਿਆ ਕਰਨ ਵਾਲਾ ਸਾਰਿਆਂ ਦੀ, ਉਹ ਹਰੀ ਸਭ ਦੇ ਨੇਤਰਾਂ ਦਾ ਦ੍ਰਿਸ਼ਟਾ ਜਿਹੜਾ ਹੈ ਉਹਨਾਂ ਨੂੰ ਮਨਬੁੱਧ ਰੂਪੀ ਨੇਤਰਾਂ ਨਾਲ, ਵਿਰਾਗ ਵੇਖ ਰੂਪੀ ਨੇਤਰਾਂ ਨਾਲ ਅਸੀਂ ਉਹ ਹਰੀ ਪ੍ਰਭੂ ਨੂੰ ਵੇਖਿਆ, ਦਰਸ਼ਨ ਕੀਤੇ ਹਨ। ਸਤਿਗੁਰ ਦਿਆਲ ਹਰ ਨਾਮ ਦਿੜਾਇਆ। ਸਤਿਗੁਰੂ ਸਾਹਿਬ ਜੀ ਦਿਆਲੂ ਹੋਏ, ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸਾਨੂੰ ਦ੍ਰਿੜ ਕਰਾਤਾ, ਪੱਕੀ ਤਰ੍ਹਾਂ ਵਸਾਤਾ ਦਿਲ ਚ। ਹਰ ਪਾਦਰ ਹਰ ਪ੍ਰਭ ਕੀਰਾ। ਇਹ ਭਾਈ ਬੁੱਢਾ ਸਾਹਿਬ ਜੀ ਹਰੀ ਪ੍ਰਭੂ ਦੀ ਪ੍ਰਾਪਤੀ ਕੇਰਾ ਦਾਦਾ। ਇਹ ਹਰੀ ਦਾ ਨਾਮ ਜਪਣਾ ਹੀ ਪੱਧਰ ਰਸਤਾ ਹੈ। ਪੱਧਰ ਰਸਤਾ ਜਿਵੇਂ ਬਿੰਗਵਾਲ ਨਾ ਹੋਵੇ, ਗੰਡੀ ਪਗਡੰਡੀ ਆਦਿਕ ਨਾ ਹੋਵੇ, ਸ਼ਾਹੀ ਰਸਤਾ ਹੋਵੇ ਜਿਸ ਪ੍ਰਕਾਰ ਗਾਡੀ ਰਾਹ ਜਿਸ ਪ੍ਰਕਾਰ ਹੁੰਦਾ ਹੈ, ਇਸ ਪ੍ਰਕਾਰ ਹਰੀ ਪ੍ਰਭੂ ਦਾ ਸਿੱਧਾ ਰਾਹ ਹੈ, ਪੱਧਰਾ। ਇਹਦੇ 'ਚ ਕੋਈ ਬਿੰਗਵਾਲ ਨਹੀਂ। ਜਿਹੜਾ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਹੈ, ਇਹ ਸਿੱਧਾ ਪਰਮੇਸ਼ਰ ਨਾਲ ਮਿਲਣ ਵਾਲਾ ਰਸਤਾ ਦੱਸਿਆ ਹੈ। ਹਰ ਰੰਗੀ ਹਰ ਨਾਮ ਪ੍ਰਭ ਪਾਇਆ। ਜਿਹੜਾ ਹਰੇਕਾਂ ਰੰਗਾਂ ਵਿੱਚ ਰੰਗਿਆ ਹੋਇਆ ਹੈ, ਜਿਸ ਦਾ ਨਾਮ ਹਰੀ ਹੈ ਅਤੇ ਪ੍ਰਭੂ ਜੋ ਰੱਖਿਆ ਕਰਨ ਵਾਲਾ ਹੈ, ਉਹ ਪ੍ਰਭੂ ਸਤਿਗੁਰਾਂ ਦੁਆਰਾ ਹਰੇਕ ਨੂੰ ਰੰਗੀ ਆਨੰਦ ਦੇਣ ਵਾਲਾ ਜੋ ਪਰਮੇਸ਼ਰ ਹੈ, ਹਰ ਪ੍ਰਭੂ ਨੂੰ ਅਸੀਂ ਪਾਇਆ ਹੈ। ਹਰ ਗੋਬਿੰਦ ਹਰ ਪ੍ਰਭ ਕੇਰਾ। ਹਰੀ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ ਅਤੇ ਹਰੀ ਪ੍ਰਭੂ ਉਸ ਦੇ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ। ਹਰ ਗੋਬਿੰਦ ਹਰ ਪ੍ਰਭ ਕੇਰਾ। ਹਰ ਗੋਬਿੰਦ ਜੋ ਹਰੀ ਪ੍ਰਭੂ ਅਕਾਲ ਪੁਰਖ ਆਪ ਹੈ, ਪ੍ਰਿਥਵੀ ਦੀ ਰੱਖਿਆ ਕਰਨ ਵਾਲਾ,
ਉਹ ਸ੍ਰੀ ਪ੍ਰਭੂ ਦੇ ਹਾਂ। ਹਰ ਹਿਰਦੈ ਮਨ ਤਨ ਮੀਠਾ ਲਾਗਾ। ਹਰੀ ਦਾ ਨਾਮ ਹਿਰਦੇ 'ਚ, ਮਨ 'ਚ ਵੀ, ਤਨ 'ਚ ਵੀ। ਜਦੋਂ ਮਨ ਜੋ ਹਿਰਦੇ 'ਚ ਰਹਿਣ ਵਾਲਾ ਹੈ ਅਤੇ ਮਨ ਸਿਰੋਮਣੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਅਤੇ ਤਨ ਸਰੀਰ ਦੇ ਅੰਦਰ ਮਿੱਠਾ ਪਿਆਰਾ ਲੱਗਿਆ। ਮੁਖ ਮਸਤਕ ਭਾਗ ਚੰਗੇਰਾ। ਸਾਡੇ ਮੁਖ ਸਿਰੋਮਣੀ ਮਸਤਕ ਮੱਥੇ ਦੇ ਭਾਗ ਚੰਗੇ ਤੋਂ ਚੰਗੇ ਹੋਏ। ਅੰਤਾ ਕਰਨ ਮੁਖੀ ਭਾਗ ਜਾਗ ਪੇ ਕਰਮ ਨਿਸ਼ਕਾਮ ਕਰਮ। ਲੋਭ ਵਿਕਾਰ ਜਿਨ੍ਹਾਂ ਮਨ ਲਾਗਾ। ਜਿਨ੍ਹਾਂ ਪੁਰਖਾਂ ਦਾ ਪਦਾਰਥਾਂ ਦੇ ਜੋੜਨ ਦੇ ਲੋਭ ਵਿੱਚ ਤੇ ਵਿਕਾਰਾਂ ਦੇ ਭੋਗਣ 'ਚ ਮਨ ਲੱਗਾ ਹੋਇਆ ਹੈ। ਹਰ ਵਿਸਰਿਆ ਪੁਰਖ ਚੰਗੇਰਾ। ਉਹ ਚੰਗੇ ਤੋਂ ਚੰਗਾ ਜੋ ਪਰਮੇਸ਼ਰ ਪਿਆਰਾ ਹੈ, ਹਰੀ ਪੂਰਨ ਜਿਨ੍ਹਾਂ ਨੂੰ ਭੁੱਲ ਗਿਆ ਹੈ। ਕੋਈ ਮਨਮੁਖ ਮੂੜ ਅਗਿਆਨੀ ਕਹੀਆ ਹੈ। ਉਹਨਾਂ ਦਾ ਨਾਮ ਭਾਈ ਬੁੱਢਾ ਸਾਹਿਬ ਜੀ ਮਨਮੁਖ ਕਹੀਦਾ ਹੈ। ਅਤੇ ਮੂੜ ਉਹ ਬਖਈ ਪੁਰਖ ਹਨਗੇ। ਅਗਿਆਨੀ ਅਵਰਨ ਦਾ ਪੜਦਾ ਸਰੂਪ ਵੱਲੋਂ ਕਹੀਦੇ ਹਨ। ਤਿੰਨ ਮਸਤਕ ਭਾਗ ਮੰਦੇਰਾ। ਉਹਨਾਂ ਦੇ ਮੱਥੇ ਦੇ ਮੰਦੇ ਤੋਂ ਮੰਦੇ ਭਾਗ ਹਨ। ਉਹਨਾਂ ਨੇ ਕੋਈ ਚੰਗੀ ਕਰਨੀ ਨਹੀਂ ਕੀਤੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ। ਅਸੀਂ ਤਾਂ ਜੀਵ ਦੀ ਏਕਤਾ ਕਰਨ ਵਾਲੀ ਵਿਚਾਰ ਵਾਲੀ ਬੁੱਧੀ ਹੈ ਜਿਹੜੀ ਆਤਮ ਵਿਸ਼ੇਣੀ ਬੁੱਧ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਹੈ। ਗੁਰ ਗਿਆਨ ਗੁਰੂ ਪ੍ਰਭ ਕੇਰਾ। ਸਾਨੂੰ ਗੁਰ ਗਿਆਨ ਅਪਰੋਹ ਗਿਆਨ ਪ੍ਰਾਪਤ ਹੋਇਆ ਹੈ। ਗੁਰੂ ਚੇਤਨ ਸਰੂਪ ਜੋ ਪ੍ਰਭੂ ਰਾਖਾ ਹੈ ਉਸਦਾ ਗੁਰ ਗਿਆਨ, ਗੁਰਾਂ ਦੁਆਰਾ ਗਿਆਨ, ਗੁਰੂ ਅਪਰੋਹ ਗਿਆਨ ਪ੍ਰਾਪਤ ਹੈ ਪ੍ਰਭੂ ਅਕਾਲ ਪੁਰਖ ਦਾ। ਜਨ ਨਾਨਕ ਨਾਮ ਗੁਰੂ ਤੇ ਪਾਇਆ। ਸਤਿਗੁਰੂ ਸਾਹਿਬ ਜੀ ਕਹਿੰਦੇ ਸੀ ਜਨਾਂ ਨੇ ਨਾਮ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ। ਧੁਰ ਮਸਤਕ ਭਾਗ ਲਖੇਰਾ। ਇਹ ਧੁਰਾਂ ਹੀ ਪਰਮੇਸ਼ਰ ਨੂੰ ਸਾਡੇ ਮੱਥੇ ਦੇ ਚੰਗੇ ਕਰਮ ਲਖੇਰਾ ਲਿਖ ਦਿੱਤੇ, ਨਿਸ਼ਕਾਮ ਕਰਮ। ਇਸ ਕਰਕੇ ਗੁਰਾਂ ਦੁਆਰਾ ਸਾਨੂੰ ਅੰਮ੍ਰਿਤ ਨਾਮ ਪ੍ਰਾਪਤ ਹੋਇਆ ਹੈ। ਟੂਡੀ ਮਹੱਲਾ ਪੰਜਵਾ। ਘਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਤਨ ਅਵਰ ਨਾ ਕਾਹੂ ਜਾਨੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਸੰਤਾਂ ਦੇ ਲੱਖਣ ਸਿੱਖਾਂ ਨੇ ਮੰਜੀ ਸਾਹਿਬ ਦੀਵਾਨ ਵਿੱਚ ਪੁੱਛਿਆ ਤੇ ਮਹਾਰਾਜ ਉੱਤਰ ਦਿੰਦੇ ਨੇ, ਹੇ ਗੁਰਸਿੱਖੋ, ਸੰਤ ਭਗਤ ਜੋ ਹਨ ਇੱਕੋ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਪਹਿਲੇ ਘਰ ਸਰਦਾਰ ਦੀ ਦੋਨੋਂ ਪੌੜੀਆਂ ਵਾਲੇ ਸ਼ਬਦ ਹਨ। ਸੰਤਨ ਅਵਰ ਨਾ ਕਾਹੂ ਜਾਨੀ। ਸੰਤਾਂ ਭਗਤਾਂ ਜਿਨ੍ਹਾਂ ਨੂੰ ਸਾਸ ਗਿਆਸ ਪਰਮੇਸ਼ਰ ਨਹੀਂ ਭੁੱਲਦਾ, ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨੂੰ ਨਹੀਂ ਜਾਣਿਆ। ਸੰਤਾਂ ਮਹਾਤਮਾ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਨੂੰ ਜਾਣਿਆ, ਹੋਰ ਨਹੀਂ ਕਿਸੇ ਨੂੰ ਜਾਣਿਆ ਸੰਤਾਂ ਭਗਤਾਂ ਤੋਂ ਬਿਨਾਂ। ਸੰਤ ਨੇ ਅਵਰ ਨਾ ਕਾਹੂ ਜਾਨੀ। ਸੰਤਾਂ ਨੇ ਅਵਰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਕਿਸੇ ਪ੍ਰਕਾਰ ਦੇ ਨਾਲ ਕਿਸੇ ਦੀ ਮੋਹ ਆਦਿਕਾਂ ਦੀ ਪ੍ਰੀਤੀ ਕਰਨੀ ਨਹੀਂ ਜਾਣੀ। ਸੰਤਾਂ ਨੇ ਅਵਰ ਨਾ, ਸੰਤਾਂ ਨੇ ਉਸ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ, ਅਵਰ ਹੋਰ ਕਿਸੇ ਨਹੀਂ ਜਾਣਿਆ ਹੈ। ਬੇਪਰਵਾਹ ਸਦਾ ਰੰਗ ਹਰ ਕੈ। ਸੰਤਾਂ ਨੂੰ ਬਿਨਾਂ ਪਰਮੇਸ਼ਰ ਤੋਂ ਅਵਰ ਕਿਸੇ ਨੂੰ ਜਾਣਿਆ ਹੀ ਨਹੀਂ, ਇੱਕ ਵਾਹਿਗੁਰੂ ਨੂੰ ਜਾਣਦੇ ਹਨ। ਬੇਪਰਵਾਹ ਸਦਾ ਰੰਗ ਹਰ ਕੈ। ਉਹ ਬੇਪਰਵਾਹ ਰਹਿੰਦੇ, ਉਹਨਾਂ ਨੂੰ ਪਰਵਾਹ ਨਹੀਂ ਕਿਸੇ ਦੀ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ। ਇਸ ਪ੍ਰਕਾਰ ਕਿਸੇ ਪਦਾਰਥ ਦੀ ਪਰਵਾਹ ਨਹੀਂ, ਕਿਸੇ ਦੇਵੀ ਦੇਵਤੇ ਦੀ ਉਪਾਸਨਾ ਦੀ ਪਰਵਾਹ ਨਹੀਂ ਉਹਨਾਂ ਦੀ ਤਾਂ ਹੀ ਕਿਸੇ ਪ੍ਰਕਾਰ ਦੀ। ਸਦਾ ਰੰਗ ਹਰ ਕੈ। ਸਦਾ ਹਰੀ ਦੇ ਪ੍ਰੇਮ ਵਿੱਚ ਹੀ ਰੰਗੇ ਰਹਿੰਦੇ ਹਨ ਮਹਾਂਪੁਰਖ। ਜਾ ਕੋ ਪਾਖ ਸੁਆਮੀ। ਇਹਨਾਂ ਦਾ ਪੱਖ ਕਰਦਾ ਸੁਆਮੀ ਅਕਾਲ ਪੁਰਖ ਆਪ ਰੱਖਿਆ ਕਰਦਾ ਹੈ। ਰਹਾਉ ਊਚ ਸਮਾਨਾ ਠਾਕੁਰ ਤੇਰੂ। ਇਹ ਠਾਕੁਰ ਅਕਾਲ ਪੁਰਖ ਤੇਰਾ ਊਚ ਸਮਾਨਾ ਜਸ ਰੂਪੀ ਸਮਾਨ ਛਾਇਆਵਾਨ ਜੋ ਹੈ, ਇਹ ਤੇਰਾ ਚੰਦੋਆ ਮਾਰਾ ਬੜਾ ਉੱਚਾ ਜਸ ਰੂਪੀ ਹੈ। ਅਵਰ ਨਾ ਕਾਹੂ ਤਾਨੀ। ਇਹ ਮਾਰਾ ਹੋਰ ਕਿਸੇ 'ਚ ਆਪਦੀਆਂ ਭਗਤੀ ਰੂਪ ਸੱਚੇ ਪਾਤਸ਼ਾਹ ਕਨਾਤਾਂ ਤਾਣੀਆਂ ਹੋਈਆਂ ਹਨ ਤੇ ਪ੍ਰੀਤ ਰੂਪੀ ਰੱਸੀਆਂ ਨਾਲ ਬੰਨਿਆ ਹੋਇਆ ਹੈ। ਹੋਰ ਨਹੀਂ ਕਿਸੇ 'ਚ ਤਾਣ ਬਲ ਤਾਣਨ ਦਾ। ਤੇਰਾ ਹੀ ਜਸ ਰੂਪੀ ਚੰਦੋਆ ਸਭ ਤੋਂ ਉੱਚਾ ਹੈ ਜਿਸ ਵਿੱਚ ਭਗਤੀ ਦੀਆਂ ਕਨਾਤਾਂ ਤਾਣੀਆਂ ਹੋਈਆਂ ਹਨ। ਅਥਵਾ ਉੱਚ ਸਮਾਨਾ ਠਾਕੁਰ ਤੇਰੋ। ਇਹ ਠਾਕੁਰ ਅਕਾਲ ਪੁਰਖ ਜਿਹੜਾ ਉੱਚਾ ਆਕਾਸ਼ ਹੈ, ਇਹ ਤੇਰਾ ਸਮਾਨਾ ਛਾਇਆਵਾਨ ਹੈ ਸੱਚੇ ਪਾਤਸ਼ਾਹ ਚੰਦੋਆ ਹੈ ਤੇਰਾ ਸੁੰਦਰ। ਅਵਰ ਨਾ ਸਭ ਤੋਂ ਉੱਚਾ ਜੋ ਸਮਾਇਆ ਹੋਇਆ ਤੇਰਾ ਆਕਾਸ਼ ਰੂਪ। ਅਵਰ ਨਾ ਕਾਹੂ ਤਾਨੀ। ਅਤੇ ਚੰਦ ਤੇ ਸੂਰਜ ਦੋ ਮਾਰਾ ਛੱਬੇ ਲਾਏ ਹੋਏ ਹੈ, ਤਾਰੇ ਜਿਹੜੇ ਬਲੌਰ ਚਮਕਦੇ ਹੈ। ਇਸ ਪ੍ਰਕਾਰ ਦਾ ਜੋ ਚੰਦੋਆ ਜਿਹੜਾ ਆਪਦਾ ਹੈ
ਇਹ ਜਿਹਾ ਹੋਰ ਕਿਸੇ 'ਚ ਤਾਣ ਬਲ ਨਹੀਂ ਜਿਹੜਾ ਤਾਣ ਸਕੇ। ਇਹ ਆਪ ਦੀ ਸੱਤਾ ਨਾਲ ਹੀ ਸੱਚੇ ਪਾਤਸ਼ਾਹ ਬਣਾਉਣਾ ਕੀਤਾ। ਤੇ ਇਹ ਕਿਸੇ 'ਚ ਕੀ ਬਲ ਹੋਇਆ ਕਿ ਹੋਰ ਕੋਈ ਤਾਣ ਸਕੇ। ਦਸੋ ਦਸਾਂ ਦੀਆਂ ਕਨਾਤਾਂ ਵਿੱਚ ਇਹ ਆਪ ਤਾਣਿਆ ਹੋਇਆ ਆਕਾਸ਼। ਇਸ ਪ੍ਰਕਾਰ ਦਾ ਹੋਰ ਕਿਸੇ ਨੂੰ ਤਾਣਨ ਦੀ ਸ਼ਕਤੀ ਨਹੀਂ ਹੈ। ਐਸੋ ਅਮਰ ਮਿਲਿਓ ਭਗਤਨ ਕੋ। ਅਮਰ ਨਾ ਇੱਥੇ ਪਾਤਸ਼ਾਹੀ ਦਾ ਅਰਥ ਕਰਨਾ, ਅਮਰ ਨਾ ਹੁਕਮ ਦਾ ਹੁੰਦਾ ਹੈ ਨਾ। ਐਸਾ ਅਮਰ ਪਾਤਸ਼ਾਹੀ ਪ੍ਰਤਾਪ ਭਗਤਾਂ ਨੂੰ ਮਹਾਰਾਜ ਸਾਹਿਬ ਨੂੰ ਬਖਸ਼ਿਆ ਹੈ। ਰਾਜ ਰਹੇ ਰੰਗ ਗਿਆਨੀ। ਗਿਆਨਵਾਨ ਵਾਹਿਗੁਰੂ ਦੇ ਪ੍ਰੇਮ ਰੰਗ 'ਚ ਹੀ ਰਚੇ ਰਹਿੰਦੇ, ਹਰ ਵਕਤ ਹੋਰ ਪਾਸੇ ਚਿੱਤ ਨਹੀਂ ਜੁੜਦੇ। ਐਸੀ ਪਾਤਸ਼ਾਹੀ ਕਰਦੇ, ਐਸਾ ਹੁਕਮ ਚੱਲਦਾ ਉਹਨਾਂ ਦਾ ਸੰਸਾਰ ਵਿੱਚ। ਮਰਨ ਤੋਂ ਰਹਿਤ ਪਦਵੀ ਨੂੰ ਪਾ ਲਿਆ ਹੈ। ਰੋਗ ਸੋਗ ਦੁੱਖ ਜਰਾ ਮਰਾ। ਉਹਨਾਂ ਮਹਾਂਪੁਰਖਾਂ ਨੂੰ ਸਰੀਰਕ ਰੋਗ, ਪਦਾਰਥਾਂ ਦੇ ਵਿਛੋੜੇ ਦਾ ਸੋਗ, ਜੰਮਣ ਮਰਨ ਦਾ ਦੁੱਖ, ਜਰਾ ਬੁਢੇਪੇ ਦਾ ਦੁੱਖ, ਮਰਾ ਮਰੀ ਪੈ ਜਾਣੀ, ਬਿਮਾਰੀਆਂ ਪੈ ਜਾਣੀਆਂ, ਇਹ ਜਿਹੜੀਆਂ ਹਨ ਹਰ ਜਨ ਹੈ ਨਹੀਂ ਨਿਕਟਾਨੀ। ਹਰੀ ਦੇ ਜਨਾਂ ਦੇ ਚੀਜ਼ਾਂ ਨੇੜੇ ਹੀ ਨਹੀਂ ਆਉਂਦੀਆਂ, ਐਸੇ ਰਸ 'ਚ ਲੀਨ ਰਹਿੰਦੇ ਹਨਗੇ। ਉਹਨਾਂ ਨੂੰ ਰੋਗ ਹਉਮੈ ਦਾ, ਰੋਗ ਅਗਿਆਨ ਦਾ, ਸੋਗ ਵਿਛੋੜੇ ਦਾ, ਦੁੱਖ ਜੰਮਣ ਮਰਨ ਦਾ, ਜਰਾ ਬੁਢੇਪਾ, ਜੜਦਾ ਬਿਰਤੀ ਤੇ ਮਰਾ ਮੌਤ ਤੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਜਿਹੜਾ ਮਰਨਾ, ਮਰਨ ਵਿਸਰਨ ਨੂੰ ਗੋਬਿੰਦਾ ਹੈ। ਹਰ ਜਨ ਹੈ ਨਹੀਂ ਨਿਕਟਾਨੀ। ਹਰੀ ਦੇ ਜਨਾਂ ਦੇ ਔਗਣ ਨੇੜੇ ਨਹੀਂ ਆਉਂਦੇ ਹਨ, ਸਦਾ ਸੁਤੰਤਰ ਰਹਿੰਦੇ ਹਨ। ਨਿਰਭਉ ਹੋਈ ਰਹੇ ਲਿਵ ਏਕ। ਉਹਦਾ ਇੱਕ ਅਕਾਲ ਪੁਰਖ ਦੀ ਲਿਵ ਵਿੱਚ ਨਿਰਭੈ ਹੋ ਰਹੇ ਹਨ। ਕਿਸੇ ਪ੍ਰਕਾਰ ਦਾ ਭੈ ਨਹੀਂ ਹੈ ਉਹਨਾਂ ਨੂੰ, ਮਹਾਂਪੁਰਖਾਂ ਨੂੰ। ਨਾਨਕ ਹਰ ਮਨ ਮਾਨੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਹਰੀ ਅਕਾਲ ਪੁਰਖ ਜੀ ਮਨ ਮੰਨ ਗਿਆ। ਹਰੀ ਜੋ ਮਨ ਸਿਰੋਮਣੀ ਹੈ, ਉਸ ਵਿੱਚ ਉਹਨਾਂ ਦੇ ਮਨ ਦੀ ਬਿਰਤੀ ਮੰਨ ਗਈ ਹੈ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ। ਸੰਤਾਂ ਦੀ ਤਾਂ ਮਾਰਾ ਬੇਬੁਰਾਹੀ ਆਪ ਨੂੰ ਦੱਸੀ ਹੈ। ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਉਹਨਾਂ ਦੀ ਕੀ ਹਾਲਤ ਹੈ, ਆਪ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਹਰ ਬਿਸਰਤ ਸਦਾ ਖੁਆਰੀ। ਇਹ ਭਾਈ ਹਰੀ ਜੀ ਨੂੰ ਵਿਸਰਤ ਭੁੱਲ ਜਾਂਦਾ ਹੈ। ਪਰਮੇਸ਼ਰ ਦੇ ਭੁੱਲਣੇ ਕਰਕੇ ਸਦਾ ਖੁਆਰੀ ਰਹਿੰਦੀ ਹੈ, ਖਰਾਬ ਹੀ ਹੁੰਦੇ ਰਹਿੰਦੇ ਹੈ। ਹਰ ਤਰ੍ਹਾਂ ਖੁਆਰੀ ਹੋਈ ਰਹਿੰਦੀ ਹੈ ਉਹਨਾਂ ਦੀ। ਕਿਉਂ ਜੀ? ਕਹਿੰਦੇ ਹਰ ਬਿਸਰਤ ਹਰੇਕ ਵਿਸ਼ੇ ਵਿੱਚ ਰਤ ਪ੍ਰੀਤੀ ਕਰਦੇ ਹੈ। ਕਦੇ ਸ਼ਬਦ 'ਚ, ਕਦੇ ਸਪਰਸ਼ 'ਚ, ਕਦੇ ਰੂਪ ਵਿੱਚ, ਕਦੇ ਰਸ ਵਿੱਚ, ਕਦੇ ਗੰਧ ਵਿੱਚ, ਹਰੇਕ ਵਿਸ਼ਿਆਂ 'ਚ ਰਸ ਪ੍ਰੀਤੀ ਕਰਨੇ ਕਰਕੇ ਸਦਾ ਖਰਾਬ ਹੀ ਹੁੰਦੇ ਰਹਿੰਦੇ। ਪਰਮੇਸ਼ਰ ਭੁੱਲਣੇ ਕਰਕੇ ਵਿਕਾਰਾਂ ਚਿੰਬੜੇ ਰਹਿੰਦੇ ਹਨ। ਤਾ ਕਉ ਧੂਖਾ ਕਹਾ ਵਿਆਪੈ। ਅਤੇ ਗੁਰਮੁਖਾਂ ਦੇ ਲੱਖਣ ਦੱਸਦੇ ਉਹਨਾਂ ਮਹਾਂਪੁਰਖਾਂ ਨੂੰ ਕਿਵੇਂ ਧੋਖਾ ਸੰਸਾ ਕਿਵੇਂ ਵਿਆਪ ਸਕਦਾ ਹੈ। ਧੋਖਾ ਉਹਨਾਂ ਨੂੰ ਕਿਸੇ ਪ੍ਰਕਾਰ ਧੋਖੇਬਾਜ਼ੀ, ਉਹਨਾਂ ਨਾਲ ਕੋਈ ਛਲ ਕੀ ਕਰ ਸਕਦਾ ਹੈ। ਜਾ ਕਉ ਊਟ ਤੁਹਾਰੀ। ਜਿਨ੍ਹਾਂ ਨੂੰ ਇਹ ਪਰਮੇਸ਼ਰ ਤੇਰੀ ਓਟ ਟੇਕ ਹੈ, ਜਿਨ੍ਹਾਂ ਨੂੰ ਆਪ ਦੀ ਓਟ ਹੈ ਹਿਰਦੇ ਵਿੱਚ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਸਾ ਵਿਪਰਜੇ ਆਦਿਕ ਜਿਹੜੇ ਸੁਭਾਅ ਹਨ, ਅਸੂ ਭਾਵਨਾ, ਵਿਪਰੀਤ ਭਾਵਨਾ ਆਦਿਕ ਸੰਸੇ, ਤੇ ਜਾਂ ਧੋਖਾ, ਕਿਸੇ ਨੂੰ ਧੋਖੇਬਾਜ਼ੀ ਕਰਨੀ, ਛਲ ਕਰ ਦੇਣਾ, ਇਹ ਵੀ ਕਿਵੇਂ ਲੱਗਦਾ ਹੈ। ਕਾਮ ਕ੍ਰੋਧ ਆਦਿਕ ਧੋਖੇਬਾਜ਼ੀ ਨਹੀਂ ਉਹਨਾਂ ਕਰ ਸਕਦੇ। ਇਸ ਪ੍ਰਕਾਰ ਜਿਨ੍ਹਾਂ ਨੂੰ ਆਪ ਦੀ ਟੇਕ ਹੈ ਪਰਮੇਸ਼ਰ। ਰਹਾਉ ਬਿਨ ਸਿਮਰਨ ਜੋ ਜੀਵਨ ਬਾਲਣਾ। ਜਿਹੜਾ ਬਿਨਾਂ ਭਜਨ ਤੋਂ ਜੀਵਨ ਆਪਣਾ ਬਲਣਾ ਨਾਮ ਬਤੀਤ ਕਰਨਾ ਹੈ, ਜਿਹੜਾ ਬਿਨਾਂ ਭਜਨ ਤੋਂ ਸਮਾਂ ਆਪਣੇ ਜੀਵਨ ਦਾ ਬਤੀਤ ਕਰਨਾ ਹੈ, ਉਹ ਬਲਣਾ ਸਾਧ ਸੰਗਤ ਜੀ ਸੜਨ ਵਰਗਾ ਹੀ ਹੈ। ਜੇ ਪੰਜਾਬੀ 'ਚ ਬਲਣਾ ਸੜਨ ਨੂੰ ਕਹੀਦਾ ਹੈ। ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਹੈ ਨਾ ਗੁਜ਼ਾਰਨਾ, ਇਹ ਜਿਵੇਂ ਅੱਗ ਵਿੱਚ ਕੋਈ ਸੜਦਾ ਹੁੰਦਾ, ਮੱਚਦਾ ਹੁੰਦਾ, ਸੜਦਾ ਹੀ ਹੈ। ਉਹ ਵਿਸ਼ਿਆਂ ਦੇ ਵਿੱਚ ਸੜਦੇ ਹੀ ਰਹਿੰਦੇ ਹਨ। ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਬਲਣਾ, ਬਰਤਨ ਬਲੇਵੇ ਵਿੱਚ ਲਾਉਣਾ, ਬਰਤਨਾਂ ਵਿੱਚ ਵੀ ਬਲੇਵੇ ਪਦਾਰਥਾਂ ਵਿੱਚ ਲਾਉਣਾ ਹੈ। ਬਲਣਾ ਨਾਮ ਪਦਾਰਥਾਂ ਦਾ ਵੀ ਹੈ ਨਾ, ਬਰਤਨ ਬਲੇਵੇ ਪਦਾਰਥਾਂ ਵਿੱਚ ਜਿਹੜਾ ਬਿਨਾਂ ਭਜਨ ਤੋਂ ਜੀਵਨ ਲਾਉਣਾ ਹੈ, ਇਹ ਵੀ ਇੱਕ ਸੜਨਾ ਹੀ ਹੈ। ਅਤੇ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਜਿਹੜਾ ਜੀਵਨ ਬਲਣਾ ਬਤੀਤ ਕਰਦੇ ਹਾਂ। ਸਰਪ ਜੈਸੇ ਅਰਜਾਰੀ। ਇਹ ਤਾਂ ਐਂ ਹੈ, ਸਰਪ ਜੈਸੇ ਅਰਜਾਰੀ। ਐੜੇ ਨੂੰ ਕੰਨਾ ਤਾਂ ਨਹੀਂ ਕਿਸੇ ਦੇ ਮੁਕਤੇ ਹੈ ਨਾ ਅਰਜਾਰੀ ਵਾਲਾ, ਹਾਂਜੀ। ਅੱਛਾ, ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਆਰਜਾ ਹੁੰਦੀ ਹੈ ਨਾ, ਜਿਵੇਂ ਲੰਮੀ ਅਸਰਾਲਾਂ ਦੀ। ਅੱਜ ਬੱਕਰੇ ਨੂੰ ਜਿਹੜੇ ਨਿਗਲ ਜਾਣ ਉਹਨਾਂ ਨਾਲ ਅਜਗਰ ਹੁੰਦਾ ਹੈ,
ਉਹ ਅਸਰਾਣਾ ਅਜਗਰ ਜਿਹੜੇ ਹੁੰਦੇ ਹਨ, ਉਹ ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਉਵੇਂ ਜ਼ਹਿਰ ਵਾਲੀ ਵੱਧਦੀ ਉਹਨਾਂ ਦੇ ਵਿੱਚ। ਜ਼ਹਿਰ ਵਧਣ ਕਰਕੇ ਜ਼ਹਿਰ ਨਾਲ ਉਹ ਸੜਦੇ ਰਹਿੰਦੇ ਹੈ। ਸੱਪ ਜਿਵੇਂ ਜਿਵੇਂ ਆਰਜਾ ਵੱਡੀ ਹੁੰਦੀ ਹੈ ਉਵੇਂ ਉਹਨੂੰ ਜ਼ਹਿਰ ਜਾਲਦੀ ਰਹਿੰਦੀ, ਸਾੜਦੀ ਰਹਿੰਦੀ ਹੈ। ਇਸ ਪ੍ਰਕਾਰ ਉਹ ਜਿੰਨੀ ਉਮਰ ਦੇ ਵੱਡੇ ਹੁੰਦੇ ਹੈ ਬਿਨਾਂ ਸਿਮਰਨ ਤੋਂ ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ ਪਾ ਕੇ ਤਾਂ ਕਾਮ ਪੌਸ ਮਧਾਣੀ ਸਾੜਦੀ ਰਹਿੰਦੀ ਹੈ। ਇਹੀ ਜਿਹੀ ਹਾਲਤ ਹੁੰਦੀ ਹੈ। ਸਰਪ ਦੀ ਆਰਜਾ ਦੀ ਨਿਆਈ ਜ਼ਹਿਰ ਦੇ ਨਾਲ ਸੜਦੇ ਰਹਿੰਦੇ ਹੈ। ਸੱਪ ਸਾਰ ਸੰਗਤ ਜੀ ਤਿੰਨ ਤਰ੍ਹਾਂ ਦੇ ਹੁੰਦੇ ਮਣੀ ਵਾਲੇ। ਇੱਕ ਤਾਂ ਮਣੀ ਵਾਲਾ ਜਿਹੜਾ ਸੱਪ ਹੁੰਦਾ ਹੈ ਉਹ ਪੂਰਨਮਾਸੀ ਦੀ ਰਾਤ ਨੂੰ ਆਪਣੀ ਮਣੀ ਨੂੰ ਕੱਢ ਕੇ ਸਾਫ਼ ਥਾਂ ਵਿੱਚ ਮੈਦਾਨ 'ਚ ਬੈਠਦਾ ਹੈ। ਜਿਸ ਵਕਤ ਪੂਰਨਮਾਸੀ ਦੀ ਰਾਤ ਦੇ ਉੱਤੇ ਉਹ ਮਣੀ ਸਾਹਮਣੇ ਚੰਦਰਮਾ ਦੇ ਟਿਕਦੀ ਹੈ, ਚੰਦਰਮਾ ਦੀਆਂ ਕਿਰਨਾਂ ਦੇ ਨਾਲ ਉਹਨਾਂ 'ਚੋਂ ਰਸ ਨਿਕਲਦਾ ਹੈ। ਰਸ ਨਿਕਲਣੇ ਕਰਕੇ ਉਹ ਫਿਰ ਸੱਪ ਚੱਟ ਕੇ 1 ਮਹੀਨੇ ਤੱਕ ਉਹਨਾਂ ਦੀ ਜ਼ਹਿਰ ਮਿਟ ਜਾਂਦੀ ਹੈ। ਜ਼ਹਿਰ ਤੋਂ ਸ਼ਾਂਤੀ ਪਾ ਜਾਂਦੇ ਹੈ। ਇਸ ਪ੍ਰਕਾਰ ਮਹੀਨੇ ਬਾਅਦ ਫੇਰ ਕੱਢਦੇ ਹੈ। ਜਿੱਦਣ ਪੁੰਨਿਆਂ ਦੀ ਰਾਤ ਹੋਵੇ ਉਦੋਂ ਚੰਦਰਮਾ ਦੇ ਚਾਨਣ 'ਚ ਰੱਖ ਦਿੰਦੇ ਹੈ ਕਿ ਉਸੇ ਵੇਲੇ ਚੱਟ ਕੇ ਉਸ ਦੇ ਵਿੱਚੋਂ ਜਿਹੜਾ ਰਸ ਨਿਕਲਦਾ ਹੈ ਉਹਦੇ ਨਾਲ ਆਪਣੀ ਜ਼ਹਿਰ ਨੂੰ ਸ਼ਾਂਤ ਪਾਉਂਦੇ ਆ। ਇੱਕ ਸੱਪ ਇਹੋ ਜਿਹੇ ਹੁੰਦੇ ਆ ਜਿਹੜੇ ਮਣੀ ਨੂੰ ਹਨੇਰੀ ਰਾਤ ਵਿੱਚ ਮੱਸਿਆ ਦੀ ਰਾਤ 'ਚ ਰੱਖਦੇ ਆ ਬਾਹਰ, ਤੇ ਉਹਦੇ ਉਦਾਲੇ ਕੀੜੇ ਆਉਂਦੇ ਚਮਕਦੀ ਵੇਖ ਕੇ ਉਹ ਕੀੜਿਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਆ। ਇੱਕ ਸੱਪ ਇਹੋ ਜਿਹੇ ਹੁੰਦੇ ਆ ਨਾ ਉਹ ਕੀੜੇ ਖਾਂਦੇ ਆ ਨਾ ਉਹ ਰਸ ਚੜਦੇ ਆ, ਉਹ ਮਣੀ ਰੱਖ ਕੇ ਫੁਕਾਰੇ ਤੇ ਫੁਕਾਰੇ ਮਾਰਦੇ ਆ ਕਿ ਮੇਰੇ ਵਰਗਾ ਕੌਣ ਆ, ਮੈਂ ਮਣੀ ਵਾਲਾ। ਉਹ ਉਹਦੇ ਪਾਸਿਆਂ ਨਾਲ ਹੀ ਜੇ ਕਿਤੇ ਰੇਤੇ 'ਚ ਲੁਕ ਜਾਵੇ ਫਿਰ ਉੱਥੇ ਹੀ ਤੜਫ ਤੜਫ ਕੇ ਮਰ ਜਾਂਦੇ ਆ। ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਇਉਂ ਮਣੀਆਂ ਵਾਲੇ ਸੱਪਾਂ ਦੀ ਤਿੰਨਾਂ ਦੀ ਹਾਲਤ ਹੈ। ਇਸੇ ਬਾਬਤ ਹਜ਼ੂਰ ਫਰਮਾਉਂਦੇ ਆ ਕਿਵੇਂ ਇਹ ਜੀਵ ਸੱਪ ਦੀ ਨਿਆਈ ਹਨ ਤੇ ਵਿਸ਼ਿਆਂ ਦੀ ਵਿਉ ਇਹਦੇ ਅੰਦਰ ਜ਼ਹਿਰ ਹੈ। ਇੱਕ ਨਾਂ ਨੂੰ ਇਹ ਬ੍ਰਹਮ ਵਿਦਿਆ ਜਿਹੜੀ ਹੈ ਮਣੀ ਪ੍ਰਾਪਤ ਹੋਈ ਹੈ। ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪਾ ਕੇ ਇੱਕ ਤਾਂ ਆਪਦੇ ਪੇਟ ਨੂੰ ਤੋੜਦੇ ਆ, ਪੇਟ ਤੋੜਨ ਦਾ ਕੰਮ ਕਰਦੇ ਹੈ। ਉਹਨਾਂ ਦਾ ਇਸ ਤਰ੍ਹਾਂ ਕੀੜੇ ਖਾਣ ਵਾਂਗੂ ਗੁਜ਼ਾਰਾ ਉਹਨਾਂ ਦਾ ਚੱਲਿਆ ਜਾਂਦਾ, ਉਹਦਾ ਪੇਟ ਤੋੜੀ ਜਾਂਦੇ ਹੈ। ਅਤੇ ਇੱਕ ਇਹੋ ਜਿਹੇ ਉਹਦਾ ਹੰਕਾਰ ਬੜਾ ਕਰਦੇ ਹੈ, ਨਾ ਉਹ ਪੇਟ ਤੋੜਦੇ, ਹੰਕਾਰ ਦੇ ਨਾਲ ਹੀ ਜਦੋਂ ਕਿਸੇ ਨਾਲ ਝਗੜਦੇ ਰਹਿੰਦੇ ਆਪਦੀ ਵਿਦਿਆ ਦੇ ਮਾਣ ਨਾਲ, ਕਿਸੇ ਦੇ ਸਰਾਫ ਕਰਕੇ ਇਉਂ ਪਾਸਿਆਂ ਦੇ ਨਾਲ ਜਦੋਂ ਲੁਕ ਜਾਵੇ ਉਹ ਮਣੀ ਵਿਦਿਆ ਨਾਸ ਹੋ ਜਾਵੇ ਤੇ ਫਿਰ ਤੜਫ ਤੜਫ ਕੇ ਮਰ ਜਾਂਦੇ। ਮੇਰੀ ਵਿਦਿਆ ਕਿੱਧਰ ਚਲੀ ਗਈ, ਮੇਰਾ ਦਿਮਾਗ ਕਿਉਂ ਮਾਰਿਆ ਗਿਆ, ਇਹ ਹਾਲਤ ਹੁੰਦੀ ਹੈ। ਤੀਜੇ ਹਨ ਜਿਹੜੇ ਸ੍ਰੇਸ਼ਟ ਪੁਰਖ, ਉਹ ਬ੍ਰਹਮ ਵਿਦਿਆ ਰੂਪੀ ਮਣੀ ਨੂੰ ਵਿਰਾਗ ਰੂਪੀ ਚੰਦਰਮਾ ਜਿੱਥੇ ਚੜਿਆ ਹੋਵੇ, ਸੋ ਗੁਣਾਂ ਦੇ ਤਾਰੇ ਜੇ ਸੰਗਤ ਚਮਕਦੇ ਹੋਣ ਉੱਥੇ ਲਿਜਾ ਕੇ ਆਪਣੀ ਵਿਦਿਆ ਨੂੰ ਰੱਖਦੇ ਆ। ਫਿਰ ਉਸ ਵਿੱਚੋਂ ਜਿਹੜਾ ਆਨੰਦ ਝੜਦਾ ਹੈ ਉਸ ਵਿਦਿਆ ਕਰਕੇ ਪਰਮੇਸ਼ਰ ਦੀ ਵਿਚਾਰ ਦਾ ਨਿਰਣਾ ਹੋ ਕੇ ਉਸ ਰਸ ਨੂੰ ਚੱਟ ਕੇ ਆਪਣੇ ਵਿਸ਼ਿਆਂ ਦੀ ਵਾਸ਼ਨਾ ਨੂੰ ਮੇਟ ਕੇ ਸ਼ਾਂਤ ਪਾ ਲੈਂਦੇ ਹੈ। ਇਸ ਪ੍ਰਕਾਰ ਤਿੰਨ ਮਹਾਂਪੁਰਖ ਮਣੀ ਵਾਲੇ ਸੱਪਾਂ ਦਾ ਜ਼ਿਕਰ ਇਸ ਤੋਹਦੇ ਉੱਤੇ ਕਰਿਆ ਕਰਦੇ। ਸੋ ਹਜ਼ੂਰ ਫਰਮਾਉਂਦੇ ਹਨ ਸੱਪ ਦੀ ਆਰਜਾ ਵਾਂਗੂ ਜਲਦੇ ਹੀ ਰਹਿੰਦੇ ਹੈ ਜਿਹੜਾ ਬਿਨਾਂ ਸਿਮਰਨ ਤੋਂ ਸੌਂ ਗੁਜ਼ਾਰਦੇ ਹਨ। ਨਵ ਖੰਡਨ ਕੂ ਰਾਜ ਕਮਾਵੇ, ਜੇ ਕਰਕੇ ਭਾਈ ਨਵਾਂ ਖੰਡਾਂ ਦਾ ਵੀ ਜੇ ਮਾਨ ਧਾਤਾ ਰਾਜ ਕਮਾਇਆ ਸੀ ਇਉਂ ਕੋਈ ਰਾਜ ਕਮਾ ਲਵੇ। ਅੰਤ ਚਲੇ ਗੂ ਹਾਰੀ, ਅੰਤ ਨੂੰ ਹਾਰ ਕੇ ਜਾਵੇਗਾ। ਜਿਸ ਪ੍ਰਕਾਰ ਨੌਖ ਰਾਜਾ ਸੱਪ ਬਣ ਕੇ ਸਵਰਗ 'ਚੋਂ ਡਿੱਗਿਆ ਸੀ, ਰਿਸ਼ੀਆਂ ਦੀ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਜਾ ਰਿਹਾ ਸੀ। ਉਹਦੇ ਆਲਕ ਮੁਨੀ ਨੂੰ 10ਵੇਂ ਪਾਤਸ਼ਾਹ ਦਾ ਚਰਿਤਰਾਂ 'ਚ ਲਿਖਿਆ ਹੈ, ਵਿਸ਼ਨ ਪੁਰਾਣ 'ਚ ਲਿਖਿਆ ਹੋਇਆ ਹੈ ਕਿ ਜੜ ਭਰਤ ਨੇ ਸਰਾਫ ਦੇ ਦਿੱਤਾ ਸੀ। ਉਹ ਜੜ ਭਰਤ ਦੇ ਸਰਾਫ ਕਰਕੇ ਸੱਪ ਬਣ ਕੇ ਡਿੱਗਿਆ। ਕਾਮੀ ਸਰਪ ਸਰਬ ਇਹਨਾਂ ਦੇ ਰਿਸ਼ੀਆਂ ਦੇ ਆਰਾ ਮਾਰਦਾ ਸੀ ਕਿ ਛੇਤੀ ਚੱਲੋ ਛੇਤੀ ਚੱਲੋ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ। ਅੰਤ ਨੂੰ ਆਪਣੇ ਸਵਰਗ ਦੇ ਰਾਜ ਦਾ ਮਾਲਕ ਬਣਾਤਾ ਜੋ ਇੰਦਰ ਨੂੰ ਕੋੜ ਹੋ ਗਿਆ ਸੀ, ਤੇ ਫਿਰ ਵੀ ਉਹ ਰਾਜ ਨੂੰ ਪਾ ਕੇ ਸ਼ਾਂਤ ਨਾ ਪਾ ਸਕਿਆ। ਇਸ ਪ੍ਰਕਾਰ ਸੱਪ ਦੀ ਆਰਜਾ ਦੀ ਨੇ ਹੈ। ਇਸ ਪ੍ਰਕਾਰ ਸਾਧ ਸੰਗੀ ਅੰਤ ਨੂੰ ਸੱਪ ਬਣ ਕੇ ਜਿਵੇਂ ਡਿੱਗਿਆ ਸਵਰਗ ਦੇ ਵਿੱਚੋਂ ਨੌਖ ਰਾਜਾ, ਇਉਂ ਅੰਤ ਨੂੰ ਹਾਰ ਕੇ ਜਾਂਦੇ ਆਪਣੀ ਜ਼ਿੰਦਗੀ ਨੂੰ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਇਹ ਗੁਣਾਂ ਦਾ ਖਜ਼ਾਨਾ ਜੋ ਪਰਮੇਸ਼ਰ ਹੈ
ਉਹਦੇ ਗੁਣਾਨਵਾਦ ਉਹਨਾਂ ਪੁਰਖਾਂ ਨੇ ਗਾਉਣਾ ਕੀਤੇ ਹੈ ਜਾ ਕਉ ਕਿਰਪਾ ਧਾਰੀ ਜਿਨ੍ਹਾਂ ਤੇ ਵਾਹਿਗੁਰੂ ਅੰਤਰਜਾਮੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਸੂ ਸੁਖੀਆ ਧਨ ਉਸ ਜਨਮ ਉਹੀ ਸੁਖੀ ਪੁਰਖ ਹਨਗੇ ਧੰਤਾ ਦੇ ਯੋਗ ਵੀ ਉਹਨਾਂ ਪੁਰਖਾਂ ਦੇ ਜਨਮ ਹਨ ਨਾਨਕ ਤਿਸ ਬਲਿਹਾਰੀ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਗੁਣਾਂ ਦੇ ਖਜ਼ਾਨੇ ਨੂੰ ਗਾਇਆ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹ ਪੂਰਨ ਬ੍ਰਹਮਾਨੰਦ ਰੂਪੀ ਸੁਖ ਦੇ ਵਿੱਚ ਸੁਖੀ ਹਨ ਉਹਨਾਂ ਦਾ ਧੰਤਾ ਦੇ ਯੋਗ ਜਨਮ ਹੈ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਅਸੀਂ ਵੀ ਬਲਿਹਾਰ ਜਾਂਦੇ ਹਾਂ ਉਹਨਾਂ ਪੁਰਖਾਂ ਤੋਂ ਕੁਰਬਾਨ ਜਾਂਦੇ ਹਾਂ ਟੂਡੀ ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਗਰੀਬ ਨਿਵਾਸ ਸਾਹਿਬ ਜੀ ਦੂਜੇ ਘਰ ਸੁਰਤਾ ਚੌਂ ਪੌੜੀਆਂ ਵਾਲੇ ਸ਼ਬਦ ਪੰਜਵੇਂ ਪਾਤਸ਼ਾਹ ਉਚਾਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹ ਮਨ ਜਿਹੜਾ ਪਦਾਰਥਾਂ 'ਚ ਦੌੜਦਾ ਫਿਰਦਾ ਉਹਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ ਧਾਇਓ ਰੇ ਮਨ ਦਹਿ ਦਿਸ ਧਾਇਓ ਇਹ ਭਾਈ ਧਾਇਓ ਰੇ ਜਿਹੜੇ ਪਦਾਰਥ ਧਾ ਜਾਣ ਵਾਲੇ ਹਨ ਚਲੇ ਜਾਣ ਵਾਲੇ ਹਨ ਉਹਨਾਂ ਪਦਾਰਥਾਂ ਦੇ ਪਿੱਛੇ ਮਨ ਦਸੋ ਇੰਦਰੀਆਂ ਦੇ ਵਿਸ਼ਿਆਂ ਦਾ ਰੂਪੀ ਅੱਗ ਦਾ ਸਾੜਿਆ ਹੋਇਆ ਦਸੋ ਦਿਸ਼ਾ ਦੇ ਪਦਾਰਥਾਂ ਵਾਸਤੇ ਹਲਕਾਰੇ ਦੀ ਨਿਆਈ ਧੌਂਦਾ ਫਿਰਿਆ ਹੈ ਮਾਇਆ ਮਗਨ ਸਵਾਦ ਲੋਭ ਮੋਹਿਓ ਮਾਇਆ ਵਿੱਚ ਇਹੋ ਜਿਹਾ ਮਸਤ ਹੋਇਆ ਹੈ ਵਿਸ਼ੇ ਭੋਗਣ ਦੇ ਸਵਾਦ ਵਿੱਚ ਜੋੜਨ ਦੇ ਲੋਭ ਵਿੱਚ ਮੋਇਆ ਗਿਆ ਹੈ ਤਿਨ ਪ੍ਰਭ ਆਪ ਭੁਲਾਇਓ ਇਹ ਜਾਣ ਲਓ ਕਿ ਉਸ ਵਾਹਿਗੁਰੂ ਨੇ ਇਹ ਜਿਹੇ ਔਗੁਣਾਂ ਵਾਲਾ ਜਾਣ ਕੇ ਆਪਣੀ ਵੱਲੋਂ ਭੁਲਾ ਦਿੱਤਾ ਹੈ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਵੇਖੋ ਨਾ ਤਾਂ ਪਰਮੇਸ਼ਰ ਦੀ ਕਥਾ ਕਦੇ ਸੁਣਦਾ ਹੈ ਨਾ ਹਰੀ ਦਾ ਜਸ ਕੀਰਤਨ ਕਦੇ ਕਰਦਾ ਹੈ ਨਾ ਸਰੀਰ ਕਰਕੇ ਸਾਧ ਸੰਗਤ ਦੀ ਸੇਵਾ ਕਰਦਾ ਹੈ ਇੱਕ ਮੂਹਤ ਨਾ ਇਹੋ ਮਨ ਲਾਇਓ ਉਹ ਕਦੀ ਘੜੀ ਵੀ ਇਸੇ ਪਾਸੇ ਮਨ ਨਹੀਂ ਲਾਇਆ ਇਹ ਜੀਵ ਨੇ ਨਾ ਕਥਾ ਪਰਮੇਸ਼ਰ ਸੰਬੰਧੀ ਸਰੂਪ ਲਖਣਾ ਵਾਲੀ ਤਟਸਥੀ ਲਖਣਾ ਵਾਲੀ ਨਾ ਹਰੀ ਦਾ ਕੀਰਤਨ ਨਾ ਸਾਧ ਸੰਗਤ ਦੇ ਵਿੱਚ ਕਦੀ ਘੜੀ ਵੀ ਚਿੱਤ ਨਹੀਂ ਲਾਇਆ ਹੋਰ ਪਾਸੇ ਭਟਕਦਾ ਫਿਰਦਾ ਰਿਹਾ ਬਿਗਸਿਓ ਪੇਖ ਰੰਗ ਕੁਸੁੰਭ ਕੋ ਜਿਵੇਂ ਕੁਸੁੰਬੇ ਦੇ ਰੰਗ ਨੂੰ ਵੇਖ ਕੇ ਸੱਚਾ ਮੰਨ ਕੇ ਖਿੜਿਆ ਹੋਇਆ ਵੇਖ ਕੇ ਖੁਸ਼ ਹੋਵੇ ਕੋਈ ਆਦਮੀ ਪਰ ਗ੍ਰਹਿ ਜੂਹਨ ਜਾਇਓ ਕਿਉਂ ਖਿੜਿਆ ਹੋਇਆ ਕੁਸੁੰਬੇ ਵਾਂਗੂ ਜਵਾਨੀ ਦੇ ਨਾਲ ਕੁਸੁੰਬੇ ਦੇ ਫੁੱਲ ਦੀ ਨਹੀਂ ਆਈ ਚਿਹਰੇ ਚਮਕਦੇ ਵੇਖ ਕੇ ਪਰ ਇਸਤਰੀਆਂ ਦੇ ਪਰਾਏ ਘਰਾਂ ਨੂੰ ਫਿਰ ਆਪਦੇ ਘਰ 'ਚ ਭਾਵੇਂ ਸੁੰਦਰ ਰੂਪ ਵਾਲੀਆਂ ਇਸਤਰੀਆਂ ਹੋਣ ਫੇਰ ਵੀ ਸਾਧ ਸੰਗਤ ਜੀ ਪਰਾਏ ਘਰਾਂ ਨੂੰ ਜੋਹਣ ਤੱਕਣ ਵਾਸਤੇ ਵਿਵਚਾਰ ਕਰਨ ਵਾਸਤੇ ਤਾੜਨ ਵਾਸਤੇ ਜਾਂਦਾ ਹੈ ਸੰਤੋਖ ਨਹੀਂ ਕਰਦਾ ਹੈ ਗ੍ਰਹਿ ਧਰਮ ਗਵਾਏ ਸਤਿਗੁਰ ਨੇ ਭੇਟੇ ਗੁਰਮਤਿ ਘੁੰਮਣ ਘੇਰੇ ਗ੍ਰਸਥ ਦੇ ਧਰਮ ਨੂੰ ਵੀ ਗਵਾ ਲਿਆ ਤੇ ਇਸ ਪ੍ਰਕਾਰ ਧਰਮ ਨੂੰ ਗਵਾ ਕੇ ਘੁੰਮਣ ਘੇਰੀ 'ਚ ਪਿਆ ਹੋਇਆ ਹੈ 84 ਲੱਖ ਜੂਨ ਦੇ ਵਿੱਚ ਸਤਿਗੁਰਾਂ ਤੋਂ ਬਿਨਾਂ ਇਸ ਪ੍ਰਕਾਰ ਪਰਾਏ ਘਰਾਂ ਤੱਕਣ ਵਾਸਤੇ ਜਾਂਦਾ ਗੁਰੂ ਸਾਹਿਬ ਦੀ ਸਿੱਖਿਆ ਨਹੀਂ ਧਾਰਦਾ ਹੈ ਚਰਨ ਭਾਈ ਸਾਹਿਬ ਨੇ ਕਿਹਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਚਰਨ ਕਮਲ ਸਿਉ ਭਾਉ ਨਾ ਕੀਨੋ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੇ ਪ੍ਰੇਮ ਕਰਦਾ ਤਾਂ ਵੀ ਇਹਨੂੰ ਵਿਸ਼ੇ ਨਾ ਫੁਰਦੇ ਪ੍ਰੇਮ ਨਹੀਂ ਕੀਤਾ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਭਾਵਨਾ ਨਹੀਂ ਕੀਤੀ ਹੈ ਨਹਿ ਸਤਿਪੁਰਖ ਮਨਾਇਓ ਨਾ ਸਤ ਜੋ ਪੂਰਨ ਬ੍ਰਹਮ ਹੈ ਉਸ ਨੂੰ ਮਨਾਉਣਾ ਕੀਤਾ ਹਿਰਦੇ 'ਚ ਸਤ ਸ੍ਰੇਸ਼ਟ ਜੋ ਪੁਰਖ ਮਹਾਤਮਾ ਤਤ ਵੇਤੇ ਹੈ ਉਹਨਾਂ ਦੁਆਰਾ ਸਤ ਸਰੂਪ ਦਾ ਵੀ ਨਿਸ਼ਚਾ ਨਹੀਂ ਕੀਤਾ ਮਨ 'ਚ ਨਹੀਂ ਆਇਆ ਧਾਵਤ ਕਉ ਧਾਵ ਹੈ ਬਹੁ ਭਾਂਤੀ ਧਾ ਜਾਣ ਵਾਲੇ ਜਿਹੜੇ ਪਦਾਰਥ ਹਨ ਉਹਨਾਂ ਨੂੰ ਧਾਵਤ ਹਲਕਾਰਾ ਬਣ ਕੇ ਬਹੁਤ ਤਰ੍ਹਾਂ ਕਰਕੇ ਦੌੜਦਾ ਫਿਰਦਾ ਰਹਿੰਦਾ ਹੈ ਜਿਉ ਤੇਲੀ ਬਲਦ ਪਰਮਾਇਓ ਤੇਲੀ ਸਾਧ ਸੰਗਤ ਜੀ ਬਲਦ ਨੂੰ ਕੋਲੂ ਦੇ ਨਾਲ ਜੋੜ ਕੇ ਖੋਪੇ ਦੇ ਦਿੰਦਾ ਤੇ ਉਹ ਸਮਝਦਾ ਮੈਂ ਪੜਾਣੇ 'ਚ ਬਹੁਤ ਸਾਰੇ ਕਈ ਮੀਲ ਵਾਟ ਕਰ ਲਈ ਹੋਣੀ ਹੈ ਜਦੋਂ ਉਹਦੇ ਖੋਪੇ ਖੁੱਲ ਗਏ ਉਦੋਂ ਪੈਰ ਪੜਾਣੇ 'ਚ ਹੀ ਖੜਾ ਵੇਖਦਾ ਤੇਲੀ ਦਾ ਬੈਲ ਜਿਹੜਾ ਇਵੇਂ ਤੇਲੀ ਦੀ ਨਿਆਈ ਹੈਗੇ ਇਸਤਰੀ ਤੇ ਪੁੱਤਰੇ ਦੇ ਇਹ ਬਲਦ ਦੀ ਨਿਆਈ ਜੋੜ ਕੇ ਬਿਹਾਰਾਂ ਵਿੱਚ ਜਿਸ ਪ੍ਰਕਾਰ ਕੋਲੂ ਦੇ ਲਾਲੇ ਪਰਮਾਈ ਦਾ ਇਹਨਾਂ ਦੇ ਮੋਹ ਦੇ ਵਿੱਚ ਲਾਲੇ ਇਹਨਾਂ ਦੇ ਪਦਾਰਥ ਇਕੱਠੇ ਕਰਨ 'ਚ ਹੀ ਭਰਮਦਾ ਭਟਕਦਾ ਫਿਰਦਾ ਰਹਿੰਦਾ ਹੈ ਨਾਮ ਦਾਨ ਇਸਨਾਨ ਨਾ ਕੀਓ ਨਾ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਨਾ ਆਪਦੀ ਧਰਮ ਦੀ ਕਿਰਤ ਕਰਕੇ ਦਾਨ ਦਿੱਤਾ
ਨਾ ਇਸ਼ਨਾਨ ਅੰਮ੍ਰਿਤ ਵੇਲੇ ਦਾ ਆਦੀ ਹੋਇਆ ਨਾ ਕੀਤਾ। ਇੱਕ ਨਿਮਖ ਨਾ ਕੀਰਤ ਗਾਇਓ। ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਚੰਗਾ ਕੰਮ ਸੀ ਕੀਰਤਨ ਗਾਉਣਾ, ਕੀਰਤਨ ਵੀ ਅੱਖ ਦੇ ਖੋਲਣ ਵਿੱਚ ਜਿੰਨ ਚਿਰ ਵੀ ਨਹੀਂ ਗਾਇਆ, ਹੋਰ ਤਾਂ ਕੀ ਕਰਨਾ ਸੀ। ਨਾਨਾ ਝੂਠ ਲਾਏ ਮਨ ਧੋਖਿਓ। ਨਾਨਾ ਤਰ੍ਹਾਂ ਦੇ ਪਦਾਰਥਾਂ ਵਿੱਚ, ਝੂਠੇ ਪਦਾਰਥਾਂ ਚਿੱਤ ਨੂੰ ਲਾ ਲਾ ਕੇ ਮਨ ਨੂੰ ਬੜਾ ਪ੍ਰਸੰਨ ਕਰਦਾ ਹੈ। ਨਹਿ ਬੂਝਿਓ ਅਪਨਾਇਓ। ਅਤੇ ਨਾਨਾ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਦੇ ਕੇ ਲੋਕਾਂ ਨੂੰ ਨਾਨਾ ਝੂਠ ਲਾਏ ਮਨ ਧੋਖਿਓ। ਨਾਨਾ ਤਰ੍ਹਾਂ ਦੇ ਝੂਠੀਆਂ ਪ੍ਰਮਾਣ ਦ੍ਰਿਸ਼ਟਾਂਤ ਦੇ ਦੇ ਕੇ ਮਨ ਨੂੰ ਲੋਕਾਂ ਦੇ ਨੂੰ ਬੜਾ ਪ੍ਰਸੰਨ ਕੀਤਾ। ਨਹਿ ਬੂਝਿਓ ਅਪਨਾਇਓ। ਉਹ ਆਪਣੇ ਆਤਮਾ ਨੂੰ ਨਾ ਬੁੱਝਿਆ। ਐਸਾ ਗਿਆਨੀ ਹੈ, ਲੋਕਾਂ ਨੂੰ ਦਿੰਦਾ ਉਪਦੇਸ਼, ਅਵਰਾਂ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਪਰ ਉਪਕਾਰ ਨਾ ਕਬਹੂ ਕੀਏ। ਪਰ ਦੁਸ਼ਮਣ ਦੇ ਉੱਤੇ ਵੀ ਸਹਾਇਤਾ ਕਰਨੀ, ਇਹ ਪਰਉਪਕਾਰ ਕਦੇ ਨਹੀਂ ਕਰ ਸਕਿਆ। ਨਹੀਂ ਸਤਿਗੁਰ ਸੇਵ ਧਿਆਇਓ। ਨਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ, ਨਾ ਮਹਾਰਾਜ ਦੇ ਨਾਮ ਨੂੰ ਧਿਆਉਣਾ ਕੀਤਾ ਇੱਕ ਚਿੱਤ ਹੋ ਕੇ। ਪੰਜ ਦੂਤ ਰਚ ਸੰਗਤ ਗੋਸ਼ਟ। ਇਹ ਪੰਜੇ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਜਿਹੜੇ, ਇਹਨਾਂ ਦੀ ਸਾਧ ਸੰਗਤ ਜੀ ਹਰ ਵਕਤ ਸੰਗਤ ਵਿੱਚ ਰਚਿਆ ਰਿਹਾ। ਕਦੇ ਕਾਮੀਆਂ ਦੇ ਨਾਲ ਮਿਲ ਗਿਆ, ਕਦੇ ਕ੍ਰੋਧੀਆਂ ਨਾਲ ਮਿਲ ਗਿਆ, ਕਦੇ ਲੋਭੀਆਂ ਨਾਲ ਮਿਲ ਗਿਆ, ਕਦੇ ਮੋਹ ਵਾਲਿਆਂ ਨਾਲ ਮਿਲ ਗਿਆ, ਕਦੇ ਹੰਕਾਰੀਆਂ ਨਾਲ ਮਿਲ ਗਿਆ। ਇਹਨਾਂ ਦੀ ਸੰਗਤ ਵਿੱਚ ਹੀ ਰਚਿਆ ਰਿਹਾ ਹਰ ਵਕਤ। ਇਹੋ ਹੀ ਗੋਸ਼ਟਾਂ, ਕਦੇ ਕਾਮ ਦੀ ਗੋਸ਼ਟ ਵੀ ਫਲਾਣੇ ਦੀ ਲੜਕੀ ਇਹੀ ਚੰਗੀ ਹੈ, ਫਲਾਣੇ ਦੀ ਨੂੰਹ ਬੜੀ ਚੰਗੀ ਹੈ, ਇੰਨੀਆਂ ਜਿਹੀਆਂ ਗੋਸ਼ਟਾਂ ਕਰਦਾ ਹੈ, ਚਰਚਾ ਕਰਦਾ ਹੈ। ਮਤਵਾਰੂ ਮਦ ਮਾਇਓ। ਅਤੇ ਫਿਰ ਸ਼ਰਾਬ ਪੀ ਲੈਂਦਾ, ਸ਼ਰਾਬ ਪੀ ਕੇ ਕਮਲਾ ਹੋ ਕੇ ਗੰਦੀ ਗਲੀ 'ਚ ਡਿੱਗ ਪੈਂਦਾ, ਕੁੱਤੇ ਮੂੰਹ ਤੇ ਧਾਰਾਂ ਮਾਰਦੇ ਹੈ। ਇਸ ਪ੍ਰਕਾਰ ਦੀ ਹਾਲਤ ਹੈ ਭੈੜੀ। ਮਤਵਾਰੋ ਕਮਲਾ ਹੋ ਰਿਹਾ ਹੈ, ਮਾਇਆ ਦੇ ਮਦ ਹੰਕਾਰ ਵਿੱਚ ਸ਼ਰਾਬਾਂ ਪੀ ਪੀ ਕੇ ਬਦਮਾਸ਼ੀਆਂ ਕਰਦਾ ਹੈ। ਇਸ ਪ੍ਰਕਾਰ ਮਾਇਆ ਰੂਪੀ ਸ਼ਰਾਬ ਪੜ ਕੇ ਪੀ ਕੇ ਮਦ ਅੰਮ੍ਰਿਤ ਚੜ੍ਹਨੇ ਕਰਕੇ ਮਤਵਾਰੋ ਕਮਲਾ ਹੋ ਰਿਹਾ ਹੈ, ਪਾਗਲ ਹੋ ਰਿਹਾ ਹੈ। ਕਰੋ ਬੇਨਤੀ ਸਾਧ ਸੰਗਤ ਹਰ। ਜੇ ਭਾਈ ਬਚਣਾ ਚਾਹੁੰਦੇ ਹੋ ਤਾਂ ਸਾਧ ਸੰਗਤ ਪਰਮੇਸ਼ਰ ਦੀ ਜੋ ਹੈ ਉਸ ਦੇ ਵਿੱਚ ਮਿਲ ਕਰਕੇ ਬੇਨਤੀ ਕਰੋ। ਭਗਤ ਵਛਲ ਸੁਣ ਆਇਓ। ਇਹ ਮਹਾਰਾਜ ਤੈਨੂੰ ਭਗਤਾਂ ਦਾ, ਭਗਤੀ ਕਰਨ ਵਾਲਿਆਂ ਦਾ, ਪਿਆਰ ਕਰਨ ਵਾਲਾ ਸੁਣ ਕੇ ਮੈਂ ਆਪਦੀ ਸੰਗਤ 'ਚ ਆਇਆ। ਮੇਰੀ ਰੱਖਿਆ ਕਰੋ ਸੱਚੇ ਪਾਤਸ਼ਾਹ। ਇਸ ਪ੍ਰਕਾਰ ਬੇਨਤੀ ਕਰੋ। ਨਾਨਕ ਭਾਗ ਪਰਿਓ ਹਰ ਪਾਛੈ। ਜਿਹੜੇ ਸਾਧ ਸੰਗਤ ਕੇ ਪਾਛੇ ਪਰਿਓ, ਸਤਸੰਗਤ ਦੇ ਪਿੱਛੇ ਪਵੇ ਤੇ ਬੇਨਤੀ ਕਰੇ, ਇਹ ਮਹਾਰਾਜ ਮੈਂ ਭੱਜ ਕੇ ਆਪਦੀ ਸੰਗਤ ਦੇ ਪਿੱਛੇ ਪਿਆ ਹਾਂ। ਰਾਖ ਲਾਜ ਅਪਨਾਇਓ। ਅਤੇ ਫਿਰ ਸੰਗਤ ਦੇ ਨਾਲ ਮਿਲ ਕਰਕੇ ਸੁਣੇ ਕਹੇ ਕਿ ਭਗਤਾਂ ਦਾ ਵਚਨ ਸੁਣ ਕੇ ਮੈਂ ਆਇਆ ਹਾਂ। ਫਿਰ ਹਰੀ ਆਪਦੀ ਸ਼ਰਨ ਪਿੱਛੇ ਪਏ ਹੈ, ਆਪਣੇ ਜਾਣ ਕੇ ਸਾਡੀ ਲੱਜਿਆ ਰੱਖੋ। ਇਉਂ ਬੇਨਤੀਆਂ ਕਰੇ ਤਾਂ ਛੁਟਕਾਰਾ ਹੋ ਸਕੇਗਾ। ਟੂਡੀ ਮਹੱਲਾ ਪੰਜਵਾ। ਮਾਨੁਖ ਬਿਨ ਬੂਝੇ ਬਿਰਥਾ ਆਇਆ। ਸਤਿਗੁਰੂ ਜੀ ਕਹਿੰਦੇ ਹਨ, ਬਿਨਾਂ ਸਰੂਪ ਦੇ ਬੁੱਝੇ ਤੋਂ ਮਨੁੱਖ ਭਾਵੇਂ ਆਪਣੇ ਆਪ ਨੂੰ ਚੰਗਾ ਮੰਨੀ ਬੈਠਾ ਹੈ। ਕੋਈ ਕਹਿੰਦਾ ਮੈਂ ਅੰਗਰੇਜ਼ੀ ਪੜ੍ਹਿਆ ਹੋਇਆ, ਕੋਈ ਕਹਿੰਦਾ ਮੈਂ ਉਰਦੂ ਜਾਣਦਾ ਹਾਂ, ਕੋਈ ਕਹਿੰਦਾ ਮੈਂ ਸ਼ਾਸਤਰੀ ਨਾਗਰੀ ਪੜ੍ਹਿਆ ਹੋਇਆ ਹਾਂ, ਸੰਸਕ੍ਰਿਤ ਪੜ੍ਹਿਆ ਹੋਇਆ ਹਾਂ, ਕੋਈ ਕਹਿੰਦਾ ਵਕਾਲਤ ਮੈਂ ਜਾਣਦਾ, ਕੋਈ ਕਹਿੰਦਾ ਡਾਕਟਰੀ ਪਾਸ ਹੈ ਮੇਰੇ, ਕੋਈ ਕਹਿੰਦਾ ਮੈਂ ਸਾਇੰਸ ਵਿਦਿਆ ਦਾ ਜਾਣੂ ਹੈ। ਇਹ ਭਾਵੇਂ ਬੂਝਾਂ ਬੜੀਆਂ ਚੰਗੀਆਂ ਹਨ, ਪਰ ਵਾਹਿਗੁਰੂ ਦੇ ਸਰੂਪ ਬੂਝੇ ਸਮਝੇ ਤੋਂ ਬਗੈਰ ਇਹ ਮਨੁੱਖ ਦਾ ਜਿਹੜਾ ਆਉਣਾ ਹੈ ਇਹ ਵਿਅਰਥ ਹੀ ਆਇਆ। ਗੁਰੂ ਸਾਹਿਬ ਜੀ ਕਹਿੰਦੇ ਹਨ, ਅਨਕ ਸਾਜ ਕੋਈ ਸਾਧ ਸੰਗਤ ਜੀ ਬਿਰਛ ਲਾਵੇ, ਉਹਦੇ ਪੱਤਰੇ ਵੀ ਚੰਗੇ ਹੁੰਦੇ ਆ, ਫਲ ਵੀ ਹੁੰਦੇ, ਫਲ ਨਹੀਂ ਹੁੰਦੇ ਜਿਸ ਨੂੰ, ਤੇ ਛਾਂ ਵੀ ਚੰਗੀ ਹੋਵੇ ਪਰ ਉਹਨੂੰ ਅਫਲ ਜਿਹਾ ਕਹੀਦਾ। ਇਵੇਂ ਵਾਹਿਗੁਰੂ ਦੇ ਸਰੂਪ ਜੀ ਦੇ ਭਾਵੇਂ ਕਿੰਨੇ ਗੁਣ ਹੋਣ ਪੁਰਖ ਦੇ ਵਿੱਚ, ਭਾਵੇਂ ਕਿੰਨੇ ਵਿਦਿਆ ਹੋਵੇ, ਕਿੰਨਾ ਸਿਆਣਾ ਹੋਵੇ, ਵਾਹਿਗੁਰੂ ਦਾ ਸਰੂਪ ਬੁੱਝੇ ਤੋਂ ਬਗੈਰ ਬਿਰਥੀ ਅਵਿਅਰਥੀ ਆਇਆ ਹੋਇਆ, ਨਿਸਫਲ ਹੀ ਇਹਦਾ ਆਉਣਾ ਸੰਸਾਰ ਵਿੱਚ। ਅਨਕ ਸਾਜ ਸੀਗਾਰ ਬਹੁ ਕਰਤਾ। ਅਨੇਕ ਤਰ੍ਹਾਂ ਦੇ ਸਾਜੋ ਸਮਾਨ ਇਹਦੇ ਕੋਲੇ ਬੜੇ ਹੈ, ਬੜੇ ਸ਼ਿੰਗਾਰ ਅਨੇਕ ਪ੍ਰਕਾਰ ਦੇ ਕਰਦਾ। ਤਰਾਟਕਾਦਿਕ ਸਾਧਨ ਦੇ ਜਾਂ ਪ੍ਰਤੱਖ ਸ਼ਿੰਗਾਰਾਂ ਦੇ ਤਾਂ ਹੀ ਕਰਦਾ ਹੈ। ਜੋ ਮਿਰਤਕ ਉਡਾਇਓ। ਇਹ ਤਾਂ ਹੈ ਜਿਵੇਂ ਮੁਰਦੇ ਨੂੰ ਲੀੜੇ ਵਢਾ ਦਈਏ ਤੇ ਉਹਦੇ ਮੁਰਦੇ ਦੇ ਸ਼ਿੰਗਾਰ ਜਿਹੜੇ ਹੈ ਕਿਸ ਕੰਮ ਆਉਣੇ, ਉਹਨੂੰ ਕਿਹੜਾ ਵਰਦਾਨ ਦੇ ਦੇਣਾ ਹੈ।
ਅੰਨੇ ਅੱਗੇ ਆਰਸੀ ਨਾਈ ਰੱਖ ਨਾ ਵਧਾਈ ਪਾਵੇ। ਭਾਈ ਗੁਰਦਾਸ ਜੀ ਨੇ ਕਿਹਾ ਸੂਰਮੇ ਦੇ ਅੱਗੇ ਸ਼ੀਸ਼ਾ ਰੱਖ ਕੇ ਨਾਈ ਵਧਾਈ ਨਹੀਂ ਪਾ ਸਕਦਾ। ਇਸੇ ਪ੍ਰਕਾਰ ਜਿਹੜਾ ਮਰਿਆ ਹੋਇਆ ਹੈ ਉਹਨੂੰ ਸ਼ਿੰਗਾਰ ਜਿਹੜੇ ਕਰਨੇ ਹੈ ਉਹਦਾ ਕੋਈ ਐਡਾ, ਜੇ ਮ੍ਰਿਤਕ ਕੋ ਚੰਦਨ ਚੜਾਈ ਉਸ ਤੇ ਕਹੋ ਕਵਨ ਫਲ ਪਾਈ, ਜੇ ਮ੍ਰਿਤਕ ਕੋ ਵਿਸ਼ਟਾ ਮਾਰ ਲਾਏ ਤਾਂ ਕਹੋ ਮ੍ਰਿਤਕ ਕੀ ਘਟ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਇਆ ਮਹਾਰਾਜ ਸਾਹਿਬ ਜੀ ਨੇ ਅਨੇਕਾਂ ਜਿਹੜਾ ਸਾਜੋ ਸਮਾਨ ਕਰਦਾ ਰਹਿੰਦਾ ਤਰਾਟਕ ਸਾਧਦਾ ਹੈ ਅਤੇ ਅਨੇਕ ਪ੍ਰਕਾਰ ਦੇ ਸ਼ਿੰਗਾਰ ਲਾਉਂਦਾ ਹੈ। ਤਿਲਕ ਛਾਪਾ ਆਦਿਕ ਬਹੁਤ ਸਾਰੇ ਸਾਧਨਾਂ ਰੂਪੀ ਸ਼ਿੰਗਾਰਾਂ ਨੂੰ ਕਰਦਾ ਹੈ। ਅਨੇਕ ਤਰ੍ਹਾਂ ਦੇ ਆਸਣ ਪ੍ਰਾਣਾਯਾਮ ਆਦਿਕ ਸਾਜਾਂ ਨੂੰ ਸਜਾ ਕੇ ਜਿਉ ਮਿਰਤਕ ਢਾਇਓ। ਇਹ ਤਾਂ ਆਇਓ ਹੈ ਜੇ ਮੁਰਦੇ ਆਦਮੀ ਨੂੰ ਜਿਉ ਮਿਰਤਕ ਢਾਇਆ, ਜਿਵੇਂ ਮਿਰਤਕ ਦੇ ਤਾਂ ਢਾਇਆ ਵਸਤਰ ਪਹਿਨਾ ਦਈਏ। ਇਸੇ ਪ੍ਰਕਾਰ ਮਰਿਆ ਸਰੀਰ ਹੈ ਮਹਾਰਾਜ ਦੇ ਭਜਨ ਤੋਂ ਬਿਨਾਂ ਮਿਰਤਕ ਦੇ ਸਾਧ ਸੰਗ ਵੀ ਹੋਣਾ। ਸਾਧ ਸੰਗ ਤੋਂ ਬਿਨਾਂ ਮਰੀ ਹੋਈ ਦੇ ਸਮਝ ਲਓ ਉਹ ਮੁਰਦੇ ਨੂੰ ਪਹਿਰਾਉਣ ਵਾਲਾ ਉਡਾਣ ਨਹੀਂ ਆਈਆਂ ਵਸਤਰ ਜਿਵੇਂ ਓਢਣ ਨੂੰ ਦੇ ਉੱਤੇ ਲੈਣ ਵਾਲੇ ਵਸਤਰਾਂ ਨਾਲ ਓਢਣਾ ਹੁੰਦਾ ਹੈ। ਰਹਾਉ ਧਾਏ ਧਾਏ ਕਿਰਪਨ ਸ਼ਰਮ ਕੀਨੋ। ਧਾ ਜਾਣ ਵਾਲੇ ਜਿਹੜੇ ਪਦਾਰਥ ਹੈ ਉਹਨਾਂ ਦੇ ਵਾਸਤੇ ਧਾ ਕੇ ਹਲਕਾਰਾ ਬਣ ਕੇ ਕਿਰਪਨ ਸੂਗ ਨੇ ਬੜਾ ਭਾਰੀ ਸਰਮ ਤਕਲੀਫ ਉਠਾਉਣਾ ਕੀਤੀ। ਇਕੱਤਰ ਕਰੀ ਹੈ ਮਾਇਆ ਕੌਡੀ ਜੋੜ ਕੇ ਜੋੜੇ ਲਾਭ ਕਰੋੜ ਮਰਤੀ ਵਾਰ ਨਾ ਕਹਿਮਲਿਓ ਲਈ ਲੰਗੋਟੀ ਤੋੜ। ਇਸ ਪ੍ਰਕਾਰ ਇਕੱਠੀ ਕੀਤੀ ਮਾਇਆ ਥਕਾਵਟਾਂ ਕਰਕੇ ਬੜੇ ਪਰਿਸ਼ਰਮ ਕਰਕੇ ਯਤਨ ਕਰਕੇ। ਦਾਨ ਪੁੰਨ ਨਹੀਂ ਸੰਤਨ ਸੇਵਾ। ਮਾਇਆ ਇਕੱਠੀ ਕਰਨੀ ਮਾੜੀ ਤਾਂ ਨਹੀਂ। ਮਾਰਾ ਕਹਿੰਦੇ ਹੈ ਤਾਂ ਚੰਗੀ ਪਰ ਚੰਗੇ ਪਾਸੇ ਜੇ ਲੱਗੇ। ਜੇ ਉਸ ਮਾਇਆ ਚੋਂ ਦਾਨ ਨਹੀਂ ਕਰ ਸਕਿਆ ਕਿਸੇ ਗਰੀਬਾਂ ਨੇ ਮੁਖ ਨੂੰ ਮਹਾਰਾਜ ਨੇ ਕਿਹਾ ਗਰੀਬ ਦੀ ਮੁਖ ਨੂੰ ਸਿੱਖ ਗੁਰੂ ਕੀ ਗੋਲਕ ਜਾਣੇ। ਇਸ ਪ੍ਰਕਾਰ ਦਾਨ ਨਹੀਂ ਜਿਹੜਾ ਕਰ ਸਕਿਆ ਪੁੰਨ ਕਿਸੇ ਗੁਰੂ ਦੇ ਵਕਤ ਨਹੀਂ ਕੋਈ ਕਰ ਸਕਿਆ ਅਤੇ ਨਾ ਸਾਧ ਸੰਗਤ ਦੀ ਕਹਿ ਨਹੀਂ ਕਰ ਸਕਿਆ ਉਸ ਧਨ ਦੇ ਨਾਲ। ਕਿਤਹੀ ਕਾਜ ਨਾ ਆਇਓ। ਉਹ ਕਿਸੇ ਕੰਮ ਆਇਆ। ਕਿਤਹੀ ਕਾਜ ਨਾ ਆਇਆ। ਉਹ ਪਦਾਰਥ ਕਿਸੇ ਕੰਮ ਨਾ ਆਇਆ। ਜਿਹਨਾਂ ਨੂੰ ਸਾਂਭ ਲਿਆ ਉਹਨਾਂ ਦੇ ਹੱਥ ਆ ਗਿਆ। ਉਹਨਾਂ ਨੇ ਚਾਹੇ ਸ਼ਰਾਬਾਂ ਪੀਤੀਆਂ ਚਾਹੇ ਕੋਈ ਭੈੜੇ ਅਚਾਰ ਕੀਤੇ ਹਨ ਹੀ ਦੀ ਹਾਲਤ ਹੁੰਦੀ ਹੈ। ਕਰ ਆ ਉਸ ਪੁਰਖ ਦੇ ਕਿਸੇ ਜੋੜੀ ਹੋਈ ਕੰਮ ਨਾ ਆਈ ਮਾਇਆ। ਉਹ ਕਰ ਆ ਭਰਨ ਸਵਾਰੀ ਸੇਜਾ। ਜਿਵੇਂ ਕਿਸੇ ਇਸਤਰੀ ਨੇ ਭੂਖਣ ਪੈਰ ਕਰਕੇ ਸੇਜਾ ਚੰਗੀ ਸਵਾਰ ਕੇ ਬੈਠ ਜਾਵੇ। ਕਾਮਨ ਥਾਟ ਬਣਾਇਆ। ਕਾਮਣ ਆਪਦੇ ਪਤੀ ਦੀ ਪ੍ਰਾਪਤੀ ਦਾ ਵੀ ਮੈਨੂੰ ਪਤੀ ਮੇਰਾ ਮਿਲ ਜੂਗਾ ਇਹੋ ਜਿਹਾ ਠਾਠ ਬਣਾਵਟ ਬਣਾ ਲਿਆ ਹੋਵੇ। ਸੰਗ ਨਾ ਪਾਇਓ ਆਪਣੇ ਭਰਤੇ। ਉਹਦਾ ਪਤੀ ਜਿਹੜਾ ਸੀ ਗੁਣ ਨਾ ਦੇਖ ਕਰਕੇ ਉਹਦੇ ਪਾਸ ਪੁੱਜਿਆ ਨਹੀਂ। ਇਸ ਕਰਕੇ ਸਾਥ ਨਹੀਂ ਪਾਇਆ ਆਪਣੇ ਪਤੀ ਦਾ। ਪੀਖ ਦੁੱਖ ਪਾਇਆ। ਵੇਖ ਕੇ ਉਹ ਸੇਜਾ ਨੂੰ ਤੇ ਠਾਠ ਵਾਟ ਨੂੰ ਸਾਰਿਆਂ ਨੂੰ ਦੁੱਖ ਹੀ ਪਾਉਂਦੀ ਹੈ। ਸੁਖ ਨਹੀਂ ਉਹਨੂੰ ਨਿਕਲਦਾ ਪਤੀ ਦੀ ਪ੍ਰਸੰਨਤਾ ਕਰੀ ਤੋਂ ਬਗੈਰ। ਇਸੇ ਪ੍ਰਕਾਰ ਕਰ ਆ ਭਰਨ ਸਵਾਰੀ ਸੇਜਾ। ਜਿਹੜੇ ਸਾਧਨ ਕੀਤੇ ਭੂਖਣ ਬਣਾਏ ਹੈ ਆਸਣ ਲਾ ਲਿਆ ਪ੍ਰਾਣਾਯਾਮ ਕਰ ਲਿਆ। ਇਹ ਯੋਗ ਦੇ ਆਸਣ ਜਿਹੜੇ ਕਰਨੇ ਆ ਭਰਨ ਭੂਖਣ ਬਣਾਉਣਾ ਕੀਤਾ ਤੇ ਸੇਜਾ ਅੰਤਾ ਕਰਨ ਦੀਆਂ 10ਵੇਂ ਦਵਾਰ ਦੀ ਯੋਗਾ ਅਭਿਆਸ ਦੁਆਰਾ ਬਣਾ ਲਈ। ਕਾਮਨ ਥਾਟ ਬਣਾਇਆ। ਕਾਮਨ ਪਤੀ ਦੇ ਚਾਹਵਾਨ ਹੈ ਸੰਸਾਰਾਕਾਰ ਬ੍ਰਿਤੀ ਨੂੰ ਤਰਾਟਕ ਸਾਧ ਕਰਕੇ ਈਸ਼ਵਰ ਦੀ ਪ੍ਰਾਪਤੀ ਵਾਲਾ ਠਾਕ ਬਣਾਵਟ ਨੂੰ ਬਣਾ ਲਿਆ ਸਾਧਨਾ ਦੀ ਨੂੰ। ਸੰਗ ਨਾ ਪਾਇਓ ਆਪਣੇ ਭਰਤੇ। ਜਿਹੜੀ ਉਪਾਸ ਬਿਰਤੀ ਇਹਨੂੰ ਆਪਣਾ ਭਰਤਾ ਜੋ ਪਤੀ ਹੈ ਉਹਦਾ ਮਿਲਾਪ ਇਸ ਨੇ ਨਾ ਪਾਇਆ। ਬ੍ਰਹਮਾਕਾਰ ਬਿਰਤੀ ਨਾ ਹੋਈ ਸੰਸਾਰਾਕਾਰ ਹੀ ਰਹੀ। ਪੀਖ ਦੁੱਖ ਪਾਇਆ। ਉਹਦੇ ਸਾਧਨਾਂ ਨੂੰ ਵੇਖ ਕੇ ਦੁੱਖ ਪਾਉਂਦੀ। ਮੈਂ ਇੰਨੇ ਸਾਧਨ ਕੀਤੇ ਇੰਨੇ ਛਿਲੇ ਕੱਢੇ ਇੰਨੀ ਤਪੱਸਿਆ ਕੀਤੀ ਮੈਨੂੰ ਅਜੇ ਵੀ ਪ੍ਰਾਪਤ ਨਹੀਂ ਹੋਇਆ। ਇਹ ਦੁੱਖ ਹੀ ਪਾਉਣਾ ਕੀਤਾ ਹੈ ਵਿਯੋਗ ਦਾ। ਸਾਰੂ ਦਿਨਸ ਮਜੂਰੀ ਕਰਤਾ। ਜਗੀਰ ਸਿੰਘ ਪੋਥੀ ਵਾਲੀ ਝਾਕਿਆ ਕਰ ਮੇਰੇ ਮੂੰਹ ਵੱਲ ਕੀ ਤੱਕਦਾ ਹੈ। ਮਾਰੇ ਤਾਬਿਆ ਪੋਥੀ ਦੀ ਬੈਠਾ ਕੀ ਕਰਦਾ ਕਰੇ ਗੋਡਾ ਚੱਕ ਲੈਣਾ ਚੌਂਕੜੀ ਮਾਰ। ਸਾਰੂ ਦਿਨਸ ਮਜੂਰੀ ਕਰਤਾ। ਸਾਰਾ ਦਿਨ ਜਿਸ ਪ੍ਰਕਾਰ ਕੋਈ ਆਦਮੀ ਮਜ਼ਦੂਰੀ ਕਰਦਾ ਰਿਹਾ ਹੋਵੇ। ਉਹ ਮੂਸਲਹ ਛਰਾਇਆ। ਉਹ ਤੋਂ ਫੂਸ ਜਿਹੜਾ ਹੈ ਚੌਲ ਜਿਹਦੇ ਚੋਂ ਕੱਢੇ ਹੋਏ ਆ ਫੂਸ ਨੂੰ ਮੂਸਲਾਂ ਨਾਲ ਛੱਡਦਾ ਰਵੇ ਉਹਦੇ ਚੋਂ ਹੱਥ ਕੀ ਹੋਣਾ। ਇਸੇ ਪ੍ਰਕਾਰ ਸਾਧ ਸੰਗਤ ਜੀ ਸਾਰਾ ਦਿਨ
ਮਜ਼ਦੂਰੀ ਤਪੱਸਿਆ ਕਰਦਾ ਰਿਹਾ, ਲੋਕਾਂ ਤੋਂ ਸਿੱਧੇ ਮੰਗਦਾ ਰਿਹਾ, ਅਤੇ ਤੋਏ ਮੂਸਲਾ ਛਾਇਆ ਫਿਰ ਜੱਗ ਆਦਿਕਾਂ ਦੀ ਸਮੱਗਰੀ ਕੀਤੀ। ਜਿਵੇਂ ਫੂਸ ਨੂੰ ਛੜਨ ਲੱਗੇ ਨੂੰ ਉਹਦੇ ਵਿੱਚੋਂ ਚੌਲ ਨਹੀਂ ਨਿਕਲਦੇ, ਇਸੇ ਪ੍ਰਕਾਰ ਸਕਾਮ ਕਰਮਾਂ ਰੂਪੀ ਸਾਧ ਸੰਗਤ ਜੀ ਤੁਹਾਂ ਦੇ ਤਾਂ ਜਿਨ੍ਹਾਂ 'ਚ ਬ੍ਰਹਮ ਗਿਆਨ ਰੂਪੀ ਅਨਾਜ ਨਹੀਂ, ਮੁਕਤ ਰੂਪੀ ਫਲ ਨਹੀਂ ਹੈ, ਉਹ ਸਕਾਮ ਕਰਮਾਂ ਰੂਪੀ ਸਾਧਨਾ ਰੂਪੀ ਮੂਸਾ ਦੇ ਨਾਲ ਛੱਡਦਾ ਰਿਹਾ। ਕਦੇ ਤਪੱਸਿਆ ਕੀਤੀ, ਕਦੇ ਜਲ ਧਾਰਾ ਕਰ ਲਈ, ਕਿਉਂ ਮੂਸਾ ਨਾਲ ਛੱਡਦਾ ਰਿਹਾ, ਜੱਗਾਂ ਦੀ ਸਮੱਗਰੀ ਬਣਾਉਂਦਾ ਰਿਹਾ, ਕਦੇ ਧੂਪ ਕੁੱਟ ਲਈ, ਕਦੇ ਭੋਜ ਪੱਤਰ ਕੁੱਟ ਲਿਆ। ਖੇਦ ਭਇਓ ਬੇਗਾਰੀ ਨਿਆਈ। ਉਹਨਾਂ ਭਾਈ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਖੇਤ ਤਕਲੀਫ ਹੋਈ ਜਿਵੇਂ ਬਗਾਰੀ ਆਦਮੀ ਫੜਿਆ ਹੋਇਆ, ਜਿਉਂ ਬਗਾਰੀ ਕੇ ਸਿਰ ਦੀਜੇ ਦਾਮ, ਉਹ ਖਸਮੇ ਕੇ ਗਰੇ ਦੁੱਖ ਸਹਾਮ, ਬਗਾਰ 'ਚ ਪਕੜੇ ਹੋਏ ਨੂੰ ਮਜ਼ਦੂਰੀ ਨਹੀਂ ਮਿਲਦੀ ਹੁੰਦੀ। ਇਸੇ ਪ੍ਰਕਾਰ ਇਸਤਰੀ ਪੁੱਤਰ ਦਾ ਬਗਾਰੀ ਹੈ ਪਕੜਿਆ ਹੋਇਆ। ਘਰ ਕੈ ਕਾਮ ਨਾ ਆਇਆ। ਉਹ ਘਰ ਸੱਚਖੰਡ ਦੀ ਪ੍ਰਾਪਤੀ ਦੇ ਕੰਮ ਤਾਂ ਆਇਆ ਨਹੀਂ, ਇੱਥੇ ਬਗਾਰ ਕਰਦਾ ਰਿਹਾ ਇਸਤਰੀ ਪੁੱਤਰ ਦਾ ਗੋਲਾ ਬਣ ਕੇ। ਭਇਓ ਅਨੁਗ੍ਰਹੁ ਜਾ ਕਉ ਪ੍ਰਭ ਹੇ ਭਾਈ ਜਿਨ੍ਹਾਂ ਦੇ ਤੇ ਮੇਰੇ ਵਾਹਿਗੁਰੂ ਦਾ ਅਨੁਗ੍ਰਹ ਕਿਰਪਾਲਤਾ ਹੋਈ ਹੈ, ਪ੍ਰਸੰਨ ਹੋਇਆ ਮੇਰਾ ਪਿਆਰਾ। ਇਸ ਹਿਰਦੈ ਨਾਮ ਵਸਾਇਆ। ਸਾਰੀ ਤੋਂ ਅੱਗੇ ਪੜ੍ਹਦੇ ਹੋ ਅਗਲੀ ਵੀ। ਸਾਧ ਸੰਗਤ ਕੈ ਪਾਛੈ ਪਰਿਓ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾਲਤਾ ਹੋਈ, ਉਹ ਸਾਧ ਸੰਗਤ ਦੇ ਪੁਰਲੇ ਪੁੰਨਾਂ ਦੇ ਪ੍ਰੇਰੇ ਹੋਏ ਈਸ਼ਵਰ ਦੇ ਸਾਧ ਸੰਗਤ ਦੇ ਪਿੱਛੇ ਪਏ ਹਨ। ਜਨ ਨਾਨਕ ਹਰ ਰਸ ਪਾਇਆ। ਇਸ ਹਿਰਦੇ ਨਾਮ ਵਸਾਇਆ। ਉਹਨਾਂ ਦੇ ਸੰਤਾਂ ਨੇ ਹਿਰਦੇ 'ਚ ਨਾਮ ਵਸਾਤਾ। ਜਦੋਂ ਹਿਰਦੇ 'ਚ ਨਾਮ ਵਸਾਤਾ, ਜਨ ਨਾਨਕ ਹਰ ਰਸ ਪਾਇਆ, ਉਹਨਾਂ ਨੇ ਹਰੀ ਦੇ ਆਨੰਦ ਨੂੰ ਪ੍ਰਾਪਤ ਕਰ ਲਿਆ। ਇਸ ਪ੍ਰਕਾਰ ਜਿਨ੍ਹਾਂ ਤੇ ਕਿਰਪਾਲੂ ਹੋਇਆ ਪਰਮੇਸ਼ਰ, ਉਹਦੇ ਹਿਰਦੇ 'ਚ ਨਾਮ ਵਸਾਤਾ ਹੈ। ਸਾਧ ਸੰਗਤ ਦੇ ਸ਼ਰਨ ਦੇ ਪਿੱਛੇ ਪੈ ਗਿਆ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਨਾਂ ਨੂੰ ਹਰੀ ਰਸ ਆਨੰਦ ਪ੍ਰਾਪਤ ਹੋ ਗਿਆ ਹੈ। ਟੂਡੀ ਮਹੱਲਾ ਪੰਜਵਾ। ਕਿਰਪਾ ਨਿਧ ਬਸੋ ਹਿਰਦੈ ਹਰਨੀ। ਪਰਮੇਸ਼ਰ ਦੇ ਪਾਸੋਂ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ, ਅਸੀਂ ਹੋਰ ਪਦਾਰਥ ਮੰਗਦੇ ਹਾਂ। ਹੇ ਕਿਰਪਾ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ, ਸਾਡੇ ਨਿੱਤਾ ਪ੍ਰਤੀ ਹਿਰਦੇ 'ਚ ਬਸੋ, ਐਸੀ ਕਿਰਪਾ ਕਰੋ, ਕਦੇ ਭੁੱਲੋ ਨਾ। ਐਸੀ ਬੁੱਧ ਕਰੋ ਪਰਗਾਸਾ। ਐਸੀ ਆਤਮ ਵਿਸ਼ੈਣੀ ਬੁੱਧੀ ਜਿਹੜੀ ਜਿਵੇਂ ਭਗਤਾਂ ਸੰਤਾਂ ਦੀ ਹੈ, ਉਹੀ ਜੀ ਬੁੱਧੀ ਸਾਡੇ ਅੰਦਰ ਆਤਮ ਵਿਸ਼ੈਣੀ ਪ੍ਰਗਟ ਕਰੋ। ਲਾਗੈ ਪ੍ਰਭ ਸੰਗ ਪ੍ਰੀਤ। ਐਸੀ ਕਹੀ ਜੀ ਜਿਹੀ ਕਰਕੇ ਹੈ ਪ੍ਰਭੂ ਤੇਰੇ ਨਾਲ ਸਾਡੀ ਪ੍ਰੀਤੀ ਲੱਗ ਜੇ, ਐਸੀ ਸਾਡੇ ਬੁੱਧ ਪ੍ਰਗਟ ਕਰੋ। ਐਸੀ ਬੁੱਧੀ ਨਾ ਹੋਵੇ ਜਿਹੜੀ ਬੇਮੁਖਾਬ ਤੋਂ ਰੱਖੇ, ਪ੍ਰਭੂ ਆਪ ਦੇ ਨਾਲ ਪ੍ਰੀਤੀ ਲੱਗ ਜੇ। ਸਮਰੱਥ ਇਹੀ ਜੀ ਬੁੱਧ ਸਾਡੇ ਅੰਦਰ ਪ੍ਰਕਾਸ਼ ਕਰੋ, ਪ੍ਰਗਟ ਕਰੋ। ਰਹਾਉ ਦਾਸ ਤੁਮਾਰੇ ਕੀ ਪਾਉ ਧੂਰਾ। ਇਹ ਮਹਾਰਾਜ ਆਪ ਦੇ ਜਿਹੜੇ ਸੇਵਕ ਹੈ, ਉਹਨਾਂ ਦੀ ਚਰਨ ਧੂੜ ਨੂੰ ਅਸੀਂ ਪ੍ਰਾਪਤ ਕਰੀਏ। ਮਸਤਕ ਲੇ ਲਾਭ। ਆਪਣੇ ਮੱਥੇ ਦੇ ਤੇ ਲੈ ਕੇ ਚਰਨਾਂ ਧੂੜ ਨੂੰ ਲਾਉਣਾ ਕਰੀਏ। ਆਪਣੇ ਅੰਤःਕਰਨ ਮੱਥੇ 'ਚ ਸਰਦਾ ਰੂਪੀ ਧੂੜਾ ਲੈ ਕੇ ਲਾਈਏ। ਮਹਾਪਦ ਤੇ ਹੂਤ ਪੁਨੀਤਾ। ਇਹ ਐਸੀ ਸੰਗਤ ਦੀ ਧੂੜ ਹੈ, ਬੜੇ ਬੜੇ ਜਿਹੜੇ ਪਾਪੀ ਹੈ, ਜਿਸ ਪ੍ਰਕਾਰ ਬਾਲਮੀਕ ਜਿਹੜਾ ਸੀ, ਉਹ ਬਾਲਮੀਕ ਬਟਵਾਰੋ ਤਰਿਓ ਬਦਕ ਕਰੇ ਵਿਚਾਰੇ, ਇਸ ਪ੍ਰਕਾਰ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਹਰ ਕੀਰਤਨ ਗੁਣ ਗਾਵੋ। ਹਰੀ ਆਪਦੇ ਕੀਰਤਨ 'ਚ ਪਾ ਕੇ ਗੁਣਾਂ ਨੂੰ ਗਾਉਣਾ ਕਰੀਏ ਆਪਦਿਆਂ ਨੂੰ। ਆਗਿਆ ਤੁਮਰੀ ਮੀਠੀ ਲਾਗੋ। ਇੱਕ ਮਾਰਾ ਆਪਦੀ ਆਗਿਆ ਹਰ ਵਕਤ ਸਿਮਰਨ ਕਰਨ ਦੀ, ਇਹ ਹਰ ਵਕਤ ਸਿਮਰਨ ਕਰਨ ਦੀ ਆਗਿਆ ਸਾਨੂੰ ਪਿਆਰੀ ਲੱਗੇ, ਹਰ ਵਕਤ ਤੇਰਾ ਭਜਨ ਕਰਦੇ ਰਹੀਏ। ਜੀਓ ਤੁਹਾਰੋ ਭਾਵ। ਦੂਜਾ ਜੋ ਆਪ ਕਰ ਰਹੇ ਹੋ ਭਾਣਾ ਮੰਨਣ ਦੀ ਬਾਬਤ, ਭਾਣਾ ਆਪਦਾ ਮੰਨਦੇ ਰਹੀਏ। ਜੋ ਕੋਈ ਆਪ ਕਰਦੇ ਹੋ ਉਹਦੇ 'ਚ ਨਫ਼ਰਤ ਨਾ ਕਰੀ ਵੀ ਇਹ ਪਰਮੇਸ਼ਰ ਨੇ ਉਹ ਕਿਉਂ ਕਰਦਾ, ਮੈਂ ਇੰਨਾ ਭਜਨ ਕਰਦਾ ਸੀ। ਉਹ ਆਪਦਾ ਕੀਤਾ ਹੋਇਆ ਸਾਨੂੰ ਭਾਵੇਂ ਭਾਣਾ ਮੰਨੀਏ। ਅਸੀਂ ਕਿਰਪਾ ਕਰੋ ਸਾਡੇ ਤੇ। ਜੋ ਤੂੰ ਦੇਹ ਤਹੀਂ ਇਹ ਤ੍ਰਿਪਤੈ। ਤੇ ਫਿਰ ਮਾਰਾ ਸਾਡੇ ਮਨ 'ਚ ਸੰਤੋਖ ਵੀ ਬਖਸ਼ੋ, ਲਾਲਚੀ ਬਣਾ ਸੀ ਰਹੀਏ। ਜੋ ਤੂੰ ਬਖਸ਼ ਦੇਵੇਂ ਉਹਦੇ 'ਚ ਹੀ ਰੱਜੇ ਰਹੀਏ, ਪ੍ਰਸੰਨ ਰਹੀਏ। ਆਨ ਨਾ ਕਤਹੂ ਧਾਵ। ਆਪ ਦਾ ਦਰ ਛੱਡ ਕੇ ਹੋਰ ਕਿਸੇ ਪਾਸੇ ਦੇਵੀ ਦੇਵਤਿਆਂ ਦੇ ਸੰਪੈ ਕੋ ਈਸ਼ਵਰ ਤੇ ਆਈਏ, ਹੋਰ ਪਾਸੇ ਨਾ ਦੌੜਦੇ ਫਿਰੀਏ। ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ। ਇਹ ਅੰਤਰਜਾਮੀ ਇੱਕ ਹੋਰ ਦਾਤ ਬਖਸ਼ੋ, ਹਰ ਵਕਤ ਆਪ ਨੂੰ ਅੰਗ ਸੰਗ ਸਮਝੀਏ, ਨੇੜੇ ਸਮਝੀਏ। ਇਹ ਪ੍ਰਭੂ ਮਾਲਕ ਸਗਲ ਰੇਣ ਹੋਈ ਰਹੀ ਹੈ। ਅਤੇ ਨਾਲ ਐਸੀ ਵੀ ਕਿਰਪਾ ਕਰੋ ਨੇੜੇ ਜਾਣ ਕੇ ਹੰਕਾਰ ਨਾ ਕਰਿਓ ਮੈਂ ਬ੍ਰਹਮ ਨੂੰ ਪ੍ਰਾਪਤ ਕਰ ਲਿਆ, ਨਾ ਸਾਰਿਆਂ ਦੀ ਧੂੜ ਮਾਰਾ ਬਣੇ ਰਹੀ।
ऐसी कृपा करो आप। साधु संगत हुए प्राप्त अपने कुसंगत तो सानू बचा के रखो। आप दे श्रेष्ठ महापुरख है जेड़े उन्होंने दे करके महाराज संगत प्राप्त होंदी रहे। ਤਾਂ ਪ੍ਰਭ ਆਪਣਾ ਲਹੀਐ ਇੰਨੇ ਗੁਣ ਮਹਾਰਾਜ ਜੇ ਆ ਜਾਣ ਤਾਂ हे ਪ੍ਰਭੂ ਸਾਡੇ ਆਪਣੇ ਪਿਆਰੇ ਤਾਂ ਤੈਨੂੰ ਲੈ ਸਕੀਦਾ, ਤਾਂ ਤੇਰੀ ਪ੍ਰਾਪਤੀ ਕਰ ਲੱਗ ਸਕੀਦਾ ਹੈ। ਸਦਾ ਸਦਾ ਹਮ ਛੋਰੇ ਤੁਮਰੇ ਅਸੀਂ ਤਾਂ ਮਹਾਰਾਜ ਬਾਲਕਿਆਂ ਦੀ ਨਹੀਂ ਆਪ ਤੋਂ ਹੀ ਮੰਗਣਾ ਹੈ ਨਾ। ਸਦਾ ਸਦਾ ਵਾਸਤੇ ਛੋਰੇ ਛੋਟੇ ਬੱਚੇ ਹਾਂ ਆਪਦੇ ਅਸੀਂ। ਤੂੰ ਪ੍ਰਭ ਹਮਰੋ ਮੀਰਾ ਅਸੀਂ ਛੋਟਿਆਂ ਤੋਂ ਛੋਟੇ ਆਪਦੇ ਛੋਟੇ ਬੱਚੇ ਦਾਸਾਂ ਤੋਂ ਦਾਸ ਹਾਂ। ਤੁਸੀਂ ਸਾਡੇ ਹੈ ਪ੍ਰਭੂ ਜੀ ਮੀਰਾ ਪਾਤਸ਼ਾਹ ਵੱਡੇ ਤੋਂ ਵੱਡੇ ਹੋ। ਨਾਨਕ ਬਾਰਕ ਤੁਮ ਮਾਤ ਪਿਤਾ ਇਹ ਸੱਚੇ ਪਾਤਸ਼ਾਹ ਅਸੀਂ ਤਾਂ ਬੱਚਿਆਂ ਦੀ ਨਿਆਈ ਹੈ। ਸਤਿਗੁਰੂ ਜੀ ਆਪਾਂ ਨੂੰ ਜਾਂਚ ਦੱਸਦੇ ਹੈ। ਤੁਸੀਂ ਅਕਾਲ ਪੁਰਖ ਸਾਡੇ ਹਰ ਆਪੇ ਮਾਤਾ ਆਪੇ ਪਿਤਾ ਆਪ ਹੀ ਮਾਂ ਪਿਓ ਹੈ। ਭਿੰਨ ਤੁਵਾ ਦਾਨ ਕਾਰਨ ਹੋਣੇ ਤੇ ਮੁਖ ਨਾਮ ਤੁਮਾਰੂ ਖੀਰਾ ਆਪਦਾ ਜਿਹੜਾ ਨਾਮ ਹੈ ਸਾਡੇ ਮੁਖ ਵਿੱਚ ਮਾਰੇ ਦੁੱਧ ਹਰ ਵਕਤ ਪ੍ਰਾਪਤ ਹੁੰਦਾ ਰਹੇ। ਆਪਦੇ ਉਪਦੇਸ਼ ਰੂਪੀ ਆਸਨ ਦੁਆਰਾ ਨਾਮ ਰੂਪੀ ਦੁੱਧ ਚੁੰਗਦੇ ਰਹੀਏ ਅਸੀਂ। ਇਹ ਸਾਡੇ ਮੁਖ ਵਿੱਚ ਦੁੱਧ ਦੁਨੀਆਂ ਵਾਲੇ ਬੱਚੇ ਨੂੰ ਜਿਵੇਂ ਦੁੱਧ ਨਾਲ ਹੀ ਪਾਲਣਾ ਹੁੰਦੀ ਹੈ, ਇਵੇਂ ਹੋਰ ਸਾਧਨ ਮਾਰਾ ਅਸੀਂ ਕਠਨ ਕਰ ਨਹੀਂ ਸਕਦੇ। ਆਪਦਾ ਨਾਮ ਹੀ ਦੁੱਧ ਸਾਨੂੰ ਪ੍ਰਾਪਤ ਹੋਵੇ। ਟੂਡੀ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗੋ ਦਾਨ ਠਾਕੁਰ ਨਾਮ। ਇਹ ਤਾਂ ਦਾਤਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਦੋ ਪੌੜੀਆਂ ਵਾਲੇ ਸ਼ਬਦ ਮਹਾਰਾਜ ਉਚਾਰਦੇ ਦੂਜੇ ਘਰ ਤੋਂ ਅਵਤਾਰ ਵਿੱਚ। ਮਹਾਰਾਜ ਕਹਿੰਦੇ ਆ ਭਾਈ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ ਹਨ। ਮੰਗੋ ਦਾਨ ਠਾਕੁਰ ਨਾਮ। ਇਹ ਭਾਈ ਜੇ ਦਾਨ ਮੰਗਣਾ ਤਾਂ ਸੱਚੇ ਪਾਤਸ਼ਾਹ ਠਾਕੁਰ ਦੇ ਪਾਸੋਂ ਨਾਮ ਦਾ ਦਾਨ ਮੰਗੀਏ। ਹੋਰ ਜਿਹੜੀਆਂ ਚੀਜ਼ਾਂ ਉਹ ਮੰਗੀਆਂ ਹੋਈਆਂ ਨਾਲ ਨਹੀਂ ਜਾਂਦੀਆਂ ਹਨ। ਅਵਰ ਕਛੂ ਮੇਰਾ ਸੰਗ ਨਾ ਚੱਲ। ਕਿਉਂ ਬੇਨਤੀ ਕਰੀਏ ਮਹਾਰਾਜ ਹੋਰ ਕੋਈ ਪਦਾਰਥ ਸਾਡੇ ਨਾਲ ਪਰਲੋਕ 'ਚ ਨਾਲ ਨਹੀਂ ਚੱਲਣਾ ਹੈ। ਮਿਲੇ ਕਿਰਪਾ ਗੁਣ ਗਾਨ। ਕਿਰਪਾ ਕਰੋ ਮਹਾਰਾਜ ਗੁਣਾਂ ਦੇ ਗਾਉਣ ਵਾਲਾ ਜਿਹੜਾ ਗਾਮ ਨਗਰ ਹੈ ਨਾ ਸੰਗਤ, ਇਹ ਸਾਨੂੰ ਪ੍ਰਾਪਤ ਹੋਵੇ। ਸਾਧ ਸੰਗਤ ਰੂਪੀ ਨਗਰ ਵਿੱਚ ਰਹੀਏ, ਗੁਣਾਂ ਦਾ ਗਾਉਣਾ ਸਾਨੂੰ ਮਿਲੇ। ਗੁਣਾਂ ਦਾ ਗਾਮ ਜੋ ਸਮੂਹ ਘਰ ਹੈ ਗੁਣਾਂ ਦੀ ਸੰਗਤ ਉਹ ਸਾਨੂੰ ਮਿਲੇ ਅਤੇ ਗੁਣਾਂ ਦਾ ਗਾਮ ਘਰ ਵਾ ਜੋ ਅੰਤਾਕਰਨ ਸਾਡਾ ਕਿਰਪਾ ਕਰਕੇ ਸਮੂਹ ਗੁਣਾਂ ਦਾ ਨਗਰ ਬਸ ਜਾਵੇ। ਸੱਚੇ ਪਾਤਸ਼ਾਹ ਗਾਉਣ ਵਾਸਤੇ ਸੰਗਤ ਗੁਣ ਮਿਲਣ ਸਾਨੂੰ। ਰਹਾਉ ਰਾਜ ਮਾਲ ਅਨੇਕ ਭੋਗ ਰਸ। ਇਹ ਅੰਤਰਜਾਮੀ ਜਿਹੜਾ ਰਾਜ ਦਾ ਸੁਖ ਭੋਗਣਾ ਹੈ, ਮਾਲ ਹਾਥੀ ਘੋੜਿਆਂ ਦੀਆਂ ਸਵਾਰੀਆਂ ਕਰਨੀਆਂ ਹੈ, ਅਨੇਕਾਂ ਭੋਗਾਂ ਦੇ ਜਿਹੜੇ ਰਸ ਆਨੰਦ ਮੰਨੇ ਹੈ ਲੋਕਾਂ ਨੇ। ਸਗਲ ਤਰਵਰ ਕੀ ਸ਼ਾਨ। ਇਹ ਸਾਰੇ ਜੇ ਬਿਰਸ਼ ਦੀ ਛਾਂ ਜਿਹੜੀ ਹੈ ਸੂਰਜ ਦੇ ਪੱਛੋਂ ਵੱਲ ਜਾਣੇ ਕਰਕੇ ਸੂਰਜ ਦੀ ਛਾਂ ਬਦਲ ਜਾਂਦੀ ਹੈ। ਇਸੇ ਪ੍ਰਕਾਰ ਪੁੰਨੀਆਂ ਪੁਰਖਾਂ ਰੂਪੇ ਜਿਸ ਵਕਤ ਪੱਛੋਂ ਦੀ ਤਰਫ ਸੂਰਜ ਪੁੰਨ ਰੂਪੀ ਸੂਰਜ ਚਲਿਆ ਜਾਂਦਾ ਹੈ, ਉਦੋਂ ਮਰਦ ਜਿਹੜੇ ਹੈ ਬਿਰਸ਼ ਦੀ ਨਿਆਈ ਇਹਨਾਂ ਦੇ ਸਰੀਰ ਹੈ, ਇਹਨਾਂ ਦੀ ਮਾਇਆ ਜਿਹੜੀ ਛਾਂ ਹੈ ਬਦਲ ਜਾਂਦੀ ਹੈ, ਅਚਲ ਨਹੀਂ ਰਹਿੰਦੀ ਹੈ। ਸੁਖਮਈ ਕੀ ਤਾਏ ਤਾਏ ਬਹੁ ਵਿਦ ਕਉ ਧਾਵੈ। ਇਹ ਦੌੜ ਵਾਲੇ ਜਿਹੜੇ ਪਦਾਰਥ ਹੈ ਬਹੁਤ ਵਿਧੀ ਪੂਰਵਕ ਉਹਨਾਂ ਵਾਸਤੇ ਦੌੜਦਾ ਫਿਰਦਾ ਹੈ। ਸਗਲ ਨਿਰਾਰਥ ਕਾਮ। ਇਹ ਤਾਂ ਸਾਧ ਸੰਗਤ ਜਿਵੇਂ ਹਲਕਿਆ ਕੁੱਤਾ ਭਟਕਦਾ ਫਿਰਦਾ ਹੈ, ਭਟਕਦੇ ਫਿਰਦੇ ਦੌੜਦੇ ਸਾਰੇ ਨਿਰਾਰਥ ਵਿਅਰਥ ਹੀ ਕਰਨ ਹਨ ਜਿੰਨੀਆਂ ਕਾਮਨਾ ਹਨ। ਬਿਨ ਗੋਬਿੰਦ ਅਵਰ ਜੀ ਚਾਹ। ਇਹ ਭਾਈ ਬਿਨਾਂ ਗੋਬਿੰਦ ਪਰਮੇਸ਼ਰ ਤੋਂ ਜਿਹੜੀ ਹੋਰ ਕਿਸੇ ਚੀਜ਼ ਦੀ ਚਾਹਨਾ ਕਰਦੇ ਹੋ। ਤੀਸੈ ਸਗਲ ਬਾਤ ਹੈ ਖਾਮ। ਇਹ ਸਭ ਕੁਝ ਸਾਨੂੰ ਦਿਖਦਾ ਜਿੰਨੀਆਂ ਗੱਲਾਂ ਸਾਰੀਆਂ ਖਾਮ ਕਚਾਈ ਵਾਲੀਆਂ ਹਨਗੀਆਂ। ਇਹ ਤਾਂ ਕੱਚੇ ਕੰਮਾਂ ਵਿੱਚ ਹੀ ਲੱਗੇ ਹੋਏ ਰਾਤ ਨੇ ਬਾਤ ਪਦਾਰਥਾਂ ਦੇ ਵਾਸਤੇ। ਕਹੋ ਨਾਨਕ ਸੰਤ ਰੇਨ ਮੰਗੋ। ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਦੀ ਧੂੜ ਮੰਗਣਾ ਕਰੋ। ਮੇਰੂ ਮਨ ਪਾਵੈ ਵਿਸਰਾਮ। ਅਤੇ ਬੇਨਤੀ ਕਰੀਏ ਮਾਰਾ ਮੇਰਾ ਮਨ ਸਾਧ ਸੰਗਤ ਮੰਗੋ ਆਪਦੇ ਨਾਮ ਵਿੱਚ ਵਿਸਰਾਮ ਟਿਕਾ ਪਾਵੇ, ਬਸੰਤੀ ਪਾਵੇ, ਇਸਤ ਹੋਵੇ। ਟੂਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨਹਿ ਸਾਧਾਰੈ। ਇਹ ਭਾਈ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹੀ ਮਨ ਨੂੰ ਸਹਿਤ ਆਸਰੇ ਦੇ ਕਰਨ ਵਾਲਾ ਹੈ ਤੇ ਮਨ ਦੇ ਵਿਕਾਰਾਂ ਨੂੰ ਮੇਟ ਕੇ ਸੁਧਾਰਨ ਵਾਲਾ ਵੀ ਇਹੋ ਹੀ। ਜੀਏ ਪ੍ਰਾਨ ਸੂਖ ਇਸ ਮਨ ਕੋ। ਇਹ ਜੀਵ ਦੇ ਅੰਦਰ ਜਿਹੜੇ ਸਰੀਰ ਦੇ ਅੰਦਰ ਹੈ ਇਹ ਜੀਵ ਦੇ ਜਿਹੜੇ ਪ੍ਰਾਣ ਮੰਨੇ ਹਨ
ਅਤੇ ਜੀਵ ਪ੍ਰਾਣ ਸੂਖ ਇਸ ਮਨ ਅਤੇ ਕੋ ਮਨ ਦੇ ਤਾਂ ਹੀ ਜਿਹੜੇ ਸੁਖ ਮੰਨੇ ਹੋਏ ਨੇ ਜੀਵ ਦੇ ਬਰਤਨ ਇਹ ਅਤੇ ਹਮਾਰੇ ਵਰਤਾਵਾ ਜਿਹੜਾ ਦੁਨੀਆ ਦੇ ਵਿਹਾਰਾਂ ਦਾ ਮੰਨਿਆ ਸਾਡੇ ਤੇ ਇਹੋ ਹੀ ਹੈ ਜੋ ਵਾਹਿਗੁਰੂ ਦੇ ਨਾਮ ਦਾ ਮਨ ਚ ਆਸਰਾ ਲੈਣਾ ਹੈ। ਰਹਾਉ ਨਾਮ ਜਾਤ ਨਾਮ ਮੇਰੀ ਪਤ ਸਾਡਾ ਹੈ ਨਾਮ ਹੀ ਉਤਮ ਜਾਤੀ ਹੈ, ਅਚੁੱਤ ਕੁਲ ਦੇ ਦੇਣ ਵਾਲੀ। ਨਾਮ ਹੀ ਸਾਡੀ ਪਤ ਰੋਹ ਹੈ, ਇੱਜ਼ਤ ਹੈ। ਨਾਮ ਮੇਰਾ ਪਰਿਵਾਰ ਸਾਡੇ ਨਾਮ ਹੀ ਪਰਿਵਾਰ ਸਤ ਸੰਤੋਖ ਜਿਆ ਧਰਮਾਂ ਦੇ ਗੁਣਾਂ ਦੇ ਸਹਿਤ ਹੋਣਾ, ਇਹ ਨਾਮ ਹੀ ਸਾਡਾ ਪਰਿਵਾਰ ਹੈ। ਨਾਮ ਸਖਾਈ ਸਦਾ ਮੇਰਾ ਸੰਗ ਪਰਮੇਸ਼ਰ ਦਾ ਨਾਮ ਸਖਾ ਮਿੱਤਰ ਹੈ, ਸਖਾਈ ਸਹਾਇਤਾ ਕਰਨ ਵਾਲਾ ਹੈ, ਸਦਾ ਲੋਕ ਪਰਲੋਕ ਚ ਮੇਰੇ ਸਾਥ ਜਾਣ ਵਾਲਾ ਹੈ। ਹਰ ਨਾਮ ਮੂਕੋ ਨਿਸਤਾਰ ਪਰਮੇਸ਼ਰ ਦਾ ਨਾਮ ਹੀ ਭਾਈ ਮੇਰੇ ਤਾਈਂ ਸੰਸਾਰ ਤੋਂ ਤਾਰਨਾ ਕਰੇਗਾ, ਪ੍ਰਪੰਚ ਤੋਂ। ਵਿਖੇ ਬਿਲਾਸ ਕਹੀਅਤ ਬਹੁ ਤੇਰੀ ਜਿਹੜੇ ਵਿਸ਼ਿਆਂ ਦੇ ਵਿਲਾਸ ਆਨੰਦ ਭੋਗ ਆਦਿਕ ਬਹੁਤ ਸਾਰੇ ਸੁੱਖ ਕਹੀਦੇ ਐ, ਚਲਤ ਨਾ ਕਛੂ ਸੰਗਾਰ ਕਿਸੇ ਦੇ ਨਾਲ ਪਦਾਰਥ ਨਾਲ ਨਹੀਂ ਚੱਲਦੇ, ਸੰਗੀ ਇੱਥੇ ਹੀ ਰਹਿ ਜਾਂਦੇ ਹਨ। ਕਾਲਾ ਮੂੰਹ ਜਿਵੇਂ ਦੀਵਾ ਜਦੋਂ ਮੱਝ ਜੇ ਬੱਤੀ ਉਹਦੀ ਸੜ ਜੇ, ਤੇਲ ਮੁੱਕ ਜੇ, ਕਾਲਾ ਮੂੰਹ ਦੀਵੇ ਦਾ ਰਹਿ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਵਕਤ ਇਹ ਬਿਰਤੀ ਰੂਪ ਬੱਤੀ ਜਿਹੜੀ ਖੜ ਜਾਂਦੀ ਹੈ, ਤਲਾ ਲੱਖ ਰੁਪਈ ਤੇਲ ਮੁੱਕ ਜਾਂਦਾ, ਉਦੋਂ ਕਲੰਕ ਲੋਕਾਂ ਦੇ ਚੇਤੇ ਰਹਿ ਜਾਂਦੇ ਹੈ, ਇਉਂ ਕੋਈ ਪਦਾਰਥ ਨਾਲ ਨਹੀਂ ਚੱਲਦਾ ਹੈ। ਇਸ਼ਟ ਮੀਤ ਨਾਮ ਨਾਨਕ ਕੋ ਗੁਰੂ ਸਾਹਿਬ ਜੀ ਕਹਿੰਦੇ ਇਸ਼ਟ ਪਿਆਰਾ ਜਿਹੜਾ ਆਪਣੇ ਆਪ ਨੂੰ, ਕਈਆਂ ਨੂੰ ਦੇਵੀ ਦੇਵਤਾਂ ਨੂੰ ਇਸ਼ਟ ਮੰਨਿਆ, ਆਪਣੇ ਪਿਆਰੇ ਮੰਨਿਆ ਹੈ, ਕਈਆਂ ਨੂੰ ਮਿੱਤਰਾਂ ਨੂੰ ਆਪਦੇ ਪਿਆਰੇ ਮੰਨਿਆ। ਗੁਰੂ ਸਾਹਿਬ ਜੀ ਕਹਿੰਦੇ ਨਾਮ ਹੀ ਸਾਡਾ ਇਸ਼ਟ ਦੇਵਤਾ ਹੈ, ਪਿਆਰਾ ਦੇਵਤਾ ਹੈ, ਮਿੱਤਰ ਵੀ ਸਾਡਾ ਨਾਮ ਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ ਹਰ ਨਾਮ ਮੇਰਾ ਭੰਡਾਰੈ ਹਰੀ ਦਾ ਨਾਮ ਹੀ ਸਾਡੇ ਭੰਡਾਰੇ ਹੈ, ਸੁਭ ਗੁਣਾਂ ਦੇ, ਦੇਵੀ ਗੁਣਾਂ ਦੇ। ਟੂਡੀ ਮਹੱਲਾ ਸਾਡੇ ਭੰਡਾਰੇ ਪੰਜਵਾਂ ਅੰਦਰ ਕਰਨ ਦੇ ਪਰਮੇਸ਼ਰ ਦਾ ਨਾਮ ਹੀ ਭੰਡਾਰਾ ਹੈ। ਟੂਡੀ ਸਤ ਮਹੱਲਾ ਸੰਤੋਖ ਗਿਆਨ ਆਦਿਕ ਜਿੰਨੇ ਹਨ, ਹਰ ਰਤਨ ਜਿਵੇਂ ਹਰ ਨਾਮ। ਟੂਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਇਹ ਪਿਆਰੇ ਅੱਛੀ ਤਰ੍ਹਾਂ ਜਿਵੇਂ ਆਦਮੀ ਖੇਤੀ ਕੋਈ ਕਰੇ ਤਾਂ ਉਹਦੀ ਚੰਗੀ ਖੇਤੀ ਲੱਗਦੀ ਹੈ, ਇਹ ਅੱਛੀ ਪ੍ਰਕਾਰ ਗੁਣ ਗਾ ਮਹਾਰਾਜ ਦੇ ਜੋ ਚੰਗੇ ਗੁਣ ਹਨ। ਤੇਰੇ ਰੋਗ ਹੰਕਾਰ ਆਦਿਕ ਗਿਆਨ ਆਦਿਕ ਜੰਮਣ ਮਨ ਸਭ ਮਿਟ ਜਾਣਗੇ। ਮੁਖ ਉਜਲ ਮਨ ਨਿਰਮਲ ਹੋਈ ਇਸ ਹੈ ਲੋਕ ਜੀ ਉਜਲਾ ਮੁਖ ਹੋਵੇਗਾ, ਪਰ ਲੋਕ ਵਾਸਤੇ ਵੀ ਮਨ ਨਿਰਮਲ ਸ਼ੁੱਧ ਹੋ ਜਾਵੇਗਾ, ਵਿਕਾਰਾਂ ਤੋਂ ਰਹਿਤ ਹੋ ਕੇ। ਤੇਰੂ ਰਹਿ ਇਹਾ ਉਹਾ ਲੂ ਤੇਰਾ ਇਹਾਂ ਇਸ ਲੋਕ 'ਚ ਵੀ ਉਜਲ ਮੁਖ ਹੋਵੇਗਾ, ਉਹਾਂ ਪਰਲੋਕ ਵੀ ਤੇਰਾ ਕਾਇਮ ਰਹਿ ਜਾਏਗਾ। ਪਰਲੋਕ 'ਚ ਹੀ ਰੇਰੇ ਦਰਗੇ ਕਹਿਣ ਕੋ ਆਓ ਬੈਠ ਆਦਰ ਸੁਭ ਦੇਉ। ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਧੋਣਾ ਕਰੀਏ, ਚਰਨਾਂ ਨੂੰ ਦੇਖਣਾ ਕਰੀਏ, ਚਰਨਾਂ ਦਾ ਪੱਖ ਲੈਣਾ ਕਰੀਏ, ਸਤਿਗੁਰਾਂ ਦੀ ਪਹਿਲ ਕਰੀਏ। ਮਨ ਹੈ ਚਰਾਹੂ ਭੂ ਇਹ ਜਿਹੜਾ ਮਨ ਹੈ ਨਾ ਆਪਣਾ, ਇਹਨੂੰ ਭੋਗ ਲਾਉਣਾ ਕਰੀਏ, ਚੜਾਈਏ। ਜਿਵੇਂ ਭੋਗ ਕੜਾਹ ਪ੍ਰਸ਼ਾਦ ਚੜਾਈ ਦਾ ਮਹਾਰਾਜ ਹਜ਼ੂਰੀ 'ਚ, ਇਉਂ ਮਨ ਹੀ ਹਰਪ ਦਈਏ ਚੰਗਾ ਬਣਾ ਕੇ ਸੱਚੇ ਪਾਤਸ਼ਾਹ ਦੇ ਇਹ ਭੋਗ ਲਗਾਉਣਾ ਕਰੀਏ। ਮਨ ਜਿਹੜਾ ਮਨ ਦੇ ਰਾਮ ਲਿਆ ਹੈ ਮੋਲ, ਇਹ ਸੱਚੇ ਪਾਤਸ਼ਾਹ ਨੂੰ ਭੋਗ ਲਗਾਉਣਾ ਕਰੀਏ। ਮਨ ਦਾ ਜਿਹੜਾ ਚਾੜ ਦੇਣਾ ਹੈ, ਮਨ ਦੀ ਮੱਤ ਛੱਡ ਦੇਣੀ ਹੈ, ਮਹਾਰਾਜ ਦੀ ਆਗਿਆ ਚੱਲਣ ਲੱਗ ਜਾਣਾ ਹੈ, ਇਹ ਮਨ ਦਾ ਭੋਗ ਲਗਾਉਣਾ ਕਰੀਏ। ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਅੰਗੀਕਾਰ ਕਰ ਲੈਣੇ ਇਸ ਮਨ ਦੇ ਤਾਈਂ। ਛੂੜ ਆਪਤ ਬਾਦ ਅਹੰਕਾਰ ਆਪਤ ਨਾਮ ਬੇਪਤੀ ਕਰਨ ਵਾਲਾ ਜਿਹੜਾ ਕੌਣ ਹੈ ਹੰਕਾਰ, ਇਸ ਹੰਕਾਰ ਨੂੰ ਛੱਡ ਦੇ। ਛੋੜ ਆਪਤ ਬਾਦ ਅਹੰਕਾਰ ਬਾਦ ਝਗੜੇ, ਬੇਪਤੀ ਕਰਨ ਵਾਲਾ ਹੰਕਾਰ ਵੀ ਛੱਡ ਦੇ, ਆਪਣਤ ਵੀ ਛੱਡ ਦੇ। ਜਿਹੜੀ ਦੇਹ ਅਧਿਆਸ ਹੈ ਤੇਰੇ ਅੰਦਰ ਹੈ, ਗੁਣਾਂ ਦਾ ਜਿਹੜਾ ਹੰਕਾਰ ਉਹ ਵੀ ਛੱਡ ਦੇ, ਤੇ ਬਾਹਰ ਝਗੜੇ ਵੀ ਛੱਡ ਦੇ ਵਿਅਰਥ। ਮਾਨ ਸੂਈ ਜੋ ਵਾਹਿਗੁਰੂ ਵੱਲੋਂ ਹੋ ਰਿਹਾ ਉਹਨੂੰ ਭਲਾ ਕਰਕੇ ਮੰਨਣਾ ਕਰ। ਸੰਤ ਕਹਿਲ ਸੂਈ ਹੈ ਲਾਗਾ ਸਾਧ ਸੰਗਤ ਦੀ ਟਹਿਲ ਸੇਵਾ ਜੋ ਪੁਰਖ ਲੱਗਾ ਹੈ। ਜਿਸ ਮਸਤਕ ਲਿਖਿਆ ਲਿਖੂ ਜਿਨ੍ਹਾਂ ਦੇ ਲਿਖੋਗ ਲਿਖਣ ਵਾਲੇ ਪਰਮੇਸ਼ਰ ਗਿਆਤੇ ਨੇ, ਮੱਥੇ ਤੇ ਲੇਖ ਲਿਖਿਆ ਹੈ, ਜਿਹਦੇ ਮੱਥੇ ਤੇ ਲੇਖ ਲਿਖਿਆ ਹੈ, ਪਿੱਛੇ ਲਿਖਿਆ ਹੈ, ਹੁਣ ਲਿਖਦਾ ਹੈ, ਅੱਗੇ ਨੂੰ ਲਿਖੋਗ ਲਿਖੇਗਾ ਲੇਖ। ਕਹੋ ਨਾਨਕ ਏਕ ਬਿਨ ਦੂਜਾ ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਤੋਂ ਬਗੈਰ ਦੂਸਰਾ ਕੋਈ ਅਬਰ ਨਾ ਕਰਨਾ ਜੋ ਹੋਰ ਕੋਈ ਕਰਨ ਦੇ ਲਾਇਕ ਨਾ ਪਿੱਛੇ ਸੀ, ਨਾ ਹੈ, ਨਾ ਹੋਵੇਗਾ ਕੋਈ। ਟੂਡੀ ਮਹੱਲਾ ਪੰਜਵਾ
ਸਤਿਗੁਰ ਆਇਓ ਸਰਨ ਤੁਹਾਰੀ। ਮਹਾਰਾਜ ਸਾਹਿਬ ਦੇ ਹਜ਼ੂਰ ਅਰਦਾਸ ਕਰੀਏ, ਹੈ ਸਤਿਗੁਰੂ ਨਾਨਕ ਦੇਵ ਗੁਰੂ ਸੱਚੇ ਪਾਤਸ਼ਾਹ ਗਰੀਬਨਾਥ ਦਸ਼ਮੇਸ਼ ਜੀ, ਮੈਂ ਆਪ ਦੀ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਮਿਲੈ ਸੂਖ ਨਾਮ ਹਰ ਸੋਭਾ। ਸਾਨੂੰ ਸੱਚੇ ਪਾਤਸ਼ਾਹ ਨਾਮ ਦੀ ਸੋਭਾ ਮਿਲੇ, ਨਾਮ ਦਾ ਹੀ ਸੁਖ ਹਰੀ ਦਾ ਮਿਲੇ। ਜਿਹੜੀ ਸੋਭਾ ਦੁਨੀਆ ਵਿੱਚ ਇਹ ਵੀ ਸਾਨੂੰ ਨਾਮ ਦੀ ਮਿਲੇ। ਇਸ ਜਗ ਮੈਂ ਸੋਭਾ ਨਾਮ ਕੀ ਬਿਨਾਵਾ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਵ ਨਾ ਹੋਏ। ਸਾਨੂੰ ਸੁਖ ਆਪਦੇ ਸਰੂਪ ਦਾ ਮਿਲੇ, ਭਗਤੀ ਨੂੰ ਸੋਭਾ ਹਰੀ ਮਿਲੇ। ਚਿੰਤਾ ਲਾਹੇ ਹਮਾਰੀ। ਇਹ ਜਿਹੜੀ ਮਹਾਰਾਜ ਅੰਤ ਦੇ ਸਮੇਂ ਦੀ ਚਿੰਤਾ ਫਿਕਰ ਹੈ, ਇਹ ਸਾਡੀ ਸੱਚੇ ਪਾਤਸ਼ਾਹ ਲਾ ਦਿਓ ਕਿਰਪਾ ਕਰਕੇ। ਅਗਿਆਨ ਕਰਕੇ ਜੋ ਚਿੰਤਾ ਬਣੀ ਹੋਈ ਹੈ, ਰਹਾਉ ਜੰਮਣ ਮਰਨ ਦੀ ਚਿੰਤਾ ਸਾਡੀ ਮੇਟ ਦਿਓ ਆਪ ਤਮਾਮ। ਰਹਾਉ ਅਵਰ ਨਾ ਸੂਝੈ ਦੂਜੀ ਠਾਹਰ। ਆਪ ਤੋਂ ਬਿਨ ਮਾਰਾ ਅਵਰ ਹੋਰ ਸਥਾਨ ਤੇ ਦੂਸਰੀ ਠਾਰ ਟਿਕਾ ਵਾਲੀ ਜਗ੍ਹਾ, ਜਿੱਥੇ ਜੰਮਣ ਮਰਨ ਤੋਂ ਰਹਿਤ ਹੋ ਕੇ ਇਸਤਿਤ ਹੋਣਾ, ਹੋਰ ਕੋਈ ਜਗ੍ਹਾ ਨਹੀਂ ਇਹੀ ਜੀ ਠਹਿਰਨ ਵਾਲੀ ਦਿਸਦੀ। ਹਾਰ ਪਰਿਉ ਤਉ ਦੁਆਰੀ। ਇਸ ਕਰਕੇ ਮਹਾਰਾ ਆਪਦੀ ਦੁਆਰੀ ਸਾਧ ਸੰਗਤ ਰੂਪੀ ਡਿਊੜੀ ਵਿੱਚ, ਆਪਦੀ ਦੁਆਰੀ ਸ਼ਰਨ ਵਿੱਚ ਦੁਆਰੇ ਦੀ ਹਾਰ ਕੇ ਪੈ ਗਏ ਹਾਂ। ਲੇਖਾ ਛੂਟ ਅਲੇਖੈ ਛੂਟ ਹੈ। ਇਹ ਮਹਾਰਾਜ ਜਿਵੇਂ ਗੁਲਾਬ ਸਿੰਘ ਜੀ ਨੇ ਕਿਹਾ, ਕਾਗਜ ਲੇਖਾ ਜਾਓ ਕਰੋ ਕਹਾਂ ਪਹੁੰਚਾਵੋ ਨਾਥ, ਔਗਣ ਹਮਰੇ ਬਖਸ਼ੀਏ ਮਾਥੇ ਧਰੀਏ ਹਾਥ। ਇਸ ਪ੍ਰਕਾਰ ਮਹਾਰਾਜ ਲੇਖੇ ਨਾਲ ਨਹੀਂ ਅਸੀਂ ਛੁੱਟ ਸਕਾਂਗੇ। ਜੇ ਨਿਰੇ ਹੀ ਪੁੰਨ ਗਿਣੋਗੇ ਤਾਂ ਵੀ ਅਸੀਂ ਦੇਵ ਦੇਹੀ ਨੂੰ ਪਾਵਾਂਗੇ, ਫਿਰ ਵਿਸ਼ਿਆਂ 'ਚ ਫਸੇ ਰਹਾਂਗੇ। ਇਸ ਕਰਕੇ ਲੇਖਾ ਸਾਡਾ ਛੱਡ ਦਿਓ, ਹਿਸਾਬ ਕਿਤਾਬ ਨਾ ਕਰੋ। ਅਲੇਖੈ ਛੂਟ ਹੈ। ਬਿਨਾਂ ਲੇਖੇ ਤੋਂ ਮਹਾਰਾਜ ਅਸੀਂ ਮੁਕਤ ਹੋ ਸਕਦੇ, ਛੁੱਟ ਸਕਦੇ ਹਾਂ ਬੰਧਨਾਂ ਤੋਂ। ਹਮ ਨਿਰਗੁਣ ਲਿਓ। ਜੇ ਕੋਈ ਬਹੁਤ ਜਿਹੜੇ ਕਰਮ ਹਨ ਪੁਰਖਾਂ ਦੇ, ਜਿਹੜੇ ਮੰਦ ਕਰਮ ਹਨ, ਮੰਦਾਂ ਕਰਮਾਂ ਕਰਕੇ ਪਸ਼ੂਆਂ ਦੀਆਂ ਜੂਨਾਂ ਪਈਦਾ ਹੈ। ਤੇ ਮਨ ਦੇ ਅੱਧੇ ਮਿਸ਼ਰਤ ਕਰਮ ਪੁੰਨ ਹੋਣ, ਅੱਧੇ ਪਾਪ ਹੋਣ ਤਾਂ ਮਨੁੱਖਾਂ ਦੇ ਪ੍ਰਾਪਤ ਹੁੰਦੀ ਹੈ। ਜਿਹਦੇ 'ਚ ਪੁੰਨ ਬਹੁਤੇ ਹੋਣ, ਪਾਪ ਥੋੜੇ ਹੋਣ, ਉਹ ਦੇਵ ਦੇ ਹੀ ਪ੍ਰਾਪਤ ਹੁੰਦੀ ਹੈ। ਫਿਰ ਭੋਗਾਂ 'ਚ ਫਸ ਜਾਂਦੇ ਹੈ। ਕਿਉਂ ਲੇਖਾ ਸਾਡਾ ਨਾ ਕਰੋ ਮਹਾਰਾਜ। ਲੇਖੇ ਤੋਂ ਬਗੈਰ ਬਖਸ਼ ਲੋ ਤਾਂ ਛੁਟਕਾਰਾ ਪਾਵਾਂਗੇ, ਮੁਕਤ ਹੋਵਾਂਗੇ। ਹਮ ਨਿਰਗੁਣ ਲਿਓ ਉਵਾਰੀ। ਅਸੀਂ ਮਹਾਰਾਜ ਗੁਨਾਹ ਤੋਂ ਰਹਿਤ ਹਾਂ, ਕਿਰਪਾ ਕਰਕੇ ਉਵਾਰੀ ਬਚਾ ਲਓ ਸਾਡੇ ਤਾਈਂ। ਸਤਿਬਖ ਸਿੰਧ ਸਦਾ ਮਿਹਰਬਾਨ। ਆਪ ਮਹਾਰਾਜ ਸਦਾ ਸਦਾ ਬਖਸ਼ਿਆ ਕਰਦੇ ਆਏ ਹੋ। ਸਤਿਯੁਗ ਤ੍ਰੇਤੇ ਦੁਆਪਰ 'ਚ ਹੁਣ ਵੀ ਸਦਾ ਮਿਹਰਬਾਨ ਹੋ ਆਪ। ਸਭਨਾ ਦੇ ਆਧਾਰੀ। ਆਪ ਮਹਾਰਾਜ ਸਾਰਿਆਂ ਨੂੰ ਆਸਰਾ ਦੇਣ ਵਾਲੇ ਅੰਤਰਜਾਮੀ ਹੋ। ਨਾਨਕ ਦਾਸ ਸੰਤ ਪਾਛੈ ਪਰਿਉ। ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਸਿੱਖਿਓ ਬੇਨਤੀ ਕਰ ਮਹਾਰਾਜ, ਮੈਂ ਦਾਸ ਆਪਦੇ ਸੰਤਾਂ ਭਗਤਾਂ ਦੇ ਪਿੱਛੇ ਸ਼ਰਨ ਵਿੱਚ ਪਿਆ ਹਾਂ। ਰਾਖ ਲਿਓ ਇਹ ਬਾਰੀ। ਇਹ ਮਨੁੱਖਾ ਜਨਮ ਦੀ ਬਾਰੀ 'ਚ ਮਹਾਰਾਜ ਇੱਕ ਹੀ ਬਖਸ਼ ਲਓ। ਔਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਾਜਲ ਫੇਰਾ। ਇਹ ਬਾਰੀ ਤੁਸੀਂ ਦਿੱਤੀ ਹੈ ਬਖਸ਼ਣ ਦੀ, ਕਿਰਪਾ ਕਰਕੇ ਵਿਕਾਰਾਂ ਤੋਂ ਸਾਡੀ ਰੱਖਿਆ ਕਰ ਲਓ ਇਸ ਬਾਰੀ 'ਚ। ਟੂਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇ। ਹਜ਼ੂਰ ਫਰਮਾਉਂਦੇ ਨੇ, ਭਾਈ ਰਸਨਾ ਕਰਕੇ ਪ੍ਰਿਥਵੀ ਦਾ ਪਾਲਕ ਜੋ ਹੈ ਅਤੇ ਗੁਣਾਂ ਦਾ ਸਮੁੰਦਰ ਹੈ, ਉਹਦੇ ਗੁਣਾਂ ਨੂੰ ਗਾਉਣਾ ਕਰੀਏ, ਉਚਾਰੀਏ ਪ੍ਰੇਮ ਰੂਪੀ ਰਸਨਾ ਨਾਲ। ਸ਼ਾਂਤ ਸਹਿਜ ਰਹਿਸ ਮਨ ਉਪਜੇ। ਜਿਨ੍ਹਾਂ ਜਿਨ੍ਹਾਂ ਨੇ ਗੁਣਾਂ ਨੂੰ ਗਾਇਆ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ, ਸਾਰੀਆਂ ਵਾਸ਼ਨਾ ਦਾ ਖੈ ਹੋਣਾ। ਫਿਰ ਸਤੋ ਸੰਜਾਇ ਤੇ ਗਿਆਨਾ। ਸਤੋ ਗੁਣ ਤੋਂ ਬਾਅਦ ਕਹਿੰਦੇ ਨੇ ਗਿਆਨ ਪੈਦਾ ਹੁੰਦਾ ਹੈ। ਸ਼ਾਂਤੀ ਵਾਲੇ ਹਿਰਦੇ ਵਿੱਚ ਜਦੋਂ ਵਾਸ਼ਨਾ ਮਿਟ ਜਾਣ ਉਦੋਂ ਸਹਿਜ ਗਿਆਨ ਪ੍ਰਾਪਤ ਹੁੰਦਾ ਹੈ। ਉਹ ਗਿਆਨ ਜਿਸ ਗਿਆਨ ਦੇ ਅਪਰੋਹ ਗਿਆਨ, ਫਿਰ ਰਹਿਸ ਮਨ ਉਪਜੋ। ਰਹਿਸ ਨਾਮ ਪ੍ਰਸੰਨਤਾ ਦਾ, ਆਨੰਦ ਦਾ ਨਾਮ ਹੈ। ਜਦੋਂ ਪਹਿਲਾਂ ਨਾਮ ਗੁਣ ਗਾਉਣ ਨਾਲ ਸ਼ਾਂਤੀ ਆਉਂਦੀ ਹੈ, ਫਿਰ ਗਿਆਨ ਹੁੰਦਾ ਹੈ, ਫਿਰ ਰਹਿਸ ਨਾਮ ਪ੍ਰਸੰਨ ਹੋਣਾ, ਆਨੰਦ ਹੋਣਾ, ਆਨੰਦ ਮਨ 'ਚ ਪ੍ਰਗਟ ਹੋ ਜਾਂਦਾ ਹੈ। ਸਗਲੇ ਦੁੱਖ ਪਲਾਇਣ। ਇਹੋ ਜਿਹਾ ਆਨੰਦ ਨਹੀਂ ਜਿਹਦੇ ਮਗਰੋਂ ਫੇਰ ਦੁੱਖ ਚਿੰਬੜੇ ਰਹਿਣ। ਸਾਰੇ ਜੰਮਣ ਮਰਨ ਦੁੱਖ ਪਲਾਇਣ ਭਜਾ ਦਿੱਤੇ ਜਾਂਦੇ ਹੈ, ਭਗੌੜੇ ਹੋ ਕੇ ਪਲਾਇਣ ਪਲਾ ਜਾਂਦੇ ਹਨ। ਰਹਾਉ ਜੋ ਮੰਗ ਹੈ ਸੋਈ ਸੋਈ ਮਾਰਾ ਮੈਨੂੰ ਮਿਲੂਗਾ ਕੋਈ। ਕਹਿੰਦੇ ਜੋ ਮੰਗੇਗਾ ਤੋ ਦਰਸ਼ਨ ਕਰਕੇ ਤੈਨੂੰ ਭੁੱਖ ਨਹੀਂ ਰਹਿਣੀ ਕੁਛ ਮੰਗਣ ਦੀ, ਪਰ ਪਹਿਲਾਂ ਜਿਗਿਆਸਾ ਵਾਸਤੇ ਜੋ ਜੋ ਕੁਝ ਮੰਗੇਗਾ ਸੋਈ ਸੋਈ ਧਰਮ ਅਰਥ ਕਾਮ ਮੋਖ ਪਦਾਰਥ ਪਾ ਲਏਗਾ। ਸੇਵ ਹਰ ਕੇ ਚਰਨ ਰਸਾਇ। ਕੀ ਗੁਰੂ ਮੈਂ ਰਸੈਣੀ ਬਣ ਜਾਵਾਂ? ਕਹਿੰਦੇ ਹਾਂ ਭਾਈ, ਹਰੀ ਦੇ ਚਰਨਾਂ ਦਾ ਸੇਵਨ ਕਰ,
ਉਹ ਹੀ ਹੁਸੈਣੀ ਹੈ, ਸਾਰਿਆਂ ਰਸਾਂ ਦਾ ਘਰ ਹੈ। ਜਨਮ ਮਰਨ ਦੋਹੂ ਤੇ ਛੂਟੈ। ਜੰਮਣ ਮਰਨ ਮੇਰਾ ਮਾਰਾ ਕੁਝੂ ਕਿ ਨਹੀਂ ਮਾਰਾ। ਕਹਿੰਦੇ ਹਾਂ ਭਾਈ ਜੰਮਣ ਮਰਨ ਤੋਂ ਵੀ ਦੋਹਾਂ ਤੋਂ ਛੁਟਕਾਰਾ ਪਾਵੇਂਗਾ। ਮਹਾਰਾਜ ਜਿਹੜੇ ਕਹਿੰਦੇ ਜੰਮਣ ਮਰਨ ਆਪਦਾ ਮੇਲ ਲਿਆ, ਉਹ ਕਿਸੇ ਨੂੰ ਕੀ ਸੁਖ ਦਿੰਦੇ ਆ। ਮਹਾਰਾਜ ਕਹਿੰਦੇ ਉਹਨਾਂ ਦੀ ਆਵਾਜ਼ ਸੁਣੋ। ਭਵ ਜਲ ਜਗਤ ਤਰਾਏ। ਉਦੋਂ ਸੰਸਾਰ ਨੂੰ ਜਗਤ ਦੇ ਤੋਂ ਜਗਤ ਨੂੰ ਜੈ ਉਤਪਤ ਹੋਣ ਵਾਲਾ ਜੋ ਹੈ ਤੇ ਗਤ ਨਾਸ ਹੋਣ ਵਾਲਾ ਸੰਸਾਰ ਹੈ, ਇਹ ਤੋਂ ਸਾਰੇ ਨੂੰ ਤਰੈਣ ਤਾਰਨ ਵਾਲੇ ਜਹਾਜ਼ ਬਣ ਜਾਂਦੇ ਆ। ਉਹ ਤਾਂ ਆਪ ਤਰ ਜਾਂਦੇ ਆ, ਹੋਰਨਾਂ ਨੂੰ ਤਾਰ ਦਿੰਦੇ ਹਨ। ਖੋਜ ਤਤ ਵਿਚਾਰੇ। ਖੋਜਿਆ ਹੈ ਵੇਦਾਂ ਨੂੰ, ਖੋਜਿਆ ਹੈ ਸ਼ਾਸਤਰਾਂ ਨੂੰ, ਖੋਜਿਆ ਤਨ ਨੂੰ ਮਨ ਨੂੰ, ਸਾਧ ਸੰਗਤ ਦੁਆਰਾ ਤਤ ਸਿਧਾਂਤ ਸਰੂਪ ਦਾ ਵਿਚਾਰ ਕੇ ਵੇਖਿਆ ਹੈ। ਦਾਸ ਗੋਬਿੰਦ ਪਰਾਇਣ। ਜਿਨ ਮਹਾਰਾਜ ਦਾ ਸੇਵਕ ਬਣਨਾ ਉਹ ਪਰਮੇਸ਼ਰ ਦੇ ਪ੍ਰੈਣ ਆਸਰੇ ਹੋ ਜੇ, ਹੋਰ ਸਾਰੇ ਕੂੜੇ ਝੂਠੇ ਆਸਰੇ ਛੱਡ ਦੇਵੇ। ਅਵਨਾਸੀ ਖੇਮ ਚਾਹੈ ਜੇ ਨਾਨਕ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਅਵਨਾਸੀ ਖੇਮ ਨਾਮ ਰੱਖਿਆ ਦਾ ਹੁੰਦਾ ਹੈ, ਖੇਮ ਨਾਮ ਮੁਕਤੀ ਦਾ ਹੁੰਦਾ ਹੈ, ਖੇਮ ਨਾਮ ਸੁਖ ਦਾ ਹੁੰਦਾ ਹੈ। ਜੇ ਅਵਨਾਸੀ ਖੇਮ ਮੁਕਤੀ ਬਾਕੀ ਦੀਆਂ ਨਾਸਵੰਤੀਆਂ ਮੁਕਤੀਆਂ ਨੇ ਜਿਹੜੀਆਂ ਮੰਨੀਆਂ, ਇੰਦਰ ਲੋਕ ਸਿਵ ਲੋਕਾ ਜੈਵੋ ਉੱਛੇ ਤਬ ਕਰ ਬਾਹਰ ਐਵੋ, ਉਹਨਾਂ ਥਾਂ ਜੋ ਫੇਰ ਗਿਰ ਜਾਈ ਹੈ। ਇਸ ਕਰਕੇ ਅਵਨਾਸੀ ਮੁਕਤੀ ਕੈਵਨ ਮੁਕਤੀ ਹੈ। ਜਿਵੇਂ ਜਲਮੇ ਅਲਾਇਕ ਤਨ, ਉਹ ਅਵਨਾਸੀ ਸੁਖ ਹੈ। ਅਵਨਾਸੀ ਤੋਂ ਜੇ ਰੱਖਿਆ ਉਹਦੀ ਚਾਹੁੰਦਾ, ਗੁਰੂ ਮਹਾਰਾਜ ਕਹਿੰਦੇ ਹਨ ਸਦਾ ਸਿਮਰ ਨਾਰਾਇਣ। ਸਦਾ ਸਦਾ ਨਾਰਾਇਣ ਪਰਮੇਸ਼ਰ ਦਾ ਭਾਈ ਸਿਮਰਨ ਕਰਿਆ ਕਰ, ਫਿਰ ਤੇਰੀ ਮੋਖ ਹੋ ਜਾਏਗੀ। ਟੂਡੀ ਮਹੱਲਾ ਪੰਜਵਾ। ਨਿੰਦਕ ਗੁਰ ਕਿਰਪਾ ਤੇ ਹਟਿ। ਇਹ ਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਸੂਲੀ ਚੜ੍ਹ ਕੇ ਆਇਆ ਸੀ ਤੇ ਅੰਮ੍ਰਿਤਸਰ ਸਾਹਿਬ ਦੀ ਸੰਗਤ ਦੀ ਬੇਵਲ ਹਾਲਤ ਵੇਖ ਕੇ ਰੱਖਿਆ ਦਾ ਸ਼ਬਦ ਉਚਾਰਿਆ ਸੀ। ਉਹ ਜਿਹੜਾ ਕੋਠਾ ਭਗਤੇ ਦੇ ਪਾਸ ਹੈ ਸੋਢੀਆਂ ਦਾ, ਉਹਦੇ 'ਚ ਆਵੇ ਵੇਖਣ ਗਿਆ, ਪਰਸੀਏ ਦੇ ਸੜ ਕੇ ਮਰ ਗਿਆ ਸੀ। ਉਦੋਂ ਮਹਾਰਾਜ ਸਾਹਿਬ ਰੱਖਿਆ ਕੀਤੀ ਹੈ। ਜਦੋਂ ਸਿਰ ਕਰ ਬੈਸੋ ਹਰਜਨ ਪਿਆਰੇ, ਇਹ ਸ਼ਬਦ ਵੀ ਰੱਖਿਆ ਦਾ ਸੰਗਤਾਂ ਨੂੰ ਉਚਾਰ ਕੇ ਸੁਣਾਇਆ ਹੈ। ਟੂਡੀ ਮਹੱਲਾ ਪੰਜਵਾ। ਨਿੰਦਕ ਗੁਰ ਕਿਰਪਾ ਤੇ ਹਟਿ। ਇਹ ਗੁਰਸਿੱਖੋ ਨਿੰਦਕ ਜਿਹੜਾ ਸੁਲੀ ਸੀ, ਉਹ ਗੁਰੂ ਘਰ ਦੀ ਨਿੰਦਿਆ ਕਰਨ ਵਾਲਾ ਗੁਰਾਂ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹਟ ਗਿਆ ਹੈ। ਪਾਰ ਬ੍ਰਹਮ ਪ੍ਰਭ ਭਏ ਦਇਆਲ। ਇਹ ਸੰਗਤ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਕਰਨ ਵਾਸਤੇ ਪਾਰ ਬ੍ਰਹਮ ਪਰਮੇਸ਼ਰ ਦਿਆਲੂ ਹੋਏ ਹਨ। ਸ਼ਿਵ ਕੈ ਬਾਣ ਸਿਰ ਕਾਟੇ। ਉਹ ਸ਼ਿਵ ਜੀ ਦੇ ਤੀਰ ਕਾਲ ਦੇ ਨਾਲ ਸਿਰ ਵੱਢਿਆ ਗਿਆ। ਇਹਦੇ ਸ਼ਿਵ ਜੀ ਦਾ ਬਾਣ ਕਹਿੰਦੇ ਹੈ ਹੱਥ ਵਿੱਚ ਤਵਰ ਸੀ। ਸ਼ਿਵ ਜੀ ਦਾ ਤੀਰ ਜਿਹੜਾ ਤਵਰ ਦੀ ਨਿਆਈ ਹੁੰਦਾ ਹੈ, ਉਹ ਤਵਰ ਹੱਥ ਵਿੱਚ ਸੀ। ਜਿਸ ਵੇਲੇ ਸ਼ਰਾਬ ਦਾ ਰੱਜਿਆ ਹੋਇਆ ਆਵੇ ਉਤੋਂ ਸਵਾਦ ਦਿਸਦੀ ਸੀ ਤੇ ਵਿੱਚ ਅੱਗ ਸੀ, ਉਹਦੇ 'ਚ ਡਿੱਗ ਪਿਆ। ਇੱਕ ਸਾਹ ਚੜ੍ਹਨਾ ਹੋਇਆ, ਉਸ ਵੇਲੇ ਉਹ ਤਵਰ ਸੀ ਤਾਂ ਨੂੰ ਉਛਲ ਕੇ ਨਿਕਲਣ ਲੱਗਾ। ਉਹਦੇ ਹੱਥ 'ਚ ਤਵਰ ਸੀ, ਉਹ ਡਿੱਗ ਕੇ ਦੀ ਗਰਦਨ 'ਤੇ ਵੱਜ ਗਿਆ। ਇਸ ਪ੍ਰਕਾਰ ਉਹਦੇ ਨਾਲ ਸਿਰੇ ਦਾ ਕੱਟਿਆ ਗਿਆ ਗੰਡਾਸੇ ਦੇ ਨਾਲ। ਇਸ ਪ੍ਰਕਾਰ ਦੀ ਹਾਲਤ ਹੋਈ ਹੈ। ਉਹਨੂੰ ਸ਼ਿਵ ਜੀ ਦਾ ਬਾਣ ਕਹਿੰਦੇ ਹਨ। ਸ਼ਿਵ ਕੈ ਬਾਣ ਸਿਰ ਕਾਟੇ। ਉਹ ਸ਼ਿਵ ਜੀ ਦੇ ਬਾਣ ਨਾਲ ਸਿਰ ਕੱਟਿਆ ਗਿਆ ਸੁਲੀ ਦਾ। ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕੈ। ਇਸੇ ਪ੍ਰਕਾਰ ਹੈ ਭਗਤਾਂ ਨੂੰ ਕਾਲ ਜਾਲ ਪਾ ਕੇ, ਜਮ ਕਾਲ ਜੋ ਨਹੀਂ ਸਕਦਾ, ਤਾੜ ਨਹੀਂ ਸਕਦਾ ਹੈ ਜਾਲ ਪਾ ਕੇ। ਸੱਚ ਕਾ ਪੰਥਾ ਥਾਟਿਉ। ਇਹ ਸੱਚ ਦਾ ਪੰਥ ਗੁਰਸਿੱਖੀ ਦਾ ਥਾਟ ਬਣਾਵਟ ਬਣਾਈ ਹੈ। ਖਾਤ ਖਰਚਤ ਕਿਛ ਨਿਖੁੱਟਤ ਨਾਹੀ। ਆਪ ਖਾਨੇ ਆ, ਹੋਰਨਾਂ ਨੂੰ ਖਰਚਦੇ ਆ, ਕੋਈ ਨਿਖੁੱਟ ਨੂੰ ਮੁਕਦਾ ਨਹੀਂ ਹੈ। ਰਾਮ ਰਤਨ ਧਨ ਖਾਟਿਉ। ਰਾਮ ਰੂਪੀ ਰਤਨ ਨੇ ਧਨ ਖੱਟਣਾ, ਖੱਟੀ ਨੂੰ ਖੱਟਿਆ ਹੈ। ਭਸਮਾ ਭੂਤ ਹੋਆ ਖਿਲ ਭੀਤਰ। ਸਾਧ ਸੰਗਤ ਜੀ ਮੁਸਲਮਾਨ ਮਰ ਜਿਹੜਾ ਅੱਗ 'ਚ ਮੁਸਲਮਾਨ ਪਾ ਕੇ ਸੜ ਜੇ, ਉਹਨੂੰ ਕਹਿੰਦੇ ਆ ਉਹ ਉਸ ਵੇਲੇ ਸਾਧ ਸੰਗਤ ਜੀ ਉਸ ਨੂੰ ਇਹ ਮੰਨਦੇ ਕਿ ਪ੍ਰੇਤ ਬਣਦਾ ਹੈ। ਇਉਂ ਭਸਮ ਹੋ ਕੇ ਕਹਿੰਦੇ ਭੂਤ ਦੀ ਜੂਨ ਨੂੰ ਪ੍ਰਾਪਤ ਹੋਇਆ, ਉਸ ਲਈ ਭਸਮ ਰੂਪ ਹੋ ਗਿਆ। ਅੱਗ ਵੀ ਬੇਗਤ ਹੋ ਕੇ ਜਾਂਦਾ ਉਹ ਜਿਹੜਾ ਅੱਗ 'ਚ ਪੈ ਕੇ ਸੜ ਜਾਵੇ। ਖਿਲ ਭੀਤਰ ਇੱਕ ਛਿੰਦੇ ਵਿੱਚ ਆਪਣਾ ਕੀਆ ਪਾਇਆ। ਆਪਣੇ ਕੀਤੇ ਕਰਮ ਦਾ ਫਲ ਸਲੀ ਨੂੰ ਪਾਉਣਾ ਕੀਤਾ। ਚੜ ਕੇ ਆਇਆ ਸੀ ਗੁਰੂ ਘਰ ਦੇ ਉੱਤੇ। ਆਗਮ ਨਿਗਮ ਕਹਿ ਜਨ ਨਾਨਕ। ਇਹ ਜਿਹੜਾ ਆਗਮ ਸ਼ਾਸਤਰਾਂ ਕਰਕੇ ਨਿਗਮ ਆਦਿਕਾਂ ਕਹਿਣਾ ਸੀ, ਉਹ ਅਸੀਂ ਅਗੰਮੀ ਗੱਲ ਪਹਿਲਾਂ ਹੀ ਨਿਗਮ ਵੇਦਾਂ ਦੇ ਕਸਮ ਤੋਂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਾਂ ਅਸੀਂ ਸਭ ਦੇਖੈ ਲੋਕ ਸਵਾਇਆ। ਵੇਖ ਲੋ ਜਿਹੜੀ ਸ਼ਾਸਤਰਾਂ ਕਰਕੇ ਵੇਦਾਂ ਕਰਕੇ ਵੀ ਅਗੰਮ ਸੀ ਪਰਲੋਕ 'ਚ ਵਰਤਣ ਵਾਲੀ,
ਉਹ ਅਸੀਂ ਕਹਿ ਦਿੱਤੀ ਹੈ, ਅਗੰਮ ਵਾਚਿਆ ਹੈ। ਨਿਗਮ ਵੇਦਾਂ ਕਰਕੇ ਜਿਹੜੀ ਅਗਮ ਹੈ ਜਾਣੀ ਨਹੀਂ ਜਾਂਦੀ, ਇਹ ਸਾਰਾ ਜਗਤ ਦੇਖਦਾ ਹੈ। ਸਾਰਿਆਂ ਲੋਕਾਂ ਨੇ ਵੇਖਣਾ ਕੀਤਾ, ਜਿੰਨਾ ਸੰਸਾਰ ਆਇਆ ਹੈ ਸਭ ਵੇਖਦੇ ਕਿ ਸੁਲੀਆ ਵਿੱਚ ਪੈ ਕੇ ਸੜ ਗਿਆ ਸੀ। ਜਿਹੜਾ ਗੁਰੂ ਘਰ ਦੇ ਨਾਲ ਵੈਰ ਕਰਦਾ, ਨਿੰਦਿਆ ਕਰਦਾ ਸੀ। ਇਸੇ ਪ੍ਰਕਾਰ ਫਿਰ ਇਸ ਸ਼ਬਦ ਨੂੰ ਪੜੋ। ਨਿੰਦਕ ਗੁਰ ਕਿਰਪਾ ਤੇ ਹਟਿਓ। ਨਿੰਦਕ ਨਿੰਦਿਆ ਕਰਨ ਵਾਲਾ ਜਿਹੜਾ ਅਗਿਆਨ ਹੈ, ਇਹ ਸਤਿਗੁਰਾਂ ਦੀ ਕਿਰਪਾ ਕਰਕੇ ਹਟ ਗਿਆ, ਨਿਵਰਤ ਹੋ ਗਿਆ। ਪਾਰ ਬ੍ਰਹਮ ਪ੍ਰਭ ਭਏ ਦਇਆਲਾ। ਉਹਦੇ ਸੇਵਕਾਂ ਦੇ ਪਾਰ ਬ੍ਰਹਮ ਪਰਮੇਸ਼ਵਰ ਜੀ ਦਿਆਲੂ ਹੋਏ ਹਨ। ਸੇਵਕੈ ਬਾਣ ਸਿਰ ਕਾਟੇ। ਸ਼ਿਵ ਕਲਿਆਣ ਸਰੂਪ ਦੀ ਬਾਣ ਬਾਣੀ ਹੈ। ਇਹ ਬਾਣੀ ਦੇ ਨਾਲ ਸਿਰ ਕੌਣ ਹੈ? ਅਗਿਆਨ ਦਾ ਹੰਕਾਰ, ਇਹ ਕੱਟ ਦਿੱਤਾ ਹੈ। ਸ਼ਿਵ ਕਲਿਆਣ ਸਰੂਪ ਦੇ ਬਾਣ ਹੈ, ਜੋ ਬਾਣ ਤੀਰ ਹੈ ਮਹਾਰਾਜ ਸਾਹਿਬ ਦਾ, ਕਲਿਆਣ ਸਰੂਪ ਪਰਮੇਸ਼ਵਰ ਦਾ ਤੀਰ ਜੋ ਹੈ ਸ਼ਬਦ, ਇਹਦੇ ਨਾਲ ਹੰਕਾਰ ਰੂਪੀ ਸਿਰ ਕੱਟਿਆ ਗਿਆ ਗਿਆਨ ਦਾ। ਸ਼ਿਵ ਕੈ ਬਾਣ ਸਿਰ ਕਾਟਿਓ। ਸ਼ਿਵ ਕਲਿਆਣ ਸਰੂਪ ਜੋ ਪਰਮੇਸ਼ਵਰ ਹੈ, ਉਹਦੀ ਇਹ ਬਾਣੀ ਦੇ ਨਾਲ ਸਿਰ ਹੰਕਾਰ ਕੱਟਿਆ ਗਿਆ, ਮਿਟ ਗਿਆ ਹੈ। ਇਸੇ ਪ੍ਰਕਾਰ ਸ਼ਿਵ ਕਲਿਆਣ ਸਰੂਪ ਨੂੰ ਪ੍ਰਾਪਤ ਹੋ ਗਏ ਅਤੇ ਬਾਣ ਸਿਰ ਕਾਟਿਓ। ਬਾਣ ਸਾਧ ਸੰਗਤ ਜੀ ਸਰਾਫ ਰੂਪੀ ਤੀਰ ਦੇ ਨਾਲ ਸਿਰ ਉਹਦਾ ਕੱਟਿਆ ਗਿਆ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰਲੋਂ ਸਾ ਅਗਨ ਮੈਂ ਸਾੜੀ। ਇਸੇ ਪ੍ਰਕਾਰ ਸ਼ਿਵ ਕੈ ਬਾਣ ਸਿਰ ਕਾਟਿਓ। ਸ਼ਿਵ ਕਲਿਆਣ ਸਰੂਪ ਦੀ ਬਾਣੀ ਸਤਨਾਮ ਦੇ ਨਾਲ ਸਿਰ ਹੰਕਾਰ ਕੱਟ ਦਿੱਤਾ। ਰਹਾਉ ਕਾਲ ਜਾਲ ਜਮ ਜੂਹੀ ਨਾ ਸਾਕੈ। ਹੁਣ ਕਹਿੰਦੇ ਕਾਲ ਜਿਹੜਾ ਹੈ ਜਾਲ ਪਾ ਕੇ ਅਤੇ ਜਮ ਵੀ ਜੋ ਤਾੜ ਨਹੀਂ ਸਕਦਾ ਹੈ। ਸੱਚ ਕਾ ਪੰਥਾ ਠਾਠ। ਇਹ ਸੱਚ ਦਾ ਪੰਥ ਜੋ ਬ੍ਰਹਮ ਗਿਆਨ ਦਾ ਰਸਤਾ ਹੈ, ਇਹ ਬਣ ਗਿਆ, ਸਾਡਾ ਥਾਟ ਬਣ ਗਿਆ ਹੈ। ਖਾਤ ਖਰਚਤ ਕਿਛ ਨਿਖੁੱਟਤ ਨਾਹੀ। ਆਪ ਖਾਂਦੇ ਆ, ਧਾਰਨ ਕਰਦੇ ਆ, ਖਰਚਦੇ ਆ ਅਧਿਕਾਰੀਆਂ ਨੂੰ, ਨਿਖੁੱਟਤ ਕੋਈ ਮੁੱਕਦਾ ਨਹੀਂ ਹੈ। ਇਹ ਧਨ ਰਾਮ ਰਤਨ ਧਨ ਖਾਟੇ। ਰਾਮ ਰੂਪੀ ਰਤਨ ਜੋ ਅਮੋਲਕ ਹੈ, ਧਨ ਅਸੀਂ ਖੱਟੀ ਨੂੰ ਖੱਟਿਆ ਹੈ। ਭਸਮਾ ਭੂਤ ਹੋਆ ਖਿਨ ਭੀਤਰ। ਸਾਧ ਸੰਗੀ ਅਗਿਆਨ ਜਿਹੜਾ ਭਸਮ ਰੂਸਲੀ ਦੀ ਨਿਆਇ ਕਿਸ਼ਨ ਵਿੱਚ ਹੀ ਨਾਸ ਹੋ ਗਿਆ। ਆਪਣਾ ਕੀ ਆਪ ਦਾ ਕੀਤਾ ਜੋ ਭਗਤਾਂ ਨੂੰ ਸੰਤਾਂ ਨੂੰ ਦੁੱਖ ਦੇਣਾ ਚਾਹੁੰਦਾ ਸੀ ਅਗਿਆਨ ਸਤਰੂ, ਇਹਨਾਂ ਉਹਦੇ ਕੀਤੇ ਕਰਨ ਦਾ ਫਲ ਪਾ ਲਿਆ। ਆਗਮ ਨਿਗਮ ਕਹਿ ਜਨ ਨਾਨਕ। ਜੋ ਪਰਮੇਸ਼ਰ ਆਗਮ ਨਿਗਮ ਵੇਦਾਂ ਤੋਂ ਵੀ ਅਗੰਮ ਹੈ, ਉਹਦੇ ਸਰੂਪ ਨੂੰ ਗੁਰੂ ਸਾਹਿਬ ਜੀ ਕਹਿੰਦੇ ਸੀ, ਕਹਿੰਦੇ ਹਾਂ ਸਭ ਦੇਖੈ ਲੋਕ ਸਵਾਇਆ। ਸਾਰੇ ਲੋਕ ਪ੍ਰਕਾਸ਼ ਵਾਲੇ ਤੱਤ ਦਿੱਤੇ ਹਨ। ਸਵਾਇਆ ਪਸਾਰੇ ਦੇ ਅੰਦਰ ਉਸ ਵਾਹਿਗੁਰੂ ਨੂੰ ਵੇਖਦੇ ਹੈ, ਇਹ ਨਿਹਾਲ ਹੁੰਦਾ ਸਭ ਸੰਸਾਰ। ਭਸਮਾ ਭੂਤ ਹੋਆ ਖਿਨ ਭੀਤਰ। ਆਪਣਾ ਕੀਆ ਪਾਇਆ। ਆਗਮ ਨਿਗਮ ਕਹਿ ਜਨ ਨਾਨਕ। ਸਭ ਦੇਖੈ ਲੋਕ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾ। ਕਿਰਪਨ ਤਨ ਮਨ ਕਿਲ ਵਿਖ ਭਰੇ। ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਜਗਤ ਗੁਰੂ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਸਾਡੇ ਜਿਹੜੇ ਮਨ ਹਨ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਜਿਹੜੇ ਖਾਲੀ ਰਹਿੰਦੇ ਹਨ, ਇਹ ਸੂਮਾ ਆਦਮੀਆਂ ਦੀ ਨਿਆਈ ਹਨ। ਜਿਵੇਂ ਸੂਮ ਆਦਮੀ ਪੈਸਾ ਨਹੀਂ ਕਿਤੇ ਵੀ ਖਰਚ ਕਰ ਸਕਦਾ, ਇਸੇ ਪ੍ਰਕਾਰ ਅਸੀਂ ਪਰਮੇਸ਼ਰ ਦੇ ਸਿਮਰਨ ਵਿੱਚ ਇਹ ਸਾਹਾਂ ਰੂਪੀ ਪੈਸੇ ਨਹੀਂ ਕਦੇ ਖਰਚਦੇ। ਮਹਾਰਾਜ ਦੇ ਭਜਨ ਤੋਂ ਬਗੈਰ ਹੀ ਸਾਰੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਹਾਂ। ਇਸ ਬਾਬਤ ਗੁਰੂ ਮਹਾਰਾਜ ਸਾਹਿਬ ਜੀ ਪਰਮ ਕਿਰਪਾ ਕਰਕੇ ਸਾਨੂੰ ਸਿੱਖਿਆ ਦਿੰਦੇ ਹੋਏ ਗਰੀਬ ਨਵਾਜ ਜੀ ਉਚਾਰਨ ਕਰਦੇ ਹਨ। ਕਿਰਪਨ ਤਨ ਮਨ ਕਿਲ ਵਿਖ ਭਰੇ। ਇਹ ਭਾਈ ਕਿਰਪਨ ਸੂਮ ਜਿਹੜਾ ਹੈ ਉਹ ਤਨ ਕਰਕੇ, ਮਨ ਕਰਕੇ, ਪਾਪ ਕਰਕੇ ਪੈਸੇ ਜੋੜਦਾ ਰਹਿੰਦਾ ਹੈ। ਇਸੇ ਪ੍ਰਕਾਰ ਹੈ ਜੀਵ ਤੁਸੀਂ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਆਪਣੇ ਸਵਾਸਾਂ ਨੂੰ ਨਹੀਂ ਲਗਾਉਂਦੇ। ਇਹ ਥੋੜੀ ਜਿਹੀ ਬੜੀ ਭਾਰੀ ਸੂਮਤਾਈ ਹੈ। ਜਿਹੜਾ ਕਾਇਰ ਹੋਵੇ, ਕਿਰਪਨ ਹੋਵੇ, ਉਹ ਜੰਗ ਦੇ ਵਿੱਚ ਤੇ ਦਾਨ ਵਿੱਚ ਕੰਮ ਨਹੀਂ ਆਉਂਦਾ। ਇਸੇ ਪ੍ਰਕਾਰ ਜਿਸ ਦਾ ਮਨ ਸਾਧ ਸੰਗਤ ਜੀ ਵਕਾਰਾਂ ਨੂੰ ਜਿਤਨੇ ਤੋਂ ਕਹਿਰ ਹੈ
ਅਤੇ ਜਿਹਦੇ ਸਾਹ ਪਰਮੇਸ਼ਰ ਦੇ ਭਜਨ 'ਚ ਨਹੀਂ ਲੱਗਦੇ ਉਹ ਸੂਮ ਹੈ ਤੇ ਕਹਿਰ ਹੈ। ਸੋ ਇਸੇ ਪ੍ਰਕਾਰ ਫਰਮਾਉਂਦੇ ਹਨ, ਹੇ ਕਿਰਪਨ ਜੀਵ, ਹੇ ਸੂਮਤਾਈ ਦੇ ਗਰਸੇ ਹੋਏ ਕੰਦਰਜ, ਤਨ ਕਰਕੇ ਮਨ ਕਰਕੇ ਪਾਪਾਂ ਵਿੱਚ ਹਰ ਵਕਤ ਭਰੇ ਰਹਿੰਦੇ ਹੋ। ਕਦੇ ਪਾਪਾਂ ਦੀ ਨਿਵਰਤੀ ਵਾਸਤੇ ਕੋਈ ਯਤਨ ਨਹੀਂ ਕਰਦੇ ਤੁਸੀਂ। ਸਾਧ ਸੰਗ ਭਜਨ ਕਰ ਸੁਆਮੀ। ਜੇ ਤੁਸੀਂ ਇਸ ਸੂਮਤਾਈ ਨੂੰ ਗਾਉਣਾ ਚਾਹੁੰਦੇ ਹੋ, ਇਹਨਾਂ ਸਾਹਾਂ ਨੂੰ ਸਫਲੇ ਕਰਨਾ ਚਾਹੁੰਦੇ ਹੋ, ਤਨ ਨੂੰ ਮਨ ਨੂੰ ਚੰਗੇ ਪਾਸੇ ਲਾਉਣਾ ਚਾਹੁੰਦੇ ਹੋ, ਤਾਂ ਮਹਾਰਾਜ ਦੀ ਜੋ ਸਾਧ ਸ੍ਰੇਸ਼ਟ ਪੁਰਖਾਂ ਦੀ ਸੰਗਤ ਹੈ, ਜਿਨ੍ਹਾਂ ਨਾਲ ਮਿਲ ਕੇ ਆਪਣਾ ਜੀਵਨ ਉੱਚਾ ਹੋ ਜਾਵੇ, ਜਿਨ੍ਹਾਂ ਨਾਲ ਮਿਲ ਕੇ ਸਾਧ ਸੰਗਤ ਜੀ ਸਾਡਾ ਸੀਸ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕ ਪਵੇ, ਜਿਨ੍ਹਾਂ ਨਾਲ ਮਿਲ ਕੇ ਸਾਡਾ ਹੰਕਾਰ ਅੰਦਰੋਂ ਟੁੱਟ ਜਾਵੇ, ਵਿਦਿਆ ਦਾ ਰੂਪ ਦਾ ਮਾਣ ਛੱਡ ਕੇ ਮਹਾਰਾਜ ਦੇ ਚਰਨਾਂ ਦੀ ਖਾਕ ਬਣ ਜਾਈਏ। ਭਾਈ ਸਾਹਿਬ ਨੇ ਕਿਹਾ, ਧਿਰਗ ਸਿਰ ਜੋ ਗੁਰ ਨਾ ਨਿਵੇਤ ਗੁਰ ਲਗੇ ਨਾ ਚਰਨੀ। ਉਹ ਤਰਕਾਰ ਸਿਰ ਹੈ ਜਿਹੜਾ ਸਤਿਗੁਰਾਂ ਦੇ ਅੱਗੇ ਆ ਕੇ ਝੁਕਦਾ ਨਹੀਂ, ਗੁਰੂ ਸਾਹਿਬ ਦੇ ਚਰਨਾਂ 'ਚ ਨਹੀਂ ਲੱਗਦਾ। ਇਹ ਸਿੱਖਿਆ ਸਾਧ ਸੰਗਤ ਜੀ ਸੰਗਤ ਵਿੱਚੋਂ ਹੀ ਮਿਲਦੀ ਹੈ। ਸੋ ਹਜ਼ੂਰ ਫਰਮਾਉਂਦੇ ਹਨ, ਸਾਧ ਸੰਗ ਭਜਨ ਕਰ ਸੁਆਮੀ। ਸਾਧ ਸੰਗਤ ਦੇ ਵਿੱਚ ਮਿਲ ਕਰਕੇ ਭਜਨ ਸਿਮਰਨ ਕਰ ਸੁਆਮੀ ਮਾਲਕ ਅਕਾਲ ਪੁਰਖ ਦਾ। ਧਾਕਨ ਕਉ ਇੱਕ ਹਰੇ। ਇਹ ਜੀਵ ਜਿਹੜੇ ਤੇਥੋਂ ਔਗਣ ਹੋਏ ਹੈ, ਉਹਨਾਂ ਤੇਰੇ ਔਗਣਾਂ ਦੇ ਪਰਦੇ ਢਕਣ ਵਾਲਾ ਇੱਕ ਹਰੀ ਆਪ ਹੈ ਪਰਮੇਸ਼ਰ। ਉਹ ਤੇ ਸਨਮੁਖ ਬੇਨਤੀ ਕਰ, ਹੇ ਹਰੇ ਹੇ ਹਰੀ, ਇਹ ਸਾਰਿਆਂ ਪਾਪਾਂ ਦੇ ਹਾਰਕ ਹਰੀ ਹਰਤੀ ਪਾਪਾਨੀ ਦੁਸ਼ਚੇਤਨ ਦੀ ਸਮਰਤਾ ਇੱਕ ਹਰੀ ਹੈ, ਸਾਰਿਆਂ ਪਰਦਿਆਂ ਨੂੰ ਢਕਣ ਵਾਲਾ, ਸਾਡੇ ਔਗਣਾਂ ਨੂੰ ਮੇਟ ਕੇ ਸਾਰੇ ਲੋਕ ਪਰਲੋਕ 'ਚ ਪਰਦੇ ਢਕਣ ਵਾਲਾ ਪਰਮੇਸ਼ਰ ਹੈ ਇੱਕ। ਰਹਾਉ ਅਨਕ ਛਿਦਰ ਬੋਹਿਥ ਕੀ ਛੁਟਕਤ। ਜਿਸ ਪ੍ਰਕਾਰ ਸਾਧ ਸੰਗਤ ਜੀ ਜਿਸ ਜਹਾਜ਼ ਦੇ ਉੱਤੇ ਚੜੇ ਹੋਈਏ